ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:17 ਹੋਏ ਨੇ ਤੇ 8 ਅਗਸਤ ਹੈ, ਬਰਾ 2022 ਦਾ ਹੈ, ਸੋਮਵਾਰ ਹੈ, 24 ਸੌਣ ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ 'ਚ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਉਹਨਾਂ ਤੋਂ ਬਾਅਦ ਕੁਝ ਖਾਸ ਖਬਰਾਂ, ਦੁਨੀਆ ਦੀਆਂ ਖਬਰਾਂ ਤੋਂ ਬਾਅਦ ਘਰੇਲੂ ਹਿੰਸਾ ਦੀ ਗੱਲ ਚੱਲ ਕੇ ਹਟੀ ਹੈ ਪਹਿਲੇ ਹਿੱਸੇ ਦੇ ਵਿੱਚ ਸਮੀਰ ਕੌਸ਼ਲ ਜੀ ਹੋਰਾਂ ਦੇ। ਤੇ ਘਰੇਲੂ ਹਿੰਸਾ ਸਾਡੇ ਭਾਈਚਾਰੇ ਦੇ ਵਿੱਚ, ਸਾਡੀ ਭਾਸ਼ਾ ਦੇ ਵਿੱਚ, ਮਰਦ ਪ੍ਰਧਾਨ ਸਮਾਜ ਦੇ ਵਿੱਚ ਇਹਦੀਆਂ ਗੱਲਾਂ ਕਿਵੇਂ ਚੱਲਦੀਆਂ ਨੇ, ਠੋਕਰਾਂ ਕਿਵੇਂ ਲੱਗਦੀਆਂ, ਤੇ ਠੋਕਰਾਂ ਤੋਂ ਜ਼ਖਮੀ ਹੋ ਕੇ ਮਰਦ ਕਹਾਉਣ ਵਾਲਾ ਬੰਦਾ ਜਿਹੜਾ ਹੈ ਉਹ ਕਿਵੇਂ ਫਿਰ ਐਕਟ ਕਰਦਾ, ਧਰਾਤਲ ਤੇ ਕੀ ਗੱਲਾਂ ਨੇ। ਆਪਣੀ ਸਰਦਾਰਨੀ ਦਾ, ਆਪਣੀ ਘਰਵਾਲੀ ਦਾ ਸਤਿਕਾਰ ਕਰਦਾ ਬੰਦਿਆਂ ਨੂੰ ਵੇਖ ਕੇ ਕਮਿਊਨਿਟੀ ਦੇ ਵਿੱਚ, ਇਕੱਠਾਂ ਦੇ ਵਿੱਚ ਉਹਨੂੰ ਤੀਵੀਂ ਭਗਤ ਕਹਿ ਕੇ ਫਿਰ ਜਦੋਂ ਹੁੱਜ ਮਾਰੀ ਜਾਂਦੀ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਘਰ ਦੇ ਵਿੱਚ ਫਰਕ ਪੈਂਦਾ। ਕਿਸੇ ਦੇ ਆਪਣੀ ਸੈਟਅਪ ਦੇ ਵਿੱਚ, ਕੋਈ ਆਪਣੇ ਪਰਿਵਾਰ ਦੇ ਵਿੱਚ ਕੀ ਕਰਦਾ ਫਿਰੇ, ਬਾਹਰਲੇ ਦੇ ਜਿਹੜਾ ਪੇਡੂ 'ਚ ਦਰਦ ਹੁੰਦਾ ਉਹਦਾ ਕੀ ਕਾਰਨ ਹੈ, ਇਸ ਦੀ ਗੱਲਬਾਤ ਹੋਏਗੀ। ਆਖਰੀ ਘੰਟੇ ਦੇ ਵਿੱਚ ਟੈਕਸਸ ਦੇ ਵਿੱਚ ਇੱਕ ਬਹੁਤ ਵੱਡਾ ਕੇਸ ਦਾ ਫੈਸਲਾ ਜੱਜ ਸਾਹਿਬ ਨੇ ਸੁਣਾਇਆ। $40-42 ਮਿਲੀਅਨ ਇੱਕ YouTube ਚੈਨਲ ਚਲਾਉਂਦੇ ਬੰਦੇ ਨੂੰ ਕੀਤਾ, ਜਿਸ ਨੇ ਸੈਂਡੀ ਹੁੱਕ ਸਕੂਲ ਦੇ ਵਿੱਚ ਜਿਹ 'ਚ ਜਵਾਕ ਮਾਰੇ ਗਏ ਸੀ ਤੇ ਕਤਲ ਹੋ ਗਏ ਸੀ, ਉਹਦੇ ਵਿੱਚ ਉਸ ਨੂੰ ਡਰਾਮਾ ਦੱਸਿਆ ਸੀ, ਧੋਖਾ ਦੱਸਿਆ ਸੀ ਕਿ ਬੈਨ ਕਰਨ ਦੇ ਲਈ ਹਥਿਆਰ ਇਹ ਸਰਕਾਰ ਵੱਲੋਂ ਇੱਕ ਹੋਕਸ ਹੈ। ਐਲੈਕਸ ਜੋਨਸ ਨੂੰ 42 ਮਿਲੀਅਨ 'ਚ ਠੋਕਿਆ। ਇਹ ਵਿਕਾਊ ਪੱਤਰਕਾਰੀ, ਇਹ ਵਿਊ ਲੈਣ ਵਾਲੀ ਪੱਤਰਕਾਰੀ, ਇਹ ਰਿੰਗ ਦੇ ਪੱਤਰਕਾਰ ਜਿਹੜੇ ਕਿੱਲ ਕੇ ਇੱਕ YouTube ਦਾ ਚੈਨਲ ਬਣਾ ਕੇ ਤੇ ਦੁਨੀਆ ਭਰ ਦੀਆਂ ਖਬਰਾਂ ਬਣਾ ਕੇ ਆਪਣੇ ਆਪ ਨੂੰ ਵੱਡਾ ਤੇ ਸਰਕਾਰੇ ਦਰਬਾਰੇ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਉਹਨਾਂ ਦੇ ਦਫ਼ਤਰਾਂ 'ਚ ਬੜੇ ਮੰਤਰੀਆਂ ਤੇ ਮੁੱਖ ਮੰਤਰੀਆਂ ਦੇ ਇਹ ਪੱਤਰਕਾਰ ਲੋਕ ਕੀ ਕਰਨਾ ਚਾਹੁੰਦੇ ਆ, ਕਿੱਥੇ ਨੂੰ ਇਹ ਸਮਾਜ ਨੂੰ ਲੈ ਕੇ ਜਾਣਗੇ, ਕਿਹੜੀ ਚੀਜ਼ ਗੱਲ ਕੋਈ ਹੁੰਦੀ ਆ, YouTube ਦਾ ਸਿਰਲੇਖ ਕੋਈ ਹੁੰਦਾ ਹੈ। ਤੇ ਅੱਜ ਤੋਂ 25 30 ਸਾਲ ਪਹਿਲਾਂ ਜਦ ਹਲੇ 5 7 ਸਾਲਾਂ ਦੇ ਸੀ ਇਹ ਲੋਕ, ਤੇ ਉਸ ਸਮੇਂ ਦੀ ਇਹ ਗੱਲ ਜਿਹੜੀ ਤੋਰੀ ਹੋਈ, ਜਿਹੜੇ ਸਾਲਾਂ 'ਚ ਜਨਮ ਹੋਇਆ ਉਹਨਾਂ ਸਾਲਾਂ ਦੀਆਂ ਗੱਲਾਂ ਪੰਜਾਬ ਦੀਆਂ ਕਰ ਕਰਕੇ ਇਹ YouTube 'ਤੇ ਆਪਣਾ 70-80 ਹਜ਼ਾਰ ਲੱਖ ਬੰਦੇ ਦੀ ਲੈ ਕੇ ਤੇ ਟੋਟਲ ਕਰਕੇ ਮਹੀਨੇ ਦੇ 4 ਪੈਸੇ ਬਣਾਉਣ ਵਾਲੇ ਪੱਤਰਕਾਰ ਜਿਹੜਾ ਨਵਾਂ ਚੱਲਿਆ ਕੰਮ, ਇਹਦੀ ਅੱਜ ਮੈਂ ਗੱਲ ਕਰਨੀ ਹੈ। ਇਹ ਧਰਮ ਕੀ ਹੈ, ਪੱਤਰਕਾਰੀ ਕੀ ਹੈ, ਤੇ ਪੱਤਰਕਾਰਾਂ ਦੀ ਕਹਾਣੀ ਕੀ ਹੈ, ਇਸ 'ਤੇ ਗੱਲਬਾਤ ਹੋਏਗੀ। 604 204 0600 604204 0600 ऑन एयर नंबर है। 604 204 0600 ऑन एयर नंबर है, तो 604 729 1224 व्हाट्सएप ते टैक्स्ट लिए मेरा नंबर है। 6047291224 इस सैल फोन ते तुसी मेरे नाल गलबात कर सकते हो। कोई मसला थोड़े ध्यान गोचरे होवे तो व्हाट्सएप ते रिकॉर्ड करके लिख के मैनू सुनेहा दे सकते हो। फिर क्योंकि सारिया चीज़ां ते साडी पकड़ नहीं हो सकती, तुसी भाईचारे च विचरदे हो, जिहड़ा कुछ तुसी दसदे हो फिर उहदे ते जदे ही तुरंत ਜਿਹੜਾ ਫੈਸਲਾ ਲੈ ਕੇ ਉਹਦੀ ਗੱਲ ਕੀਤੀ ਜਾਂਦੀ ਹੈ, ਕਿਉਂਕਿ ਤੁਹਾਡੇ ਲਈ ਹੀ ਇਹ ਸ਼ੋਅ ਹੈ, ਇਹ ਤੁਹਾਡੇ ਲਈ ਹੀ ਮੰਚ ਹੈ। ਸਵੇਰ ਤੋਂ ਲੈ ਕੇ ਰਾਤ ਤੱਕ, 7 ਤੋਂ ਲੈ ਕੇ ਰਾਤ ਦੇ 8 ਵਜੇ ਤੱਕ 13 ਘੰਟੇ ਦਾ ਲਾਈਵ ਟਾਕ ਸ਼ੋਅ ਹੈ। ਕਦੇ ਮੁਲਾਂਕਣ ਕਰਕੇ ਵੇਖਿਓ। ਹਾਂ, ਮੂੰਹ ਜਿਹੜੀਆਂ ਗੱਲਾਂ ਜਿਹੜੀਆਂ ਪ੍ਰੋਫੈਸ਼ਨਲ ਤੇ ਨਾਨ ਪ੍ਰੋਫੈਸ਼ਨਲ, ਝੂਠ ਬੋਲਣਾ ਪ੍ਰੋਫੈਸ਼ਨਲ ਹੋ ਸਕਦਾ ਹੈ, ਪੱਤਰਕਾਰੀ 13 ਘੰਟੇ ਦੀ ਸਵੇਰ ਤੋਂ ਆਥਣ ਤੱਕ ਸੁਣ ਕੇ ਵੇਖਿਓ। ਠੀਕ ਹੈ, ਬਹੁਤ ਚੀਜ਼ਾਂ ਜਿਹੜੀਆਂ ਨੇ, ਸਾਡਾ ਆਪਣਾ ਟੇਸਟ ਹੈ, ਤੁਹਾਡਾ ਆਪਣਾ ਟੇਸਟ ਹੈ। ਕੁਝ ਹੋਸਟ ਤੁਹਾਨੂੰ ਚੰਗੇ ਲੱਗਦੇ, ਮੇਜ਼ਬਾਨ ਕੁਝ ਨਹੀਂ ਲੱਗਦੇ, ਪਰ ਇਹਦਾ ਇਹ ਨਹੀਂ ਮਤਲਬ ਵੀ ਤੁਹਾਨੂੰ ਚੀਜ਼ ਗਲਤ ਪਰੋਸੀ ਜਾਂਦੀ ਹੈ। 604 204 0600 ਤੇ 604 729 1224 WhatsApp ਤੇ ਟੈਕਸਟ ਲਈ ਨੰਬਰ ਹੈ। ਕੋਹਾਂ ਦੂਰ ਤੋਂ ਹੀ ਦਿਸਦਾ ਜਮਾਲ ਹੈ, ਤੇਰੀ ਤੋਰ ਵਿੱਚ ਐਸਾ ਕੀ ਕਮਾਲ ਹੈ।
ਤੇਰੇ ਨੈਣ ਜਿਵੇਂ ਭਿੱਜੇ ਹੋਏ ਗੁਲਾਬ ਨੇ, ਤੇਰੇ ਸੁਹਜ 'ਚ ਨੱਚਦੇ ਪੰਜਾਬ ਨੇ। ਤੇਰੇ ਹਾਸਿਆਂ 'ਚ ਉੱਡਦੀਆਂ ਡਾਰਾਂ ਨੇ, ਐਨ ਸੇਲੀਆਂ ਤਾਂ ਤੇਜ਼ ਤਲਵਾਰਾਂ ਨੇ। ਤੇਰੇ ਕੇਸ ਨਿਰੇ ਖੁੱਲੀ ਹੋਈ ਕਿਤਾਬ ਨੇ, ਤੇਰੇ ਸੁਹਜ 'ਚ ਨੱਚਦੇ ਪੰਜਾਬ ਨੇ। ਤੇਰੇ ਸਾਹ ਨਿਰੇ ਧੂਫ ਨੇ ਮਜ਼ਾਰ ਦੀ, ਇੱਕੋ ਸ਼ੋਅ ਤੇਰੀ ਭਾਂਬੜਾਂ ਨੂੰ ਠਾਰਦੀ। ਲੱਖਾਂ ਮੱਥੇ ਵਿੱਚੋਂ ਉੱਡਦੇ ਆਕਾਬ ਨੇ, ਤੇਰੇ ਸੁਹਜ 'ਚ ਨੱਚਦੇ ਪੰਜਾਬ ਨੇ। ਤੇਰੀ ਨਜ਼ਰ 'ਚੋਂ ਜਾਮ ਹੈ ਬਰਸਦਾ, ਤੇਰੇ ਨੂਰ ਵਿੱਚ ਨੂਰ ਹੈ ਅਰਸ਼ ਦਾ। ਤੇਰੀ ਦੀਦ 'ਚ ਹਯਾਤ ਆਲੇ ਆਬ ਨੇ, ਤੇਰੀ ਸੁਹਜ 'ਚ ਨੱਚਦੇ ਪੰਜਾਬ ਨੇ। ਗੱਲਾਂ ਤੇਰੀਆਂ ਤਾਂ ਰਾਵੀ ਦੀਆਂ ਲਹਿਰਾਂ ਨੇ, ਐਨ ਜੇਠ ਦੀਆਂ ਚਿਹਰੇ ਤੇ ਦੁਪਹਿਰਾਂ ਨੇ। ਤੇਰੀ ਸਾਦਗੀ 'ਚ ਗੂੰਜਦੇ ਰਬਾਬ ਨੇ, ਤੇਰੀ ਸਾਦਗੀ 'ਚ ਗੂੰਜਦੇ ਰਬਾਬ ਨੇ। ਤੇਰੇ ਸੁਹਜ 'ਚ ਨੱਚਦੇ ਪੰਜਾਬ ਨੇ, ਤੇਰੇ ਸੁਹਜ 'ਚ ਨੱਚਦੇ ਪੰਜਾਬ ਨੇ। ਅਕੀਦਤ ਨਵਾਬ ਖਾਨ ਲਿਖਦਾ। ਚਲਦੇ ਹਾਂ ਜੀ ਪੰਜਾਬ ਨੂੰ ਸਰ ਨਵਕਰਨ ਸਿੰਘ ਪੱਤੀ ਨਾਲ ਗੱਲਬਾਤ ਕਰਦੇ ਹਾਂ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ। ਸਰ ਨਵਕਰਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਪਹਿਲੀ ਖਬਰ ਜਿਹੜੀ ਹੈ ਕਿ ਸੰਸਦ ਦੇ ਵਿੱਚ ਅੱਜ ਬਿਜਲੀ ਸੋਧ ਬਿੱਲ ਜਿਹੜੇ ਪੇਸ਼ ਕੀਤੇ ਗਏ, ਉਹਦਾ ਵਿਰੋਧ ਕਿਉਂ ਹੋਇਆ? ਕੀ ਕਹਾਣੀ ਹੈ? ਜੀ ਗਿੱਲ ਸਾਹਿਬ, ਦੇਖੋ ਜਿਹੜਾ ਇਹ ਬਿਜਲੀ ਸੋਧ ਬਿੱਲ ਪੇਸ਼ ਕੀਤਾ, ਇਹ ਬਿਜਲੀ ਸੋਧ ਬਿੱਲ ਦਾ ਵਿਰੋਧ ਪਿਛਲੇ ਸਮੇਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਦਿੱਲੀ ਦੀਆਂ ਬਰੂਹਾਂ ਘੇਰੀ ਬੈਠੇ ਸੀ ਕਿਸਾਨ, ਉਦੋਂ ਕਿਸਾਨਾਂ ਦੀ ਜਿਹੜੀ ਮੰਗ ਸੀ ਕਿ ਕਾਲੇ ਖੇਤੀ ਕਾਨੂੰਨ ਤਿੰਨੇ ਵਾਪਸ ਲਓ। ਉਹਦੇ ਨਾਲ ਇਹ ਸੀ ਕਿ ਬਿਜਲੀ ਸੋਧ ਬਿੱਲ ਜਿਹੜਾ ਤੁਸੀਂ ਲਿਆ ਰਹੇ ਹੋ ਉਹ ਨਹੀਂ ਲਿਆਓਗੇ। ਔਰ ਉਸ ਤੋਂ ਬਾਅਦ ਜਿਹੜੀ ਸਰਕਾਰ ਦੀ ਮੀਟਿੰਗਾਂ ਚੱਲੀਆਂ ਕਿਸਾਨਾਂ ਦੇ ਨਾਲ, ਉਹਦੇ 'ਚ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਅਸੀਂ ਇਹ ਜਿਹੜਾ ਬਿਜਲੀ ਸੋਧ ਬਿੱਲ ਲਿਆ ਰਹੇ ਹਾਂ ਉਹਨੂੰ ਨਹੀਂ ਲੈ ਕੇ ਆਵਾਂਗੇ। ਲੇਕਿਨ ਹੁਣ ਜਿਹੜਾ ਇਹ ਬਿਜਲੀ ਸੋਧ ਬਿੱਲ ਲਿਆਂਦਾ ਗਿਆ, ਇਹਦਾ ਬਹੁਤ ਤਿੱਖਾ ਵਿਰੋਧ ਹੋਇਆ। ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਿਰੋਧ ਕੀਤਾ ਹੈ, ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ, ਕਾਂਗਰਸ ਨੇ ਵਿਰੋਧ ਕੀਤਾ ਹੈ, ਕਿਸਾਨ ਜਥੇਬੰਦੀਆਂ ਨੇ ਕਰਨਾ ਹੀ ਹੈ। ਭਾਰਤ ਦੀਆਂ ਭਾਜਪਾ ਨੂੰ ਛੱਡ ਕੇ ਬਹੁ ਗਿਣਤੀ ਜਿਹੜੀਆਂ ਧਿਰਾਂ ਨੇ, ਪਾਰਟੀਆਂ ਨੇ, ਉਹਨਾਂ ਨੇ ਵਿਰੋਧ ਕੀਤਾ ਹੈ। ਦਰਅਸਲ ਗਿੱਲ ਸਾਹਿਬ, ਇਹ ਜਿਹੜਾ ਮਸੌਦਾ ਨਾ ਕਾਨੂੰਨ ਬਿੱਲ ਦਾ, ਇਹ ਤਾਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਘੜਤਾ ਸੀ। ਜਦੋਂ ਮਨਮੋਹਨ ਸਿੰਘ ਚੀਫ ਮਿਨਿਸਟਰ ਬਣਿਆ ਗਾ, ਉਦੋਂ ਹੀ ਨਿੱਜੀਕਰਨ, ਅਦਾਰੀਕਰਨ, ਸੰਸਾਰੀਕਰਨ ਜਿਹੜੀਆਂ ਨੀਤੀਆਂ ਆਈਆਂ, ਉਹਦੇ ਤਹਿਤ ਇਹ ਚੀਜ਼ਾਂ ਲਿਆਉਣੀਆਂ ਸੀ, ਪਰ ਉਦੋਂ ਤੋਂ ਇਹ ਰੋਕੀ ਰੱਖੀਆਂ। ਹੁਣ ਇਹਦੇ ਵਿੱਚ ਇੱਕ ਤਾਂ ਜਿਹੜੀ ਸਬਸਿਡੀ ਮਿਲਦੀ ਆ, ਜਿਹੜੀ ਕਿਸਾਨਾਂ ਨੂੰ ਬਿਜਲੀ ਮੁਫਤ ਹੈ, ਮਜ਼ਦੂਰਾਂ ਨੂੰ ਬਿਜਲੀ ਮੁਫਤ ਹੈ, ਉਹ ਤੇ ਜਿਹੜੀ ਸਬਸਿਡੀ ਆ ਉਹ ਬੰਦ ਹੋ ਜਾਊਗੀ ਔਰ ਸਾਰਿਆਂ ਨੂੰ ਉਪਭੋਗਤਾਵਾਂ ਨੂੰ ਬਿੱਲ ਆਊਗਾ। ਦੂਜਾ ਇਹ ਕਿ ਸਟੇਟ ਗੌਰਮੈਂਟਾਂ ਦੇ ਹੱਥੋਂ ਕਹਾਣੀ ਗਈ ਸਿੱਧਾ, ਕਿਉਂਕਿ ਇਹ ਸਟੇਟ ਗੌਰਮੈਂਟਾਂ ਦਾ ਮਸਲਾ ਗਾ। ਇਹ ਜਿਹੜਾ ਮਸਲਾ ਗਾ ਉਹ ਖੇਤਰੀ ਪਾਰਟੀਆਂ ਨਾਲ ਵੀ ਜੁੜਦਾ ਹੈ, ਫੈਡਰਲ ਸਟਰਕਚਰ ਨਾਲ ਵੀ ਜੁੜਦਾ ਹੈ, ਜਿਹਦਾ ਜਿਹੜਾ ਘਾਣ ਕਰ ਦੇਣਾ ਇਹਨਾਂ ਨੇ ਇਸ ਬਿੱਲ ਦੇ ਨਾਲ। ਔਰ ਸਿੱਧਾ ਬਿਜਲੀ ਆ ਜਿਹੜਾ ਉਹ ਸੈਂਟਰ ਗਵਰਨਮੈਂਟ ਦੇ ਕੋਲੇ ਚਲੀ ਜਾਊ। ਅਗਲਾ ਹੈਗਾ ਡਿਸਟ੍ਰੀਬਿਊਸ਼ਨ ਦੀ ਜਿਹੜੀ ਸਬ ਲਾਇਸੈਂਸਿੰਗ ਆ, ਉਹਦੀ ਜਿਹੜੀ ਫਰੈਂਚਾਈਜ਼ ਦਾ ਕਨਸੈਪਟ ਲਿਆਂਦਾ ਗਿਆ ਇਹਦੇ ਵਿੱਚ, ਯਾਨੀ ਕਿ ਵੱਡੀਆਂ ਜਿਹੜੀਆਂ ਤਾਕਤਾਂ ਨੇ, ਜਿਹੜੇ ਵੱਡੇ ਕਾਰਪੋਰੇਟ ਅਦਾਰੇ ਨੇ, ਉਹਨਾਂ ਦੀ ਇਜਾਰੇਦਾਰੀ ਸਥਾਪਿਤ ਹੋ ਜੂ ਇਹਦੇ ਤੇ। ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਨੂੰ ਗੱਲ ਆ ਜਿਹੜੀ ਜਾਣੀ ਹੈ। ਨਵੇਂ ਜਿਹੜੇ ਬਿਜਲੀ ਮੁਲਾਜ਼ਮ ਭਰਤੀ ਹੋਣਗੇ ਕਿਸੇ ਵੀ ਸਟੇਟ ਦੇ ਵਿੱਚ, ਉਹ ਸਾਰੇ ਠੇਕੇ ਤੇ ਪ੍ਰਾਈਵੇਟ ਹੀ ਹੋਇਆ ਕਰਨਗੇ। ਔਰ ਹੁਣ ਵੀ ਵੈਸੇ ਤਾਂ ਜਿਹੜਾ ਬਿਜਲੀ ਮਹਿਕਮਾ ਗਾ ਉਹਦਾ ਪਾਵਰਕੌਮ ਬਣਾਤਾ ਸੀ ਇਹਨਾਂ ਨੇ ਤੋੜ ਕੇ, ਔਰ ਜਿੰਨੇ ਵੀ ਥਰਮਲ ਲੱਗੇ, ਚਾਹੇ ਰਾਜਪੁਰੇ ਲੱਗਿਆ ਜਾਂ ਹੋਰ ਲੱਗਿਆ, ਚਾਹੇ ਸੁਖਬੀਰ ਬਾਦਲ ਹੋਰਾਂ ਨੇ ਸਮਝੌਤੇ ਕੀਤੇ ਜਾਂ ਹੋਰ ਸਟੇਟ ਗਵਰਨਮੈਂਟਾਂ ਨੇ ਕੀਤੇ, ਪ੍ਰਾਈਵੇਟ ਕੰਪਨੀਆਂ ਨਾਲ ਕੀਤੇ, ਹੁਣ ਉਹ ਵੱਡੀਆਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੇ ਨੇ। ਇਸੇ ਕਰਕੇ ਇਹਦਾ ਵਿਰੋਧ ਹੋਇਆ ਔਰ ਉਸ ਤੋਂ ਬਾਅਦ ਇਹਨੂੰ ਸਟੈਂਡਿੰਗ ਕਮੇਟੀ ਕੋਲੇ ਭੇਜਿਆ ਗਿਆ। ਉਂਝ ਗਿੱਲ ਸਾਹਿਬ, ਅੱਜ ਲੋਕ ਸਭਾ ਤੇ ਰਾਜ ਸਭਾ ਦਾ ਆਖਰੀ ਦਿਨ ਸੀ। ਹੁਣ ਇਹ ਬਿੱਲ ਆ ਜਿਹੜਾ ਅਗਲਾ ਸੈਸ਼ਨ ਆਊਗਾ ਉਹਦੇ 'ਚ ਰੜਕਿਆ ਜਾਊਗਾ ਜੀ। ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵਰਤੇ ਹਥਿਆਰ ਸਾਰੇ ਮਿਲ ਗਏ ਜੀ। ਦੇਖੋ, ਪੁਲਿਸ ਨੇ ਦਾਅਵਾ ਕੀਤਾ ਗਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਉਹਨਾਂ ਨੇ ਬਰਾਮਦ ਕਰ ਲਏ ਨੇ। ਪੁਲਿਸ ਨੇ ਦਰਅਸਲ ਗਿੱਲ ਸਾਹਿਬ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੁਕਾਬਲਾ ਹੋਇਆ ਸੀ, ਜਿਹਦੇ 'ਚ ਸ਼ਾਰਪ ਸ਼ੂਟਰ ਮਨਪ੍ਰੀਤ ਸਿੰਘ ਉਰਫ ਮਨੂ ਕੁੱਸਾ ਤੇ ਜਗਰੂਪ ਰੂਪਾ ਮਾਰੇ ਗਏ ਸੀ, ਉਦੋਂ ਉਹਨਾਂ ਦੇ ਕੋਲੋਂ AK-47 ਤੇ ਕੁਝ ਪਿਸਟਲ ਬਰਾਮਦ ਹੋਏ ਸੀਗੇ। ਇਸ ਤੋਂ ਇਲਾਵਾ ਪ੍ਰਿਆਵਰਤ ਫੌਜੀ ਕਸ਼ਿਸ਼ ਤੇ ਅੰਕਿਤ ਸੇਰਸਾ ਪਾਸੋਂ ਜਿਹੜੀ ਪੁੱਛਗਿੱਛ ਕੀਤੀ ਗਈ ਸੀ, 2 ਵਾਰ ਅਦਾਲਤ ਤੋਂ ਉਹਨਾਂ ਦਾ ਰਿਮਾਂਡ ਵੀ ਲਿਆ।
ਉਹ ਸਾਰੇ ਕਾਸੇ ਦੇ ਆਧਾਰ ਦੇ ਉੱਤੇ ਫੋਰੈਂਸਿਕ ਜਾਂਚ ਤੋਂ ਬਾਅਦ ਪੁਲਿਸ ਦਾ ਦਾਅਵਾ ਗਾ ਕਿ ਮਨੂ ਕੁੱਸਾ ਤੇ ਜਗਰੂਪ ਰੂਪਾ ਕੋਲੋਂ ਜਿਹੜਾ ਮੁਕਾਬਲੇ ਮਗਰੋਂ ਹਥਿਆਰ ਬਰਾਮਦ ਹੋਏ ਸੀ, ਇਹ ਉਹੀ ਹਥਿਆਰ ਨੇ ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵਰਤਿਆ ਗਿਆ ਸੀ। ਪੁਲਿਸ ਦਾ ਦਾਅਵਾ ਗਿੱਲ ਸਾਹਿਬ ਇਹ ਹੈ ਕਿ ਜਦੋਂ ਫਾਇਰਿੰਗ ਦੌਰਾਨ ਇਹ ਮਾਰੇ ਗਏ ਸੀ, ਤਸਵੀਰਾਂ ਵੀ ਦੇਖੀਆਂ ਆਪਣੇ ਸਰੋਤਿਆਂ ਨੇ, AK-47 9mm ਪਿਸਟਲ ਪਏ ਸੀ ਉੱਥੇ, ਔਰ ਪੁਲਿਸ ਕਹਿੰਦੀ ਹੈਗੀ ਕਿ ਅਸੀਂ ਉਸ ਤੋਂ ਬਾਅਦ ਜਾਂਚ ਕੀਤੀ ਔਰ ਜਵਾਰਕੇ ਤੋਂ ਤੇ ਸ਼ਾਰਪ ਸ਼ੂਟਰਾਂ ਦੇ ਮੁਕਾਬਲੇ ਵਾਲੀ ਜਗ੍ਹਾ ਤੋਂ ਜਿਹੜੇ ਖੋਲ ਮਿਲੇ ਨੇ ਉਹ ਆਪਸ ਦੇ ਵਿੱਚ ਮੇਲ ਖਾਂਦੇ ਨੇ। ਫੋਰੈਂਸਿਕ ਜਾਂਚ 'ਚ ਇਹਦੀ ਪੁਸ਼ਟੀ ਹੋਈ ਹੈ ਔਰ ਉਹ ਕਹਿੰਦੇ ਸਾਰੇ ਕਾਸੇ ਤੋਂ ਜਿਹੜੀ ਸਥਿਤੀ ਇਹ ਹੈਗੀ ਕਿ ਪੁਲਿਸ ਦਾ ਦਾਅਵਾ ਹੋ ਗਿਆ ਕਿ ਇਹ ਹਥਿਆਰ ਬਰਾਮਦ ਕਰ ਲਏ। ਪਰ ਗਿੱਲ ਸਾਹਿਬ ਇੱਕ ਗੱਲ ਹੈਗੀ ਆ ਕਿ ਅਜੇ ਤੱਕ ਪੁਲਿਸ ਦੇ ਲੱਖ ਦਾਅਵੇ ਹੋਣ, 6ਵਾਂ ਸ਼ੂਟਰ ਆ ਜਿਹੜਾ ਉਹ ਫੜਿਆ ਨਹੀਂ ਗਿਆ। ਸਿੱਧੂ ਮੂਸੇਵਾਲਾ ਦਾ ਜਿਸ ਦਿਨ ਕਤਲ ਹੁੰਦਾ ਜਵਾਰਕੇ ਪਿੰਡ 'ਚ ਗੋਲੀਆਂ ਮਾਰੀਆਂ ਜਾਂਦੀਆਂ ਨੇ, ਉਸ ਦਿਨ 6 ਜਣੇ ਸੀਗੇ। ਇਹ ਪੁਲਿਸ ਦਿੱਲੀ ਵਾਲੀ ਵੀ ਕਹਿੰਦੀ ਆ, ਪੰਜਾਬ ਵਾਲੀ ਵੀ ਕਹਿੰਦੀ ਆ। ਉਹ 6 ਦੇ ਵਿੱਚੋਂ 2 ਜਿਹੜੇ ਮੁਕਾਬਲੇ ਦੇ ਵਿੱਚ ਮਾਰੇ ਗਏ ਔਰ 3 ਨੇ ਜਿਹੜੇ ਉਹ ਇਸ ਵਕਤ ਜੇਲ੍ਹ ਦੇ ਵਿੱਚ ਨੇ। ਜਿਹੜਾ 6ਵਾਂ ਦੀਪਕ ਮੁੰਡੀ ਆ ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਆਗਾ। ਇਸ ਤੋਂ ਇਲਾਵਾ ਜਿਹੜਾ ਸਾਜ਼ਿਸ਼ ਘਾੜਾ ਗਾ ਗੋਲਡੀ, ਉਹ ਵੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆਗਾ। ਤਾਂ ਇਹ तमाम ਚੀਜ਼ਾਂ ਨੇ ਜਿਹੜੀਆਂ ਉਹ ਇਸ ਪਾਸੇ ਲਿਜਾਂਦੀਆਂ ਨੇ ਕਿ ਪੁਲਿਸ ਅਜੇ ਤੱਕ ਵੀ ਇਸ ਕੇਸ ਨੂੰ ਪੂਰੇ ਤਰ੍ਹਾਂ ਦੇ ਨਾਲ ਹੱਲ ਨਹੀਂ ਕਰ ਪਾਈ ਜੀ। ਅੱਛਾ ਜੀ, ਹੁਣ ਰਾਜਨੀਤੀ ਵਾਲੇ ਪਾਸੇ ਨੂੰ ਆਈਏ। ਪਹਿਲਾਂ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਬਿਹਾਰ ਨੂੰ ਚੱਲੀਏ। ਬਿਹਾਰ ਦੇ ਵਿੱਚ ਕੁਝ ਗੜਬੜ ਹੋ ਰਹੀ ਹੈ ਰਾਜਨੀਤੀ 'ਚ। ਗਿੱਲ ਸਾਹਿਬ, ਬਿਹਾਰ ਦੇ ਵਿੱਚ ਅੱਜ ਬਹੁਤ ਵੱਡੀ ਗੜਬੜ ਆ ਜਿਹੜੀ ਦੇਖਣ ਨੂੰ ਮਿਲ ਰਹੀ ਆ। ਬੀਜੇਪੀ ਅਸਲ ਦੇ ਵਿੱਚ ਸਿੱਖੀ ਹੋਈ ਹੈਗੀ ਕਿ ਸਰਕਾਰ ਕਿੱਥੇ ਕਿਵੇਂ ਸਿੱਟਣੀ ਆ। ਬੀਜੇਪੀ ਨੇ ਕਰਨਾਟਕ ਦੇ ਵਿੱਚ ਜੋ ਕੀਤਾ, ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਮਹਾਰਾਸ਼ਟਰ ਦੇ ਵਿੱਚ ਦੇਖੀ ਆਪਾਂ ਕਿ ਕਿਵੇਂ ਵਿਧਾਇਕਾਂ ਨੂੰ ਜਿਹੜਾ ਹੋਟਲਾਂ ਦੇ ਵਿੱਚ ਰੱਖਿਆ ਗਿਆ, ਪਹਿਲਾਂ ਜਿਹੜਾ ਸੂਰਤ ਲਿਜਾਇਆ ਗਿਆ ਗੁਜਰਾਤ ਦੇ, ਉਸ ਤੋਂ ਬਾਅਦ ਉਹਨਾਂ ਨੂੰ ਸਾਮ, ਉਸ ਤੋਂ ਬਾਅਦ ਉਹਨਾਂ ਨੂੰ ਗੋਆ ਸ਼ਿਫਟ ਕੀਤਾ ਗਿਆ, ਕਿਵੇਂ ਸਥਿਤੀ ਚੱਲੀ। ਪਰ ਕੁਝ ਬੰਦੇ ਉਹ ਨੇ ਜਿਹੜੇ ਬੀਜੇਪੀ ਨੂੰ ਵੀ ਧੋਬੀ ਪਟਕਾ ਦੇ ਰਹੇ ਨੇ। ਨਿਤਿਸ਼ ਕੁਮਾਰ ਉਹ ਬੰਦਾ ਗਾ ਸਿਆਸਤ ਦੇ ਵਿੱਚ। ਗਿੱਲ ਸਾਹਿਬ, ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਬਾਰੇ ਗੱਲ ਚੱਲਦੀ ਹੁੰਦੀ ਵੀ ਸਰਕਾਰ ਜਿਹਦੀ ਮਰਜ਼ੀ ਹੋਵੇ, ਇਹਨਾਂ ਦੀਆਂ ਜਿਹੜੀਆਂ ਨੇ ਉਹ ਪੌਂਵਾਰਾਂ ਹੁੰਦੀਆਂ, ਇਹਨਾਂ ਦਾ ਸਿਆਸਤ 'ਚ ਹੱਥ ਹੁੰਦਾ ਹੀ ਹੁੰਦਾ ਗਾ। ਤਾਂ ਨਿਤਿਸ਼ ਕੁਮਾਰ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਯੂ ਟਰਨ ਮਾਰੇ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਭਾਜਪਾ ਨੇ ਐਲਾਨਿਆ ਤਾਂ ਸਭ ਤੋਂ ਪਹਿਲਾਂ ਵਿਰੋਧ ਕਰਨ ਵਾਲਾ ਨਿਤਿਸ਼ ਕੁਮਾਰ ਸੀਗਾ। ਉਦੋਂ ਛੱਡ ਕੇ ਇਹ ਲਾਲੂ ਹਰਾਣਾ ਜਾ ਰਲਿਆ। ਉਦੋਂ ਬਾਅਦ ਜਦੋਂ ਵਿਰੋਧੀ ਧਿਰਾਂ ਆਪਦਾ ਇੱਕ ਪਲੇਟਫਾਰਮ ਮਜ਼ਬੂਤ ਕਰ ਰਹੀਆਂ ਸੀ ਤਾਂ ਵਿਰੋਧੀ ਧਿਰਾਂ ਨੂੰ ਧੋਬੀ ਪਟਕਾ ਦੇ ਕੇ ਨਰਿੰਦਰ ਮੋਦੀ ਨਾਲ ਰਲਣ ਵਾਲਾ ਵੀ ਨਿਤਿਸ਼ ਕੁਮਾਰ ਸੀਗਾ। ਔਰ ਹੁਣ ਬਿਹਾਰ ਦੀ ਰਾਜਨੀਤੀ ਦੇ ਵਿੱਚ ਇਹ ਹੋ ਰਿਹਾ ਕਿ ਨਿਤਿਸ਼ ਕੁਮਾਰ ਭਾਜਪਾ ਨੂੰ ਛੱਡਣ ਜਾ ਰਿਹਾ ਹੈ, ਭਾਜਪਾ ਨੂੰ ਛੱਡਣ ਦੀ ਤਿਆਰੀ ਹੈ। ਔਰ ਜਿਹੜੇ ਉਹਦੇ ਵਿਰੋਧੀ ਨੇ, ਜਿਨ੍ਹਾਂ 'ਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈ, ਜਿਨ੍ਹਾਂ 'ਚ ਕਾਂਗਰਸ ਆਉਂਦੀ ਹੈ, ਜਿਨ੍ਹਾਂ 'ਚ ਖੱਬੇ ਪੱਖੀ ਆਉਂਦੇ ਨੇ, ਉਹਨਾਂ ਨਾਲ ਸਰਕਾਰ ਬਣਾਉਣ ਦੀ ਵਿਉਂਤ ਚੱਲ ਰਹੀ ਆ। ਭਾਵੇਂ ਬੀਜੇਪੀ ਨੇ ਸਾਰਾ ਜ਼ੋਰ ਲਾ ਦਿੱਤਾ ਹੈ ਕਿ ਨਿਤਿਸ਼ ਕੁਮਾਰ ਅੰਕੜਿਆਂ ਦੇ ਇਸ ਖੇਡ ਦੇ ਵਿੱਚ ਅੱਗੇ ਨਾ ਵੱਧ ਪਾਏ, ਪਰ ਗਿੱਲ ਸਾਹਿਬ ਅੰਕੜੇ ਦੇਖੋ ਇਹ ਨੇ ਕਿ ਬੀਜੇਪੀ ਨਾਲ ਅਲਾਈਅੰਸ ਕਰਕੇ ਇਸ ਵਕਤ ਨਿਤਿਸ਼ ਕੁਮਾਰ ਦੀ ਸਰਕਾਰ ਚੱਲ ਰਹੀ ਆ। ਨਿਤਿਸ਼ ਕੁਮਾਰ ਇਹ ਸਮਝ ਚੁੱਕਿਆਗਾ ਕਿ ਬੀਜੇਪੀ ਨੇ ਜਿਹਨੇ ਨਾਲ ਸਰਕਾਰ ਬਣਾਈ ਆ ਉਹਨੂੰ ਹਾਸ਼ੀਏ ਤੇ ਧੱਕਤਾ। ਨਿਤਿਸ਼ ਕੁਮਾਰ ਨੂੰ ਚਟਾਲਿਆਂ ਵਾਲਾ ਹਾਲਤ ਵੀ ਪਤਾ ਹੈ, ਨਿਤਿਸ਼ ਕੁਮਾਰ ਨੂੰ ਪੰਜਾਬ ਦੇ ਬਾਦਲਾਂ ਵਾਲੀ ਹਾਲਤ ਵੀ ਪਤਾ ਹੈ, ਨਿਤਿਸ਼ ਕੁਮਾਰ ਨੂੰ ਸ਼ਿਵ ਸੈਨਾ ਵਾਲੀ ਹਾਲਤ ਵੀ ਪਤਾ ਹੈ, ਨਿਤਿਸ਼ ਕੁਮਾਰ ਨੂੰ ਰਾਮ ਵਿਲਾਸ ਪਾਸਵਾਨ ਵਾਲੀ ਹਾਲਤ ਵੀ ਪਤਾ ਹੈ। ਨਿਤਿਸ਼ ਕੁਮਾਰ ਨੂੰ ਸਾਰੀਆਂ ਗੱਲਾਂ ਦੇ ਵਿੱਚੋਂ ਉਹ ਆਪਦੇ ਆਪ ਨੂੰ ਦੇਖਦਾ ਹੋਊ ਨਾ ਵੀ ਅੱਜ ਦੇ ਸਮੇਂ 'ਚ ਮੈਂ ਆ ਜਿਹੜਾ ਭਾਜਪਾ ਨਾਲ ਗੱਠਜੋੜ ਬਣਾਈ ਬੈਠਾ, ਤਾਂ ਉਹਦੇ 'ਚੋਂ ਨਿਕਲ ਜਾਣਾ ਚਾਹੁੰਦਾ ਹੈ। ਅਗਲੀ ਗੱਲ ਇਹ ਕਿ ਬੀਜੇਪੀ ਨਾਲ ਉਹਦੀ ਸਾਂਝੀ ਸਰਕਾਰ ਜ਼ਰੂਰ ਚੱਲ ਰਹੀ ਆ, ਪਰ ਫੈਸਲੇ ਬੇਸਿਕਲੀ ਬੀਜੇਪੀ ਲੈ ਰਹੀ ਆ। ਸੋ ਬਿਹਾਰ ਦੀ ਰਾਜਨੀਤੀ ਦੇ ਵਿੱਚ ਨਿਤਿਸ਼ ਕੁਮਾਰ ਜਿਹੜਾ ਗਾ ਇਸ ਵਕਤ ਪੂਰੀ ਇਸ ਤਾਕ ਦੇ ਵਿੱਚ ਹੈ ਕਿ ਉਹ ਨਰਿੰਦਰ ਮੋਦੀ, ਅਮਿਤ ਸ਼ਾਹ, ਬੀਜੇਪੀ ਦਾ ਸਾਥ ਛੱਡੇ ਔਰ ਜਾ ਕੇ ਤੇਜਸਵੀ ਯਾਦਵ, ਕਾਂਗਰਸ ਤੇ ਖੱਬੇ ਪੱਖੀਆਂ ਨਾਲ ਸਾਂਝੀ ਸਰਕਾਰ ਬਣਾਉਣ ਵਾਲੇ ਪਾਸੇ ਨੂੰ ਵਧੇ। ਜੇ ਹੁੰਦਾਗਾ ਤਾਂ ਬੀਜੇਪੀ ਲਈ ਬਹੁਤ ਵੱਡਾ ਝਟਕਾ ਹੋਊਗਾ, ਪਰ ਇਹ ਵੀ ਹੋ ਸਕਦਾ ਕਿ ਬੀਜੇਪੀ ਇਹ ਸਾਰੇ ਕਾਸੇ ਨੂੰ ਰੋਕਣ 'ਚ ਕਾਮਯਾਬ ਰਹੇ ਜੀ। ਜਦ ਰਾਜਨੀਤਿਕਾਂ ਦਾ ਆਪਾਂ ਗੱਲਬਾਤ ਕਰਦੇ ਹਾਂ ਆਮ ਕੱਦ ਦੇ ਆਮ ਜਗ੍ਹਾ ਤੇ ਬੈਠ ਕੇ ਕਰਦੇ ਹਾਂ, ਪਰ ਰਾਜਨੀਤਿਕ ਇਸ ਤਰ੍ਹਾਂ ਨਹੀਂ ਸੋਚਦੇ। ਇਹ ਤਲਵਾਰ ਨਾਲ ਹੀ ਜਿਉਂਦੇ ਨੇ, ਤਲਵਾਰ ਨਾਲ ਹੀ ਇਹ ਮਾਰੇ ਜਾਂਦੇ ਆ। ਇਹਨਾਂ ਨੇ ਤਾਂ ਧੋਬੀ ਪਟੜਾ ਮਾਰਨਾ, ਝੁੱਕ ਝੁੱਕ ਕੇ ਸਲਾਮਾਂ ਕਰਨ ਵਾਲੇ ਰਾਜਨੀਤਿਕ ਕੀ ਕਰ ਦੇਣਗੇ ਕੁਛ ਨਹੀਂ ਪਤਾ। ਪੰਜਾਬ ਦੇ ਰਾਜਨੀਤਿਕਾਂ ਦੇ 80% ਦੇ ਜਵਾਕ ਇੱਥੇ ਦੇ PR ਨੇ, ਇੱਥੇ ਦੇ ਸਿਟੀਜ਼ਨ ਨੇ, ਘਰ-ਬਾਰ ਲੈ ਲਏ, ਪੁਲਿਸ ਵਾਲਿਆਂ ਦੇ SSPਆਂ ਦੇ ਟੱਬਰ ਇੱਥੇ ਆ ਗਏ। ਹੁਣ ਜਿਹੜੇ ਲੇਟੈਸਟ ਇੱਕ ਫੋਟੋ ਮਿਲੀ ਆ ਜਿਹਦੇ 'ਚ ਇਆਲੀ ਦੇ ਨਾਲ ਜਗਮੀਤ ਬਰਾੜ ਬੈਠਾ ਤੇ ਹੋਰ ਵੀ ਕਈ ਬੈਠੇ।
ਇਹ ਉਹੀ ਜਗਮੀਤ ਬਰਾੜ ਹੈ ਜਿਹੜਾ ਰਾਜਨੀਤੀ ਦੇ ਵਿੱਚੋਂ ਬਿਲਕੁਲ ਮਨਫੀ ਹੋ ਕੇ ਬਾਦਲਾਂ ਦੇ ਪੈਰੀਂ ਹੱਥ ਲਾ ਕੇ ਦੁਬਾਰਾ ਅੰਦਰ ਵੜਿਆ। ਤੇ ਹੁਣ ਜਾਂ ਇੱਕ ਦਿਨ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਲੁਧਿਆਣੇ ਦੇ ਵਿੱਚ ਬਹੁਤ ਅਮੀਰ ਲੋਕ ਬੈਠੇ ਨੇ, ਪਰ ਰਾਜਨੀਤੀ 'ਚ ਉਹੀ ਗਏ ਨੇ ਜਿਨ੍ਹਾਂ ਨੇ ਗੋਡੀ ਹੱਥ ਲਾ ਕੇ ਵੱਡਿਆਂ ਦੇ ਲਾਏ ਨੇ। ਅਕਾਲੀ ਦਲ ਦੇ ਵਿੱਚ ਠੀਕ ਨਹੀਂ ਲੱਗਦਾ ਮੈਨੂੰ, ਲੱਗਦਾ ਬਗਾਵਤੀ ਸੁਰਾਂ ਨੇ, ਚੰਦੂ ਮਾਜਰਾ ਵੀ ਨਾਲ ਬੈਠਾ ਤੇ ਖਾਸੇ ਬੰਦੇ ਬੈਠੇ ਆ। ਬਹੁਤ ਰਾਇਲ ਸ਼ਾਹੀ ਦੇਖ ਵਾਲਾ ਕਮਰਾ। ਕਿੱਥੇ ਬੈਠੇ ਨੇ ਇਹ? ਇਹ ਰਵੀਕਰਨ ਸਿੰਘ ਕਾਹਲੋਂ ਦੇ ਘਰੇ ਬੈਠੇ ਆ ਜੀ, ਅੰਮ੍ਰਿਤਸਰ ਸਾਹਿਬ। ਔਰ ਇਹ ਅੰਮ੍ਰਿਤਸਰ ਸਾਹਿਬ ਕਾਹਲੋਂ ਪਰਿਵਾਰ ਦੇ ਘਰੇ ਜਿਹੜੀ ਮਿਲਣੀ ਹੋਈ ਆ, ਉਸ ਮਿਲਣੀ ਦੇ ਵਿੱਚ ਵਿਚਾਲੇ ਵਾਲੀ ਕੁਰਸੀ ਦੇ ਉੱਤੇ ਮਨਪ੍ਰੀਤ ਸਿੰਘ ਯਾਲੀ ਬੈਠਾ, ਜਿਹਦਾ ਸਾਫ਼ ਮਤਲਬ ਆਗਾ ਕਿ ਉਹ ਅਸਲ ਦੇ ਵਿੱਚ ਕਮਾਂਡ ਕਰ ਰਿਹਾ ਸਾਰੇ ਕਾਸੇ ਨੂੰ। ਉਹਦੇ ਇੱਕ ਪਾਸੇ ਜਗਮੀਤ ਬਰਾੜ ਬੈਠਾ, ਇੱਕ ਪਾਸੇ ਪ੍ਰੇਮ ਸਿੰਘ ਚੰਦੂ ਮਾਜਰਾ ਬੈਠਾ, ਚਰਨਜੀਤ ਸਿੰਘ ਅਟਵਾਲ ਬੈਠਾ, ਗੁਰਪ੍ਰਤਾਪ ਸਿੰਘ ਵਡਾਲਾ ਬੈਠਾ, ਰਵੀਕਰਨ ਸਿੰਘ ਕਾਹਲੋਂ ਬੈਠਾ, ਭਾਈ ਮਨਜੀਤ ਸਿੰਘ ਬੈਠਾ, ਅਮਰਪਾਲ ਸਿੰਘ ਬੋਨੀ ਬੈਠਾ, ਸੰਤਾ ਸਿੰਘ ਉਮੈਦਪੁਰੀ ਬੈਠਾ, ਇੰਦਰ ਇਕਬਾਲ ਸਿੰਘ ਅਟਵਾਲ ਬੈਠਾ, ਕਰਨੈਲ ਸਿੰਘ ਪੰਜੋਲੀ ਬੈਠਾ, ਜਗਜੀਤ ਸਿੰਘ ਕੋਹਲੀ ਬੈਠਾ। ਔਰ ਇਹ ਜਿਹੜੀ ਸਾਰੀ ਲੀਡਰਸ਼ਿਪ ਇਕੱਠੀ ਹੋਈ ਆ ਗਿੱਲ ਸਾਹਿਬ, ਇਹਨਾਂ ਨੇ ਭਾਵੇਂ ਇਹ ਤੈਅ ਕੀਤਾਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ, ਸਿੱਖ ਬੁੱਧੀਜੀਵੀਆਂ, ਪੰਥ ਹਤੈਸ਼ੀਆਂ ਨੂੰ ਨਾਲ ਲੈ ਕੇ ਸੁਖਬੀਰ ਬਾਦਲ ਨੂੰ ਇੱਕ ਵਫਦ ਦੇ ਰੂਪ 'ਚ ਮਿਲੀਏ। ਪਰ ਇਹ ਸਾਰੇ ਕਿਉਂ ਬੈਠੇ ਨੇ, ਕੀ ਕਰ ਰਹੇ ਨੇ? ਉਧਰੋਂ ਨਾਲ ਦੀ ਨਾਲ ਇਹਨਾਂ ਦੀ ਫੋਟੋ ਦੇਖ ਕੇ ਗਿੱਲ ਸਾਹਿਬ ਸੁਖਬੀਰ ਬਾਦਲ ਨੇ ਇੱਕ ਸਟੇਟਮੈਂਟ ਜਾਰੀ ਕਰਤੀ। ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਉਹ ਇਹ ਹੈਗੀ ਕਿ ਉਹਨੇ ਇੱਕ ਕਮੇਟੀ ਬਣਾਤੀ ਅਨੁਸ਼ਾਸਨੀ ਡਿਸਪਲਿਨ ਵਾਲੀ। ਉਹ ਕਮੇਟੀ ਦੀ ਕਮਾਂਡ ਦੇਤੀ ਸਿਕੰਦਰ ਸਿੰਘ ਮਲੂਕਾ ਨੂੰ। ਹੁਣ ਸਿਕੰਦਰ ਸਿੰਘ ਮਲੂਕਾ ਦੀ ਜਗਮੀਤ ਬਰਾੜ ਨਾਲ ਬਣਦੀ ਨਹੀਂ, ਸਭ ਨੂੰ ਪਤਾ। ਸਿਕੰਦਰ ਸਿੰਘ ਮਲੂਕਾ ਅਸਲ ਦੇ ਵਿੱਚ ਇਹਨਾਂ ਨੇ ਸ਼ਿੰਗਾਰਿਆ ਪਿਛਲੇ ਸਮੇਂ ਦੇ ਵਿੱਚ। ਹੁਣ ਤਾਂ ਜਦੋਂ ਇਹਨਾਂ ਦੀ ਸਰਕਾਰ ਸੀ, ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਵੀ ਪ੍ਰਮੋਸ਼ਨਾਂ ਮਿਲੀਆਂ ਬੜੀ, ਉਦੋਂ ਇਹਨਾਂ ਦੀ ਵੀ ਮਤਲਬ ਚਰਚਾ ਜਿਹੜੀ ਮਲੂਕਾ ਪਰਿਵਾਰ ਦੀ ਚੱਲਦੀ ਰਹੀ, ਸਿੱਖਿਆ ਮੰਤਰੀ ਵੀ ਬਣਾਇਆ ਸੀ। ਤਾਂ ਹੁਣ ਜਿਹੜੀ ਕਮੇਟੀ ਬਣਾਈ ਆ ਸੁਖਬੀਰ ਸਿੰਘ ਬਾਦਲ ਨੇ, ਉਹ ਕਮੇਟੀ ਦੀ ਅਗਵਾਈ ਸਿਕੰਦਰ ਸਿੰਘ ਮਲੂਕਾ ਕਰਨਗੇ। ਕਮੇਟੀ 'ਚ ਸੁਖਬੀਰ ਦੇ ਨੇੜਲੇ ਸ਼ਰਨਜੀਤ ਸਿੰਘ ਢਿੱਲੋਂ, ਬਿਰਸਾ ਸਿੰਘ ਬਲਟੋਹਾ, ਮਨਤਾਰ ਸਿੰਘ ਬਰਾੜ ਤੇ ਸੁਖਵਿੰਦਰ ਸਿੰਘ ਸੁੱਖੀ ਨੇ। ਇਹ 5 ਮੈਂਬਰੀ ਕਮੇਟੀ ਬਣਾਈ ਆ। ਔਰ ਇਹ ਕਮੇਟੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ ਮੁਤਾਬਕ ਪਾਰਟੀ ਪਲੇਟਫਾਰਮ ਤੇ ਖੁੱਲ੍ਹਦਿਲੀ ਨਾਲ ਕਹਿੰਦੇ ਜਿਹਨੇ ਗੱਲ ਕਰਨੀ ਆ ਉਹ ਪਾਰਟੀ ਪਲੇਟਫਾਰਮ ਤੇ ਕਰੇ, ਅਦਰਵਾਈਜ਼ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ। ਦੂਜਾ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਮਾਮਲੇ ਪਾਰਟੀ ਪਲੇਟਫਾਰਮ ਤੇ ਵਿਚਾਰਨੇ ਚਾਹੀਦੇ ਨੇ, ਕਿਤੇ ਹੋਰ ਪ੍ਰਗਟ ਕਰਨਾ ਜਿਹੜਾ ਉਹ ਠੀਕ ਨਹੀਂ ਹੈ। ਤਾਂ ਇਹ ਸਾਰੇ ਕਾਸੇ ਤੋਂ ਉਧਰੋਂ ਗਿੱਲ ਸਾਹਿਬ ਇਹ ਮੀਟਿੰਗ ਹੋ ਰਹੀ ਹੈ, ਉਧਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰਚਾਰ ਦਫ਼ਤਰ ਖੋਲ੍ਹ ਲਿਆ, ਉਧਰੋਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਹੋ ਰਹੀ ਹੈ। ਸੁਖਬੀਰ ਬਾਦਲ ਨੇ ਰਾਸ਼ਟਰਪਤੀ ਦੀ ਚੋਣ ਵੀ, ਉਪ ਰਾਸ਼ਟਰਪਤੀ ਦੀ ਚੋਣ ਦੌਰਾਨ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਤੀਆਂ। ਔਰ ਸੁਖਬੀਰ ਬਾਦਲ ਇਸ ਪਾਸੇ ਆ ਕਿ ਕਿਸੇ ਤਰੀਕੇ ਬੀਜੇਪੀ ਨਾਲ ਦੁਬਾਰੇ ਸੂਤ ਬਹਿ ਜੇ, ਪਰ ਮੈਨੂੰ ਲੱਗਦਾ ਗਾ ਕਿ ਬੀਜੇਪੀ ਇਸ ਤਾਕ ਦੇ ਵਿੱਚ ਨਹੀਂ ਹੈ ਜਿਹਦੇ ਚੋਂ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਝਟਕੇ ਨੇ ਜਿਹੜੇ ਉਹ ਮਿਲਦੇ ਨਜ਼ਰ ਆ ਰਹੇ ਨੇ। ਜੀ ਬਿਲਕੁਲ, ਇਹਦੇ ਪਿੱਛੇ ਸਾਰੀ ਦੇ ਪਿੱਛੇ ਬੀਜੇਪੀ ਵੀ ਕਿਤੇ ਸਿਰਸੇ ਹੋਣੀ ਵੀ ਹੋ ਸਕਦੇ ਨੇ ਵੀ ਚੱਕ ਦੋ ਹੁਣ ਘੜੇ ਤੋਂ ਕੌਲਾ, ਅਸੀਂ ਸਾਂਭਾਂਗੇ ਤੁਹਾਨੂੰ, ਹੌਲੀ ਹੌਲੀ ਫਿਰ ਰਲੇਵਾਂ ਜਿਹਾ ਕਰ ਲਾਂਗੇ। ਹਲੇ ਤਾਂ 27 ਬਹੁਤ ਦੂਰ ਆ। ਪੰਜਾਬ ਦੀ ਸਰਦਾਰੀ ਦੀ ਗੱਲ ਹੈ, ਪਰ ਸਰਦਾਰੀ ਇਹਨਾਂ ਨੂੰ ਸਮਝਾਉਣ ਵਾਲਾ ਹੋਵੇ। ਸਰਦਾਰੀ ਕਰੋਗੇ ਕਿਹਦੇ ਤੇ? ਠੂਠੇ ਨਾਲ ਕਨਾਲ ਉੱਥੇ ਖੜਕਦਾ ਹੈ। ਸਾਰੀ ਨੌਜਵਾਨੀ ਆ ਜਿਹੜੀ ਉਹ ਪਰਦੇਸੀ ਹੋ ਰਹੀ ਆ। ਤੁਸੀਂ ਪੈਸਾ ਧੇਲਾ ਇੱਥੇ ਨੂੰ ਭੇਜਤਾ, ਤੁਸੀਂ ਸਰਦਾਰੀ ਕਰੋਗੇ ਕਿਹਦੇ ਤੇ? ਅੱਛਾ, ਅਗਲੀ ਗੱਲ, ਨਿਊਯਾਰਕ ਦੇ ਵਿੱਚ ਜਿਹੜੀ ਭਾਰਤੀ ਮੂਲ ਦੀ ਇੱਕ ਲੜਕੀ ਜਿਹੜੀ ਮਾਰੀ ਗਈ, ਜਿਹਨੇ ਦੱਸਿਆ ਵੀ 8 ਸਾਲ ਹੋ ਗਏ, ਮਨਦੀਪ ਕੌਰ ਨੇ, ਤੇ ਬਈ ਮੇਰੇ ਨਾਲ ਬੁਰੀ ਹੋਈ। ਉਹਦੇ ਘਰ ਵਾਲੇ ਦੀ ਵੀ ਇੱਕ ਇੱਥੇ ਤੁਹਾਡੇ ਹੈਗਾ ਚੈਨਲ ਜਿਹਾ, ਉਸਨੇ ਕੀਤੀ ਆ ਇੰਟਰਵਿਊ ਵਿੱਚ। ਚੱਲ 4 ਵਿਊ ਆ ਜਾਣਗੇ, ਹਾਲਾਂਕਿ ਬਣਦੀ ਨਹੀਂ ਕਹਾਣੀ। ਜ਼ੁਲਮ ਇੰਨਾ ਕੀਤਾ ਕੁੜੀ ਤੇ। ਚਲੋ ਇਹ ਗੱਲ ਸਕਦੇ ਹਾਂ ਵੀ ਜੇ ਇਕੱਲਾ ਕੁੜੀ ਬਿਆਨ ਦੇਵੇ ਤਾਂ ਉਹਦੇ ਘਰ ਵਾਲੇ ਦਾ ਬਿਆਨ ਦੇਵੋ। ਘਰ ਵਾਲਾ ਕੱਪੜਾ ਮੂੰਹ ਤੇ ਸਿੱਟ ਕੇ ਉਹਦਾ ਸਾਹ ਰੋਕਣ ਲੱਗਿਆ ਹੋਇਆ, ਨੀਲ ਉਹਦੇ ਸਰੀਰ ਤੇ ਪਾਏ ਹੋਏ ਨੇ, ਹਲੇ ਵੀ ਗੱਲਾਂ ਕਰਨ ਦੀ ਲੋੜ ਹੈ। ਉਸ ਦੇ ਇਹ ਯੂਪੀ ਦਾ ਪਰਿਵਾਰ ਹੈ, ਉਹਦੇ ਸਹੁਰਾ ਪਰਿਵਾਰ ਤੇ ਕੇਸ ਕੂਸ ਹੋਇਆ ਕੁੜੀ ਦੇ। ਜੀ ਗਿੱਲ ਸਾਹਿਬ, ਉਹਦੇ ਸਹੁਰਾ ਪਰਿਵਾਰ ਦੇ ਖਿਲਾਫ ਕੇਸ ਦਰਜ ਹੋ ਗਿਆ। ਯੂਪੀ ਦੇ ਪਰਿਵਾਰ ਨੇ ਅਸਲ 'ਚ ਦੋਨੇ, ਲੜਕੀ ਦਾ ਪੇਕੇ ਪਰਿਵਾਰ ਵੀ, ਸਹੁਰਾ ਪਰਿਵਾਰ ਵੀ। ਉਹਦਾ ਸਹੁਰਾ ਪਰਿਵਾਰ ਬਿਜਨੌਰ ਦੇ ਵਿੱਚ ਰਹਿੰਦਾ, ਉੱਤਰ ਪ੍ਰਦੇਸ਼ ਦੇ ਵਿੱਚ। ਔਰ ਬਿਜਨੌਰ ਦੇ ਵਿੱਚ ਮਨਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਇਹਦੇ ਸਹੁਰਾ ਪਰਿਵਾਰ ਦੇ ਖਿਲਾਫ ਜਿਹੜਾ ਕੇਸ ਹੈਗਾ ਉਹ ਦਰਜ ਹੋ ਗਿਆ।
ਭਾਵੇਂ ਇਹਦੇ ਪਤੀ ਦੇ ਖਿਲਾਫ ਕੇਸ ਜਿਹੜਾ ਉਹ ਨਹੀਂ ਦਰਜ ਕੀਤਾ ਉੱਤਰ ਪ੍ਰਦੇਸ਼ ਪੁਲਿਸ ਨੇ। ਉਹ ਕਹਿੰਦੇ ਇਹਦੇ ਖਿਲਾਫ ਅਮਰੀਕਾ ਦੇ ਵਿੱਚ ਕੇਸ ਦਰਜ ਹੋਇਆਗਾ ਔਰ ਉੱਤਰ ਪ੍ਰਦੇਸ਼ ਪੁਲਿਸ ਦਾ ਕਹਿਣਾ ਹੈ ਕਿ ਜੇ ਉਹ ਭਾਰਤ ਆਊਗਾ ਤਾਂ ਅਸੀਂ ਉਹਨੂੰ ਇਸ ਕੇਸ ਦੇ ਵਿੱਚ ਅਰੈਸਟ ਕਰਾਂਗੇ, ਫਿਰ ਉਹਦੇ ਖਿਲਾਫ ਵੀ ਕੇਸ ਆ ਜਿਹੜਾ ਦਰਜ ਕਰਾਂਗੇ। ਉਹਦਾ ਪਰਿਵਾਰ ਹੈਗਾ ਜਿਹੜਾ ਉਹਦੇ ਘਰ ਨੂੰ ਛੱਡ ਕੇ ਚਲਾ ਗਿਆ ਗਾ, ਘਰ ਨੂੰ ਜਿੰਦਾ ਲੱਗਿਆ ਹੋਇਆ ਸਹੁਰੇ ਪਰਿਵਾਰ ਦੇ ਨੂੰ। ਸੋ ਬੜੀ ਮੰਦਭਾਗੀ ਘਟਨਾ ਗਿੱਲ ਸਾਹਿਬ ਇਹ। ਲੜਕੀ ਦਾ ਫਾਦਰ ਔਰ ਉਹਦੀ ਭੈਣ ਜਿਸ ਤਰੀਕੇ ਦੀਆਂ ਮਤਲਬ ਪਰਿਵਾਰ ਦੇ ਵਿੱਚ ਰੋ ਰਹੇ ਨੇ, ਜਿਸ ਤਰੀਕੇ ਦੀਆਂ ਉਹ ਗੱਲਾਂ ਦੱਸ ਰਹੇ ਨੇ ਕਿ 8 ਸਾਲ ਤੋਂ ਜ਼ਬਰ ਹੋ ਰਿਹਾ, 8 ਸਾਲ ਤੋਂ ਜੁਰਮ ਹੋ ਰਿਹਾ। ਇੱਥੇ ਭਾਰਤ ਦੇ ਵਿੱਚ ਗਿੱਲ ਸਾਹਿਬ ਆਮ ਹੀ ਗੱਲ ਚੱਲਦੀ ਹੁੰਦੀ ਆ ਵੀ ਭਾਰਤ ਮੁਲਕ ਦੇ ਵਿੱਚ ਜਿਹੜਾ ਔਰਤਾਂ ਨੇ ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ। ਅਮਰੀਕਾ ਕੈਨੇਡਾ ਵਰਗੇ ਮੁਲਕ ਨੇ ਜਿਹੜੇ ਉੱਥੇ ਔਰਤਾਂ ਨੂੰ ਆਜ਼ਾਦੀ ਆ। ਪਰ ਮਨਦੀਪ ਕੌਰ ਦੀ ਇਸ ਕਹਾਣੀ ਦੇ ਨਾਲ, ਮਨਦੀਪ ਕੌਰ ਦੇ ਨਾਲ ਵਾਪਰੀ ਇਸ ਕਹਾਣੀ ਦੇ ਨਾਲ ਇਹ ਗੱਲ ਸਮਝ ਆਉਂਦੀ ਆ ਕਿ ਜਿਹੜੇ ਇੱਥੋਂ ਜਾਂਦੇ ਨੇ ਨਾ ਮਰਦ, ਉਹਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਕਈਆਂ ਦੇ ਇਸ ਤਰ੍ਹਾਂ ਦਾ ਜਿਹੜਾ ਗੱਲਾਂ ਨੇ ਉਹ ਉੱਥੇ ਜਾ ਕੇ ਵੀ ਭਰੀਆਂ ਹੋਈਆਂ ਨੇ। ਸੋ ਬੜੀ ਮੰਦਭਾਗੀ ਗੱਲ ਹੈਗੀ ਇਹ ਔਰ ਸਖਤ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਜੀ ਇਹਦੇ ਸਹੁਰਾ ਪਰਿਵਾਰ ਨੂੰ ਜਿਹੜਾ ਦੋਸ਼ੀ ਹੈ ਔਰ ਇਹਦੇ ਪਤੀ ਨੂੰ। ਜੀ ਅੰਗਰੇਜ਼ੀ ਦੇ ਟੈਸਟ ਪਾਸ ਕਰਕੇ ਕੈਨੇਡਾ ਉਤਰੇ, ਹੁਣ ਸਾਡੇ ਇਹਨਾਂ ਵਿਦਿਆਰਥੀਆਂ ਤੋਂ ਅੰਗਰੇਜ਼ੀ ਬੋਲ ਕੇ ਅਗਲੇ ਜਿਹੜੇ ਨੇ ਦੇਖਦੇ ਆ ਬਾਰਡਰ ਤੇ। ਬਿਨੇ ਹਰੀ ਕਹਿੰਦਾ ਚਾਹੇ 3 ਬੈਂਡ ਹੋਣ ਮੈਂ ਭੇਜੂੰਗਾ। ਪਹਿਲਾਂ ਤਾਂ ਬਿਨੇ ਹਰੀ ਨੂੰ ਲਿਆਉਣਾ ਚਾਹੀਦਾ ਇੱਥੇ, ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ। ਅੱਛਾ ਹੁਣ ਇਹ ਦੱਸਿਓ ਬਈ ਮੁੰਡੇ ਨੇ ਜਿਹੜੇ ਵਿਦਿਆਰਥੀ ਉਹ ਕੀ ਕਹਿ ਰਹੇ ਨੇ? ਗਿੱਲ ਸਾਹਿਬ ਦੇਖੋ ਇਹ ਨਾ ਗੁਜਰਾਤ ਤੋਂ ਜਿਹੜੇ 4 ਜਣੇ ਫੜੇ ਗਏ ਸੀਗੇ ਮੁੰਡੇ, ਉਹਨਾਂ ਤੋਂ ਬਾਅਦ ਇਹ ਕਹਾਣੀ ਤੁਰੀ ਆ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਗੁਜਰਾਤ ਦੇ 4 ਨੌਜਵਾਨ ਜਿਹੜੇ ਉਹ ਕੈਨੇਡਾ ਤੋਂ ਸੇਂਟ ਰੇਗਸ ਨਦੀ ਦੇ ਰਾਹੀਂ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਦੀ ਕਿਸ਼ਤੀ ਪਲਟ ਗਈ। ਅਮਰੀਕਾ ਪੁਲਿਸ ਨੇ ਉਹਨਾਂ ਨੂੰ ਡੁੱਬਣ ਤੋਂ ਬਚਾ ਲਿਆ, ਉਸ ਤੋਂ ਬਾਅਦ ਫੜ ਲਿਆ। ਜਦੋਂ ਫੜੇ ਉਹਨਾਂ ਦੇ 8-8 ਬੈਂਡ ਆਇਲਟਸ ਦੇ ਵਿੱਚੋਂ ਆਏ ਹੋਏ ਔਰ ਜਦੋਂ ਉਸ ਤੋਂ ਬਾਅਦ ਉਹਨਾਂ ਨੂੰ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤਾ, ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਇਹਨਾਂ ਤੋਂ ਸਵਾਲ ਪੁੱਛੇ। ਇਹ ਕਹਿੰਦੇ ਸਾਨੂੰ ਕੁਝ ਨਹੀਂ ਆਉਂਦਾ ਜੀ, +2 ਆ ਅਸੀਂ ਤਾਂ। ਉਹ ਕਹਿੰਦੇ ਵੀ ਤੁਹਾਡੇ 8 ਬੈਂਡ ਆਏ ਹੋਏ ਨੇ ਸਕੋਰ। ਉਸ ਤੋਂ ਬਾਅਦ ਇਹ ਕਹਾਣੀ ਖੁੱਲੀ ਵੀ ਕਿਵੇਂ ਗੁਜਰਾਤ ਦੇ ਵਿੱਚੋਂ ਉਹਨਾਂ ਦੇ 8-8 ਬੈਂਡ ਆਏ। ਉਸ ਤੋਂ ਬਾਅਦ ਗਿੱਲ ਸਾਹਿਬ ਹੁਣ ਗੱਲ ਇਹ ਤੁਰ ਪਈ, ਉਹਨਾਂ ਨੇ ਕਹਾਣੀ ਕੈਨੇਡਾ ਦੀ ਸਰਕਾਰ ਔਰ ਅਮਰੀਕਾ ਦੀ ਸਰਕਾਰ ਦੇ ਸਾਹਮਣੇ ਖੋਲਤੀ ਵੀ ਬੈਂਡ ਨੇ ਜਿਹੜੇ ਉਹ ਜਾਲੀ ਵੀ ਮਿਲ ਜਾਂਦੇ ਨੇ। ਤਾਂ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਕੈਨੇਡਾ ਦੇ ਵਿੱਚ ਵੀ ਇੱਥੋਂ ਜਿਹੜੇ ਜਾ ਰਹੇ ਨੇ ਨੌਜਵਾਨ, ਉਹਨਾਂ ਤੋਂ ਕੁਝ ਤੋਂ ਸਵਾਲ ਪੁੱਛੇ ਜਾਂਦੇ ਨੇ। ਜਿਵੇਂ 2 ਨੌਜਵਾਨ ਗਏ ਪਿਛਲੇ ਦਿਨੀ, ਉਹਨਾਂ ਤੋਂ ਅੰਗਰੇਜ਼ੀ ਦੇ ਵਿੱਚ ਪੁੱਛਿਆ ਗਿਆ ਵੀ ਨੇਮ ਦੇ ਸਪੈਲਿੰਗ, ਪਲੇਸ ਦੇ ਸਪੈਲਿੰਗ, ਸਬਜੈਕਟ ਦੇ ਸਪੈਲਿੰਗ ਉਹ ਦੱਸ ਨਹੀਂ ਪਾਏ। ਉਦੋਂ ਬਾਅਦ ਉਹਨਾਂ ਨੂੰ ਗਿੱਲ ਸਾਹਿਬ ਦਿੱਲੀ ਤੋਂ ਜਿਹੜਾ ਔਰ ਦਿੱਲੀ ਔਰ ਮੁੰਬਈ ਵਾਪਸ ਜਿਹੜਾ ਦੋਨਾਂ ਨੂੰ ਭੇਜਤਾ। ਤਾਂ ਇਹ ਗੱਲਾਂ ਨੇ ਜਿਹੜੀਆਂ ਹੋਰ ਵੀ ਕਈਆਂ ਦੇ ਕੇਸਾਂ ਦੇ ਵਿੱਚ ਸਾਹਮਣੇ ਆ ਰਹੀਆਂ। ਭਾਵੇਂ ਉਹ ਗਿੱਲ ਸਾਹਿਬ ਕੋਈ ਉਸ ਤਰ੍ਹਾਂ ਦੀ ਇੰਟਰਵਿਊ ਨਹੀਂ ਦਿੰਦੇ, ਆ ਕੇ ਜੱਕਦੇ ਨੇ, ਇੱਕ ਮਨ ਦੇ ਵਿੱਚ ਜਿਹੜਾ ਡਰ ਵੀ ਪੈ ਜਾਂਦਾ। ਲੇਕਿਨ ਜਿਸ ਤਰ੍ਹਾਂ ਦੀ ਸਥਿਤੀ ਬਣੀ ਉਹ ਸਥਿਤੀ ਇਹ ਦੱਸਦੀ ਹੈਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਖਤਾਈ ਆ ਜਿਹੜੀ ਉਹ ਇਸ ਵਿਸ਼ੇ ਦੇ ਉੱਤੇ ਹੋ ਸਕਦੀ ਆ ਜੀ। ਅੱਛਾ ਜੀ, ਇੱਕ ਰਾਸ਼ਟਰਮੰਡਲ ਖੇਡਾਂ 'ਚ ਇੱਥੇ ਵਸੇ ਪੰਜਾਬ 'ਚ ਤਾਂ ਤੁੱਕੀ ਕੱਢੀ ਜਾਂਦੇ ਨੇ, ਅਮਰ ਢੇਸੀ ਹੋਣੀ ਤਮਗੇ ਤੇ ਤਮਕਾ ਖੜਕਦਾ। ਤੇ ਭਾਰਤ ਦੀ ਬਾਰੇ ਵੀ ਦੱਸਿਓ ਕਿੰਨੇ ਕੁ ਤਮਗੇ ਲਏ ਨੇ? ਜੀ ਗਿੱਲ ਸਾਹਿਬ, ਭਾਰਤ ਨੇ ਵੀ 61 ਤਗਮੇ ਨੇ ਜਿਹੜੇ ਉਹ ਬਰਮਿੰਘਮ ਦੇ ਵਿੱਚ ਜਿਹੜੀਆਂ ਰਾਸ਼ਟਰਮੰਡਲ ਖੇਡਾਂ ਹੋਈਆਂ ਉਹਦੇ 'ਚ ਹੁਣ ਤੱਕ ਲਏ ਨੇ। 22 ਸੋਨੇ ਦੇ, 16 ਚਾਂਦੀ ਦੇ, 23 ਕਾਂਸੀ ਦੇ ਜਿਹੜੇ ਤਗਮੇ ਨੇ ਉਹ ਸ਼ਾਮਲ ਨੇ। ਕੁਸ਼ਤੀ ਤੇ ਭਾਰ ਤੋਲਣ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਆ ਜਿਹੜਾ ਉਹ ਵਧੀਆ ਰਿਹਾ। ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੇ ਪਹਿਲਵਾਨਾਂ ਨੇ ਕੁਸ਼ਤੀ ਦੇ ਸਾਰੇ 12 ਵਰਗਾਂ ਦੇ ਵਿੱਚ ਤਗਮੇ ਨੇ ਜਿਹੜੇ ਉਹ ਜਿੱਤੇ ਨੇ। ਕੈਨੇਡਾ ਤੋਂ ਬਾਅਦ ਭਾਰਤ ਨੇ ਰਾਸ਼ਟਰਮੰਡਲ ਖੇਡਾਂ 'ਚ ਸਭ ਤੋਂ ਵੱਧ ਤਮਗੇ ਨੇ ਜਿਹੜੇ ਉਹ ਕੁਸ਼ਤੀ ਦੇ ਵਿੱਚ ਜਿੱਤੇ ਨੇ। ਕੁਸ਼ਤੀ 'ਚ ਰੂਸ, ਜਾਪਾਨ, ਇਰਾਨ, ਅਮਰੀਕਾ ਤੇ ਕਜ਼ਾਕਿਸਤਾਨ ਵਰਗੇ ਦੇਸ਼ ਸਭ ਤੋਂ ਉੱਤੇ ਮੰਨੇ ਜਾਂਦੇ ਨੇ ਤੇ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਨਹੀਂ ਹੈਗੇ, ਜਿਸ ਕਰਕੇ ਭਾਰਤ ਤੇ ਕੈਨੇਡਾ ਦਾ ਜਿਹੜਾ ਨਾਈਜੀਰੀਆ ਦੇ ਨਾਲ ਇੱਥੇ ਮੁਕਾਬਲਾ ਹੋਇਆ ਔਰ ਭਾਰਤ ਤੇ ਕੈਨੇਡਾ ਨੇ ਚੰਗਾ ਪ੍ਰਦਰਸ਼ਨ ਹੈਗਾ ਜਿਹੜਾ ਉਹ ਕੀਤਾ। ਭਾਰਤ ਗਿੱਲ ਸਾਹਿਬ ਚੌਥੇ ਨੰਬਰ ਦੇ ਉੱਤੇ ਜਿਹੜਾ ਮੈਡਲਾਂ ਦੇ ਮਸਲੇ ਦੇ ਵਿੱਚ ਉਹ ਆਇਆ ਗਾ ਰਾਸ਼ਟਰਮੰਡਲ ਖੇਡਾਂ ਦੇ ਵਿੱਚ, ਕਿਉਂਕਿ ਕੁਝ ਦੇਸ਼ ਰੂਸ, ਚੀਨ ਵਰਗੇ, ਅਮਰੀਕਾ ਵਰਗੇ ਦੇ 'ਚ ਹਿੱਸਾ ਨਹੀਂ ਲੈ ਰਹੇ। ਕਾਰਨ ਇਹੀ ਹੈਗਾ ਕਿ ਅੰਗਰੇਜ਼ ਹਕੂਮਤ ਵੇਲੇ ਦੀਆਂ ਖੇਡਾਂ ਨੇ, ਜਿੱਥੇ ਜਿੱਥੇ ਉਹਨਾਂ ਦਾ ਰਾਜ ਸੀ ਉਹਨਾਂ ਮੁਲਕਾਂ ਦੀਆਂ ਅਸਲ ਦੇ ਵਿੱਚ ਇਹ ਖੇਡਾਂ ਨੇ ਜਿਹੜੀਆਂ ਉਹ ਚੱਲ ਰਹੀਆਂ। ਸੋ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਆ ਜਿਹੜਾ ਇਹਦੇ 'ਚ ਬਹੁਤ ਵਧੀਆ ਔਰ ਵਧਾਈ ਦੇ ਪਾਤਰ ਨੇ। ਕੈਨੇਡਾ ਦੇ ਵਿੱਚ ਵੀ ਗਿੱਲ ਸਾਹਿਬ ਜਿਹੜੇ ਕੁਝ ਨੌਜਵਾਨ ਜਿੱਤੇ ਨੇ ਉਹ ਨਜ਼ਰ ਆਉਂਦੇ ਨੇ ਕਿ ਪੰਜਾਬੀ ਮੂਲ ਦੇ ਨੇ, ਭਾਰਤੀ ਮੂਲ ਦੇ ਨੇ, ਤਾਂ ਉਹ ਵੀ ਆਪਣੀ ਨੇ ਬੜੀ ਖੁਸ਼ੀ ਜਿਹੜੀ ਆ ਉਹ ਜ਼ਾਹਰ ਹੁੰਦੀ ਹੈ। ਸੋ ਭਾਰਤ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਜੀ ਗਿੱਲ ਸਾਹਿਬ। 1947 ਦੇ ਜਿਹੜੇ ਜ਼ਖਮ ਨੇ
ਪੰਜਾਬ ਨੂੰ ਜਿਹਨੇ ਵੱਢਿਆ ਉਹ ਬੜੇ ਬਹੁਤ ਬੇਕਿਰਕ ਨੇ। ਬਹੁਤ ਕੁਝ ਲਾਹੌਰ 'ਚ ਸਾਡਾ ਰਹਿ ਗਿਆ। ਸਿਆਦਤ ਹਸਨ ਮੰਟੋ ਜਦ ਵਿਕਟੋਰੀਆ ਬੱਗੀ 'ਚ ਤੇ ਟਾਂਗੇ ਦੇ ਵਿੱਚ ਸ਼ੇਰਬਾਨੀ ਤੇ ਸਲਵਾਰ ਤੇ ਥੱਲੇ ਕੱਢੀਵੀਂ ਜੁੱਤੀ ਪਾ ਕੇ ਫਿਰਦਾ, ਸ਼ਰਬਤ ਦੀਆਂ ਘੁੱਟਾਂ ਦੇ ਵਿੱਚ ਜੇ ਕਿਤੇ ਤੁਸੀਂ ਪੜ੍ਹੋ ਗਾਰਗੀ ਨੂੰ, ਉਹ ਲਾਹੌਰ ਤੋਂ ਬਾਹਰ ਹੀ ਨਹੀਂ ਨਿਕਲਦਾ। ਲਾਹੌਰ ਇੰਨਾ ਸੋਹਣਾ, ਬਹੁਤ ਦੁੱਖ, ਬਹੁਤ ਜ਼ੁਲਮ ਦੀ ਦਾਸਤਾਂ ਜੇ ਕਹਾਣੀਆਂ ਹਲੇ ਤੱਕ ਲੋਕਾਂ ਤੱਕ ਪਹੁੰਚੀਆਂ ਨਹੀਂ, ਮੈਂ ਸ਼ੁਰੂ ਕਰਨੀਆਂ ਨੇ ਹੁਣ, ਉਹ ਸੁਣਾਉਣੀਆਂ। 75 ਸਾਲਾਂ ਬਾਅਦ ਚਾਚਾ ਭਤੀਜਾ ਮਿਲੇ ਜੀ ਫੇਰ ਵੰਡ ਤੋਂ ਬਾਅਦ। ਜੀ ਗਿੱਲ ਸਾਹਿਬ 75 ਸਾਲਾਂ ਬਾਅਦ ਇਹ ਚਾਚਾ ਭਤੀਜਾ ਮਿਲੇ ਨੇ। ਵਾਕਈ ਜਿਵੇਂ ਤੁਸੀਂ ਜ਼ਿਕਰ ਕੀਤਾ, ਸੈਲੀਬ੍ਰੇਟ ਕੀਤਾ ਜਾਂਦਾ ਅੱਜ ਦੇ ਸਮੇਂ ਦੇ ਵਿੱਚ 15 ਅਗਸਤ ਨੂੰ, ਔਰ ਭਾਰਤੀ ਹਕੂਮਤ ਨੇ ਪੂਰਾ ਜ਼ੋਰ ਲਾ ਰੱਖਿਆ 15 ਅਗਸਤ ਨੂੰ ਸੈਲੀਬ੍ਰੇਟ ਕਰਨ ਦੇ ਲਈ। ਪਰ ਉਸ ਵਕਤ ਜਿਹੜੀ 1947 'ਚ ਵੰਡ ਹੋਈ ਨਾ, ਉਹ ਹੋਈ ਪੰਜਾਬ ਦੀ ਤੇ ਬੰਗਾਲ ਦੀ। ਜੇ ਇਹਨਾਂ ਦੋਨੇ ਸੂਬਿਆਂ ਦੇ ਲੋਕਾਂ ਨੂੰ ਪੁੱਛੀਏ ਗਿੱਲ ਸਾਹਿਬ, ਉਹ ਆਜ਼ਾਦੀ ਨਹੀਂ ਕਹਿੰਦੇ ਪੁਰਾਣੇ ਬਜ਼ੁਰਗ। ਕੋਈ ਵੱਡਾ ਟੁੱਕੀ ਕਹੂਗਾ, ਕੋਈ ਹੱਲਿਆਂ ਵੇਲੇ ਕਹੂਗਾ, ਕੋਈ ਕਤਲੇਆਮ ਵੇਲੇ ਕਹੂਗਾ। ਇਦਾਂ ਦੇ ਸ਼ਬਦ ਨੇ ਜਿਹੜੇ ਉਹਨਾਂ ਦੇ ਹੁੰਦੇ ਨੇ। ਲੱਖਾਂ ਲੋਕ ਬੇਘਰ ਹੋਏ, ਲੱਖਾਂ ਔਰਤਾਂ ਦੀ ਇੱਜ਼ਤ ਲੁੱਟੀ ਗਈ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਉਜਾੜੇ ਹੋਏ। ਤਾਂ ਇਹ ਵੀ ਪਰਿਵਾਰ ਜਿਹੜਾ 75 ਸਾਲਾਂ ਬਾਅਦ ਅੱਜ ਚਾਚਾ ਭਤੀਜਾ ਮਿਲੇ ਨੇ। ਅੱਜ ਇਹ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ 75 ਸਾਲਾਂ ਬਾਅਦ ਮਿਲੇ ਨੇ। 1947 ਦੀ ਵੰਡ ਦੇ ਵਿੱਚ ਹੋਏ ਦੰਗਿਆਂ ਦੇ ਵਿੱਚ ਗਿੱਲ ਸਾਹਿਬ ਹੋਇਆ ਇਹ ਸੀਗਾ ਕਿ 6 ਸਾਲ ਦਾ ਮੋਹਨ ਸਿੰਘ ਪਾਕਿਸਤਾਨ ਰਹਿ ਗਿਆ ਸੀ, ਔਰ ਉਹਦੇ ਪਰਿਵਾਰ ਦੇ 22 ਜਾਣੇ ਨੇ ਜਿਹੜੇ ਉਹ ਕਤਲੇਆਮ ਦੇ ਵਿੱਚ ਮਾਰੇ ਗਏ ਸੀ। ਮੋਹਨ ਸਿੰਘ ਦੇ ਪਰਿਵਾਰ ਦੇ 22 ਜਾਣੇ ਮਾਰਨ ਤੋਂ ਬਿਨਾਂ 2-3 ਜਾਣੇ ਨੇ ਜਿਹੜੇ ਉਹ ਭਾਰਤ ਆ ਗਏ ਸੀ, ਪੰਜਾਬ ਆ ਗਏ ਸੀ। ਜਲੰਧਰ ਲਾਗੇ ਇੱਕ ਪਿੰਡ ਦੇ ਵਿੱਚ ਉਹ ਵਸ ਗਏ ਸੀ। ਮੋਹਨ ਸਿੰਘ 6 ਸਾਲਾਂ ਦੇ ਬੱਚਾ ਇਕੱਲਾ ਰਹਿ ਗਿਆ ਉੱਥੇ। ਉਹਨੂੰ ਇੱਕ ਮੁਸਲਮਾਨ ਪਰਿਵਾਰ ਨੇ ਜਿਹੜਾ ਉਹ ਪਾਲਿਆ, ਔਰ ਮੋਹਨ ਸਿੰਘ ਮੁਸਲਮਾਨ ਪਰਿਵਾਰ ਨੇ ਪਾਲਿਆ ਤਾਂ ਮੋਹਨ ਸਿੰਘ ਤੋਂ ਅਬਦੁਲ ਖਾਲਿਕ ਬਣ ਗਿਆ। ਮੁਸਲਮਾਨ ਨਾਂ ਉਹਨਾਂ ਨੇ ਦੇ ਦਿੱਤਾ, ਅਬਦੁਲ ਖਾਲਿਕ ਬਣ ਗਿਆ ਮੋਹਨ ਸਿੰਘ ਤੋਂ। ਔਰ ਗਿੱਲ ਸਾਹਿਬ 75 ਸਾਲ ਪਿਛਲੇ ਇਵੇਂ ਹੀ ਚੱਲਦਾ ਰਿਹਾ। ਨਾ ਅਬਦੁਲ ਖਾਲਿਕ ਨੂੰ ਇੱਧਰਲੇ ਪਰਿਵਾਰ ਬਾਰੇ ਪਤਾ, ਨਾ ਇੱਧਰਲੇ ਪਰਿਵਾਰ ਨੂੰ ਉਹਦੇ ਚਾਚੇ ਸਰਵਣ ਸਿੰਘ ਨੂੰ ਉੱਧਰ ਬਾਰੇ ਪਤਾ। ਹੋਇਆ ਕੀ ਗਿੱਲ ਸਾਹਿਬ ਕਿ ਪਾਕਿਸਤਾਨ ਦੇ ਇੱਕ ਯੂਟਿਊਬਰ ਨੇ ਵੀਡੀਓ ਬਣਾਈ। ਉਹ ਮਤਲਬ ਵੀਡੀਓ ਬਣਾ ਰਿਹਾ ਕਿ ਜਿਹੜੇ ਲੋਕ ਜੰਗ ਵੇਲੇ, ਉਹ ਵੰਡ ਵੇਲੇ ਜਿਹੜਾ ਵਿਛੜੇ ਇੱਕ ਦੂਜੇ ਤੋਂ, ਉਹਨਾਂ ਦੀਆਂ ਵੀਡੀਓ ਬਣਾ ਕੇ YouTube ਤੇ ਪਾ ਰਿਹਾ। ਉਹਨੇ ਵੀਡੀਓ ਬਣਾਈ ਮੋਹਨ ਸਿੰਘ ਦੀ, ਅਬਦੁਲ ਖਾਲਿਕ ਦੀ। ਔਰ ਮੋਹਨ ਸਿੰਘ ਦੀ ਉਹਨੇ ਵੀਡੀਓ ਬਣਾਈ, ਉਹਨੇ ਦੱਸਿਆ ਵੀ ਮੇਰੇ ਇੱਕ ਗੂਠਾ ਜਿਹੜਾ ਵੱਧਦਾ ਲੈਫਟ ਹੈਂਡ ਦੇ ਉੱਤੇ, ਇੱਕ ਡੁਪਲੀਕੇਟ ਗੂਠਾ ਹੈ, 2 ਗੂਠੇ ਨੇ ਮੇਰੇ, ਔਰ ਮੈਂ ਇਹ ਗੂਠੇ ਦੀ ਉਹ ਕਹਿੰਦਾ ਵੀਡੀਓ ਬਣਾਓ। ਵੀਡੀਓ ਦੇ ਵਿੱਚ ਕਹਿ ਰਿਹਾ ਔਰ ਮੈਂ ਵੰਡ ਵੇਲੇ ਕਹਿੰਦਾ ਵਿਛੜਿਆ। ਇੱਧਰ ਗਿੱਲ ਸਾਹਿਬ ਪੰਜਾਬ ਦੇ ਇੱਕ ਯੂਟਿਊਬਰ ਨੌਜਵਾਨ ਨੇ, ਉਹਨੇ ਵੀਡੀਓ ਬਣਾਈ ਉਹਦੇ ਚਾਚੇ ਦੀ, ਸਰਵਣ ਸਿੰਘ ਦੀ, ਜਿਹੜਾ ਜਲੰਧਰ ਲਾਗੇ ਇੱਕ ਪਿੰਡ ਦੇ ਵਿੱਚ ਰਹਿੰਦਾ। ਅੱਜ ਕੱਲ੍ਹ ਕੈਨੇਡਾ ਰਹਿੰਦਾ ਵੈਸੇ ਉਹ ਤਾਂ ਵੈਸੇ ਹੀ ਇਤਫਾਕ ਦੇ ਨਾਲ ਪੰਜਾਬ ਆਇਆ ਹੋਇਆ ਸੀਗਾ, ਕੈਨੇਡਾ ਆਪਦੇ ਬੇਟੇ ਕੋਲ ਰਹਿੰਦਾ। ਔਰ ਉਹਦੀ ਵੀਡੀਓ ਬਣਾਈ ਪੰਜਾਬ ਦੇ ਇੱਕ ਯੂਟਿਊਬਰ ਨੇ। ਉੱਥੇ ਉਹ ਕਹਿੰਦਾ ਮੇਰਾ ਭਤੀਜਾ 6 ਸਾਲ ਦਾ ਸੀ ਉਸ ਵਕਤ, ਉਹ ਪਾਕਿਸਤਾਨ ਰਹਿ ਗਿਆ ਸੀ। ਉਹ ਵੀ ਗੂਠੇ ਦਾ ਜ਼ਿਕਰ ਕਰਦਾ ਕਿ ਉਹਦੇ ਇੱਕ ਗੂਠਾ ਵੱਧ ਸੀਗਾ। ਆਸਟ੍ਰੇਲੀਆ ਬੈਠਾ ਇੱਕ ਵਿਅਕਤੀ, ਉਹਨੇ ਦੋਨੇ ਵੀਡੀਓ ਸੁਣੀਆਂ ਗਿੱਲ ਸਾਹਿਬ, ਇਤਫਾਕ ਦੇਖੋ। ਉਹਨੇ ਪਾਕਿਸਤਾਨ ਵਾਲੀ ਵੀ ਵੀਡੀਓ ਸੁਣੀ, ਉਹਨੇ ਪੰਜਾਬ ਵਾਲੇ ਯੂਟਿਊਬਰ ਦੀ ਵੀਡੀਓ, ਦੋਨੇ ਯੂਟਿਊਬਰਾਂ ਦੀਆਂ ਵੀਡੀਓ ਸੁਣੀਆਂ। ਉਹਨੂੰ ਗੂਠੇ ਵਾਲੀ ਗੱਲ ਆ ਜਿਹੜੀ ਦੋਨਾਂ 'ਚ ਸੇਮ ਮਿਲੀ। ਉਸ ਤੋਂ ਬਾਅਦ ਉਹਨੇ ਦੋਨੇ ਪਾਸੇ ਫੋਨ ਕੀਤੇ ਕਿ ਭਾਈ ਤੁਹਾਡੇ ਪਰਿਵਾਰ ਇਸ ਤਰੀਕੇ ਦੇ ਨਾਲ ਇੱਕ ਨੇ। ਉੱਥੋਂ ਕਹਾਣੀ ਜਿਹੜੀ ਜੁੜੀ, ਕਰਤਾਰਪੁਰ ਸਾਹਿਬ ਦਾ ਲਾਂਘਾ ਸਬੱਬ ਬਣਿਆ ਤੇ ਅੱਜ ਦੋਨੇ ਚਾਚਾ ਭਤੀਜਾ ਤੇ ਉਹਨਾਂ ਦੇ ਪਰਿਵਾਰ ਨੇ ਜਿਹੜੇ ਮਿਲੇ ਨੇ। ਔਰ ਮੋਹਨ ਸਿੰਘ ਦੀ ਸਕੀ ਭੈਣ ਵੀ ਕੈਨੇਡਾ ਦੇ ਵਿੱਚ ਹੈ, ਮੋਹਨ ਸਿੰਘ ਦਾ ਚਾਚਾ ਵੀ ਜਿਹੜਾ ਕੈਨੇਡਾ ਦੇ ਵਿੱਚ ਹੈ, ਉਹ ਤਾਂ ਇਤਫਾਕ ਨਾਲ ਇੱਥੇ ਆਇਆ ਸੀ। ਭੈਣ ਇਸ ਵਕਤ ਵੀ ਕੈਨੇਡਾ ਦੇ ਵਿੱਚ। ਹੁਣ ਭੈਣ ਵੀ ਆਉਣ ਵਾਲੇ ਦਿਨਾਂ 'ਚ ਕਹਿੰਦੀ ਮੈਂ ਭਰਾ ਨੂੰ ਪਾਕਿਸਤਾਨ ਮਿਲਣ ਜਾਊਂਗੀ। ਤਾਂ ਜਿਹੜਾ ਚਾਚਾ, ਉਹਦੀ ਉਮਰ ਗਿੱਲ ਸਾਹਿਬ 92 ਸਾਲ ਦੀ ਹੋ ਚੁੱਕੀ ਹੈ, 92 ਸਾਲ ਦੀ ਉਮਰ ਦੇ ਵਿੱਚ ਮਿਲਿਆ ਅੱਜ। ਔਰ ਜਿਹੜਾ ਭਤੀਜਾ ਗਾ ਮੋਹਨ ਸਿੰਘ, ਉਹਦੀ ਉਮਰ ਆ ਜਿਹੜੀ 81 ਸਾਲ ਦੀ ਹੋ ਚੁੱਕੀ ਆ। ਤਾਂ 81 ਸਾਲ ਤੇ 92 ਸਾਲ ਦੀ ਉਮਰ ਦੇ ਵਿੱਚ ਚਾਚੇ ਭਤੀਜੇ ਦਾ ਮੇਲ ਹੋਇਆ। ਔਰ ਚੰਗੀ ਗੱਲ ਆ, ਬੜੀ ਖੁਸ਼ੀ ਦੀ ਗੱਲ ਹੈ ਇਹ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਕੋਈ ਵਿਛੜੇ ਹੋਏ ਨੇ ਪਰਿਵਾਰ, ਆਸ ਉਮੀਦ ਕਰਾਂਗੇ ਕਿ ਉਹ ਵੀ ਮਿਲਣ। ਜੀ ਗਿੱਲ ਸਾਹਿਬ ਬਿਲਕੁਲ ਜੀ, ਦੋਨੇ ਸਰਕਾਰਾਂ ਦਾ ਹੀ ਧੰਨਵਾਦ ਕਰਨਾ ਬਣਦਾ ਹੈ, ਇਮਰਾਨ ਖਾਨ ਉਹਨਾਂ ਦਾ ਤੇ ਮੋਦੀ ਸਰਕਾਰ ਦਾ, ਜਿਨ੍ਹਾਂ ਨੇ ਇਹ ਜਿਹੜਾ ਲਾਂਘਾ ਖੋਲ੍ਹਿਆ ਜਿਹਦੇ ਕਰਕੇ ਵਿਛੜੇ ਮਿਲ ਰਹੇ ਨੇ। ਧੰਨਵਾਦ। ਤੇ ਕੱਲ੍ਹ ਨੂੰ ਸਵੇਰੇ ਫੇਰ ਸਾਂਝ ਤੁਹਾਡੇ ਨਾਲ ਪਵੇਗੀ। ਖਿਆਲ ਰੱਖਣਾ ਆਪਣਾ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਪਿਛਲੇ 3 ਦਿਨਾਂ ਤੋਂ, ਰਾਦਰ 4 ਦਿਨਾਂ ਤੋਂ
ਗਾਜ਼ਾ ਦੇ ਵਿੱਚ ਇਜ਼ਰਾਈਲ ਹਮਲੇ ਕਰ ਰਿਹਾ, ਹਵਾਈ ਹਮਲੇ, ਜਿਹਦੇ ਵਿੱਚ 44 ਫਲਸਤੀਨੀ ਮਾਰੇ ਗਏ ਨੇ, ਜਿਸ 'ਚੋਂ 15 ਬੱਚੇ ਨੇ ਜਿਨ੍ਹਾਂ ਦੀ ਉਮਰ 4 ਤੋਂ ਲੈ ਕੇ 17-18 ਸਾਲ ਤੱਕ ਆ। 4 ਸਾਲ ਦੇ, 5 ਸਾਲ ਦੇ, 9 ਸਾਲ ਦੇ, 11 ਸਾਲ ਦੇ, 13 ਸਾਲ ਦੇ, 16 ਤੇ 17, 18। ਹਸਪਤਾਲ ਗਾਜ਼ਾ ਦੇ ਵਿੱਚ ਕੋਈ ਹੈ, ਉਹ ਗਾਜ਼ਾ ਦੇ ਹਸਪਤਾਲ ਦੀਆਂ ਨੀਹਾਂ ਜਿਹੜੀਆਂ ਨੇ ਹਿੱਲ ਗਈਆਂ ਨੇ। ਹਸਪਤਾਲ ਵੀ ਜਿਹੜਾ ਕਦੇ ਕਲੈਪਸ ਹੋ ਸਕਦਾ ਹੈ, ਤੇ ਕੋਈ ਨਹੀਂ ਪੁੱਛਣ ਵਾਲਾ, ਕੋਈ ਨਹੀਂ ਗਿਣਨ ਵਾਲਾ। ਖੂੰਜੇ ਲਾ ਕੇ ਗਾਜ਼ਾ ਦਾ ਜਿਹੜਾ ਏਰੀਆ, ਤੇ ਉਸ ਤੋਂ ਬਾਅਦ ਥੋੜ੍ਹਾ ਜਿਹੜਾ ਵੈਸਟ ਬੈਂਕ ਦਾ ਏਰੀਆ ਦੇ ਕੇ, ਵੈਸਟ ਬੈਂਕ, ਗਾਜ਼ਾ ਬਿਲਕੁਲ ਪਾਣੀ ਦੇ ਕੰਢੇ ਆ, ਵੈਸਟ ਬੈਂਕ ਅੱਧ ਦੇ ਵਿੱਚ, ਉਹਦੇ ਆਲੇ ਦੁਆਲੇ ਸਾਰੀਆਂ ਹੀ ਜਿਹੜੀਆਂ ਬਸਤੀਆਂ ਇਜ਼ਰਾਈਲ ਉਸਾਰ ਰਿਹਾ। ਬਹੁਤ ਵੱਡੀ ਸਪੋਰਟ ਸੀ ਕਿਸੇ ਸਮੇਂ ਅਰਬ ਵਰਲਡ ਵੱਲੋਂ, ਤੇ ਹੌਲੀ ਹੌਲੀ ਕਰਕੇ ਉਹ ਖਤਮ ਹੋ ਗਈ। ਪਿਛਲੇ ਦਿਨੀ ਜਾਰਡਨ ਦੇ ਸ਼ਾਹ ਨੇ ਮੁਲਾਕਾਤ ਕੀਤੀ ਹੈ ਪ੍ਰਾਈਮ ਮਿਨਿਸਟਰ ਨਾਲ, ਇਜ਼ਰਾਈਲ ਦੇ ਨਾਲ। UAE, ਸੰਯੁਕਤ ਅਮੀਰਾਤ ਨਾਲ ਸਿੱਧੀਆਂ ਗੱਲਾਂ ਇਜ਼ਰਾਈਲ ਦੀਆਂ, ਉਸ ਤੋਂ ਬਾਅਦ ਸਾਊਦੀ ਅਰਬ ਨਾਲ ਸਿੱਧੀਆਂ ਗੱਲਾਂ। ਬਸ ਕੀ ਰਹਿ ਗਿਆ ਹੁਣ? ਈਰਾਨ ਰਹਿ ਗਿਆ ਇੱਕ। ਹਿਜ਼ਬੁੱਲਾ ਬੈਠਾ ਲੈਬਨਾਨ ਦੇ ਵਿੱਚ, ਤਾਂ ਉਹਨਾਂ ਦਾ ਥੋੜ੍ਹਾ ਜਿਹਾ, ਲੈਬਨਾਨ ਦੇ ਵਿੱਚ ਹਿਜ਼ਬੁੱਲਾ ਦਾ ਵੀ ਹਾਲ ਮਾੜਾ ਹੈ। ਤੇ ਹੁਣ ਪਿੱਛੇ ਜਦ ਅਮਰੀਕਾ ਦੀ ਸਿਟੀਜ਼ਨ ਤੇ ਫਲਸਤੀਨੀ ਇਸਤਰੀ ਐਕਲਾਈ, ਜਿਹੜੀ ਬਹੁਤ ਚਿਰਾਂ ਦੀ ਉੱਥੇ ਪੱਤਰਕਾਰਤਾ ਕਰ ਰਹੀ ਹੈ, ਉਹਦੇ ਗੋਲੀ ਮਾਰ ਕੇ ਸ਼ਰੇਆਮ ਉਸ ਦਾ ਕਤਲ ਹੋਇਆ। ਫਲਸਤੀਨੀਆਂ ਦਾ ਹਾਲ ਮਾੜਾ ਹੈ। ਇਜ਼ਰਾਈਲ ਬਹੁਤ ਜ਼ੋਰਾਂ 'ਤੇ ਹੈ। ਬਹੁਤ ਜਗ੍ਹਾ ਮਿਲਦੀ ਸੀ 67 ਦੇ ਵਿੱਚ ਜਾਂ ਲੜਾਈ ਹੋਈ ਹੈ, ਅਰਬ ਵਾਲਿਆਂ ਦਾ ਨਾਂ ਸੁਣ ਕੇ, ਨਹੀਂ ਅਸੀਂ ਸਾਰੀ ਉਹ ਲਾਵਾਂਗੇ। ਯੂਨਾਈਟਿਡ ਨੇਸ਼ਨ ਐਂਟਰ ਹੋ ਕੇ ਸਭ ਕੁਛ ਦੇ ਰਹੇ ਸੀ ਵੀ ਅਧਿਕਾਰਤ ਖੇਤਰ ਲੈ ਲਓ। ਬਸ ਜਿਉਂ ਕਿਸੇ ਦੀ ਪੂੰਛ 'ਤੇ ਚੜ੍ਹੇ, ਨਾ ਹੁਣ ਕੋਈ ਲੱਭਦਾ ਹੈ, ਨਾ ਪੂੰਛ ਲੱਭਦੀ ਹੈ, ਨਾ ਬੰਦਾ ਲੱਭਦਾ, ਕੋਈ ਵੀ ਨਹੀਂ ਕੁਛ ਲੱਭਦਾ। ਗਾਜ਼ਾ ਦੇ ਵਿੱਚ ਹਾਲ ਬਹੁਤ ਮਾੜੇ ਨੇ। ਤੇ ਰਸ਼ੀਅਨ ਜਿਹੜੇ ਵੈਪਨ ਯੂਕਰੇਨ ਦੇ ਵਿੱਚ ਫੜੇ ਗਏ ਨੇ, ਜਦ ਉਹਨਾਂ ਨੂੰ ਡਿਸਮੈਂਟਲ ਕੀਤਾ, ਉਹਨਾਂ ਦੇ ਵਿੱਚ ਜਿਹੜੇ ਪੁਰਜ਼ੇ ਨੇ ਉਹ ਸਾਰੇ ਵੈਸਟ ਦੇ ਬਣੇ ਹੋਏ ਨੇ। ਜ਼ਿਆਦਾ ਜਿਹੜੀਆਂ US ਬੇਸਡ ਕੰਪਨੀਆਂ ਦੇ 2/3 ਜਿਹੜੇ ਕੰਪੋਨੈਂਟਸ ਨੇ ਉਹ ਅਮਰੀਕਨ ਕੰਪਨੀਆਂ ਦੇ ਬਣੇ ਨੇ। ਤੇ ਸਮਝ ਨਹੀਂ ਆਉਂਦੀ ਅਮਰੀਕਾ ਨੇ ਕਿਸ ਤਰ੍ਹਾਂ ਉਹਨੂੰ, ਜਿਹੜਾ ਰਾਇਲ ਯੂਨਾਈਟਿਡ ਸਰਵਿਸ ਇੰਸਟੀਟਿਊਟ ਨੇ, ਇਹ ਥਿੰਕ ਟੈਂਕ ਨੇ, ਜਿਹੜੇ 27 ਵੈਪਨ ਸਿਸਟਮ ਜਿਹੜੇ ਨੇ, ਕਰੂਜ਼ ਮਿਸਲ ਤੋਂ 에ਅਰ ਡਿਫੈਂਸ, ਤੇ ਜਦ ਇਹਨਾਂ ਨੂੰ ਖੋਲ੍ਹਿਆ, ਉਹਦੇ ਵਿੱਚ US ਦੇ ਕੰਪਨੀਆਂ ਦੇ ਬਣਾਏ ਹੋਏ ਕੰਪੋਨੈਂਟਸ ਨੇ, ਜਿਹੜੇ ਰਸ਼ੀਆ ਨੇ ਯੂਕਰੇਨ ਦੇ ਖਿਲਾਫ ਜਿਹੜੇ ਵਰਤੇ ਨੇ। ਹੋਰ ਦੇਸ਼ਾਂ 'ਚ ਜਾਪਾਨ, ਸਾਊਥ ਕੋਰੀਆ, ਜਰਮਨੀ, ਸਵਿਟਜ਼ਰਲੈਂਡ, ਨੈਦਰਲੈਂਡਸ ਤੇ UK। ਤੇ ਰਸ਼ੀਅਨ ਵੈਪਨ ਜਿਹੜੇ ਨੇ, ਉਹਨਾਂ ਕਰੂਜ਼ ਮਿਸਾਈਲ ਆ, ਉਹਨਾਂ ਦੀ ਇੱਕ 9M727 ਮੋਸਟ ਐਡਵਾਂਸਡ ਵੈਪਨ ਹੈ, ਤੇ ਉਹਦੇ ਵਿੱਚ 31 ਫੋਰਨ ਕੰਪੋਨੈਂਟਸ ਨੇ। US ਦੀ ਵਿੱਚ ਟੈਕਸਸ ਇੰਸਟਰੂਮੈਂਟ ਇੰਕ ਕੰਪਨੀਆਂ ਦੇ ਐਡਵਾਂਸਡ ਮਾਈਕਰੋ ਡਿਵਾਈਸਿਸ, ਸਾਈਪਰਸ ਸੈਮੀਕੰਡਕਟਰ, ਤੇ ਜਰਮਨ ਕੰਪਨੀ ਹੈ ਇੱਕ। ਸਮਝ ਨਹੀਂ ਆਉਂਦੀ ਕਿ ਇੱਕ ਹੋਰ ਰਸ਼ੀਅਨ ਮਿਜ਼ਾਈਲ ਹੈ KH-101 ਕਰੂਜ਼ ਮਿਜ਼ਾਈਲ, ਤੇ ਯੂਕਰੇਨ ਸਿਟੀਜ਼ ਦੇ ਵਿੱਚ ਤੇ ਕੀਵ ਦੇ ਵਿੱਚ, ਇਹਦੇ 'ਚ 31 ਫੋਰਨ ਕੰਪੋਨੈਂਟਸ ਨੇ, ਪਾਰਟਸ, ਜਿਹਦੇ ਵਿੱਚ US ਬੇਸਡ ਇੰਟਲ ਕਾਰਪੋਰੇਸ਼ਨ ਹੈ। ਕੀ ਬਣੂਗਾ? ਇਹਨੇ ਨਵੀਂ ਬਹਿਸ ਛੇੜਤੀ ਇਹ ਗੱਲ ਨੇ। ਕੈਰਮੀਅਸ ਦੇ ਵਿੱਚ ਬਹੁਤ ਵੱਡਾ ਸਾਡਾ ਭਾਈਚਾਰਾ ਵਸਦਾ ਹੈ, ਤੇ ਕੈਰਮੀਅਸ ਦੇ ਵਿੱਚ, ਕੈਰਮੀਅਸ ਤੋਂ ਦੇ ਆਲੇ ਦੁਆਲੇ ਜਿਹੜੀ ਅੱਗ ਹੈ ਉਹ ਕੰਟਰੋਲ 'ਚ ਤਾਂ ਹੈ, ਤੇ ਇੱਕ ਵਾਰ ਤਾਂ ਬਸ ਕਰਾ ਦਿੱਤੀ ਸੀ ਪਿਛਲੇ ਦਿਨੀ। ਤਾਂ ਇਹ ਸੀ ਬਈ ਕਿ ਨੇੜੇ ਹੈ ਗੱਲ, ਸ਼ਹਿਰ ਦੇ ਵਿੱਚ ਜਿਹੜੀ ਵੱਧ ਰਹੀ ਹੈ, ਪਰ ਬਚਤ ਰਹਿ ਗਈ। ਵੱਡੀ ਜਿਹੜੀ
ਜੇ ਜਦ ਕੈਰਮੀਅਸ ਤੋਂ ਨਾ ਕਈ ਸੜਕਾਂ ਨੇ, ਦੇਖੋ ਇੱਕ ਤਾਂ ਪਿੱਛੇ ਨੂੰ ਆਉਂਦੇ ਆ ਪ੍ਰਿੰਸਟਨ ਨੂੰ, ਇੱਕ ਅੰਦਰ ਦੀ ਪਹਾੜਾਂ ਦੇ ਵਿੱਚ ਦੀ ਨਾ ਓਕਨਾਗਨ ਫਾਲਜ਼ ਨੇ, ਓਕੇ ਫਾਲਜ਼ ਕਹਿੰਦੇ ਨੇ, ਜਿਹੜੀ ਸੜਕ ਅਸੋਇਸ ਤੋਂ ਓਲੀਵਰ ਤੋਂ ਓਕੇ ਫਾਲਜ਼ ਤੇ ਪਿੰਟਿੰਗਟਨ ਹੋ ਕੇ ਬਹੁਤ ਵਧੀਆ ਰੂਟ ਆ ਇਹ। ਅਸੋਇਸ ਬੇਸ ਹੋ ਕੇ ਕਲੋਨੇ ਦਾ ਗੇੜਾ ਮਾਰ ਕੇ ਪਿੰਟਿੰਗਟਨ ਤੋਂ ਲੇਕ ਓਕਨਾਗਨ ਸ਼ੁਰੂ ਹੋ ਜਾਂਦੀ ਹੈ। ਨਾਲੇ ਨਾਲ ਲੇਕ ਦੇ ਤੁਸੀਂ ਵਰਨਨ ਤੱਕ ਪਹੁੰਚ ਸਕਦੇ ਹੋ ਹੌਲੀ ਹੌਲੀ। ਓਕੇ ਫਾਲਜ਼ ਨੂੰ ਜਿਹੜੀ ਸੜਕ ਜਾਂਦੀ ਹੈ ਕੈਰਮੀਅਸ ਤੋਂ, ਉਹਦੇ 'ਤੇ ਬਿਲਕੁਲ ਸ਼ਹਿਰ ਦੇ ਨੇੜੇ ਜਿੱਥੇ ਸਾਡੇ ਫਾਰਮ ਨੇ ਵੱਡੇ, ਜਿਹੜੀ ਇਹ ਸੜਕ ਹੈ ਇਹਦੇ ਨਾਲ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਹਨੂੰ ਉਲਾਲਾ ਕਹਿੰਦੇ ਆ। ਸ਼ਹਿਰ ਨਹੀਂ, ਮਤਲਬ ਘਰ ਨੇ ਕੁਛ ਕੈਰਮੀਅਸ ਦੇ ਨਾਲ, ਉਲਾਲਾ ਹੈ। ਉੱਥੇ ਇਹ ਅੱਗ ਜਿਹੜੀ ਲੱਗੀ ਸੀ ਅਤੇ ਕੈਰਮੀਅਸ ਦੀ ਬਿਲਕੁਲ ਨੇੜੇ ਦਾ ਇਹ ਏਰੀਆ ਜਿਹੜੀ ਕੈਰਮੀਅਸ ਤੋਂ ਜਦ ਅਸੋਇਸ ਨੂੰ ਜਾਂਦੇ ਆ, ਉੱਥੇ ਜੇ ਤੁਸੀਂ ਦੇਖੋਗੇ ਉੱਥੇ ਹੀ ਸਾਡੇ ਵੱਡੇ ਔਰਚਰਡ ਨੇ। ਕੈਰਮੀਅਸ ਤੋਂ ਪ੍ਰਿੰਸਟਨ ਵਾਲੇ ਪਾਸੇ ਨੂੰ ਵੀ ਸਾਡੇ ਫਰੂਟ ਸਟੈਂਡ ਨੇ, ਕੈਰਮੀਅਸ ਤੋਂ ਅਸੋਇਸ ਵਾਲੇ ਪਾਸੇ ਨੂੰ, ਅਤੇ ਇਹ ਜਿਹੜੀ 3A ਸੜਕ ਹੈ ਉਲਾਲਾ ਦੇ ਵਿੱਚ ਦੀ ਓਕੇ ਫਾਲਜ਼ ਨੂੰ ਜਾ ਕੇ ਮਿਲ ਜਾਂਦੀ ਹੈ 97 ਨੂੰ, ਜਿਹੜੀ ਅਸੋਇਸ ਤੋਂ ਕਲੋਨੇ ਵਾਲੀ ਸੜਕ ਹੈ, ਉਹਦੇ 'ਤੇ ਬਹੁਤ ਇਹ ਪਹਾੜੀਆਂ ਹੀ ਨੇ, ਇਸ ਜਗ੍ਹਾ 'ਤੇ ਅੱਗ ਲੱਗੀ ਹੋਈ ਸੀ। ਸ਼ੁਕਰ ਹੈ ਭਾਈਚਾਰਾ ਸੁੱਖ ਸਾਂਦ ਦੇ ਨਾਲ ਹੈ। ਵੱਡੇ ਫਾਰਮ ਜਿਹੜੇ ਨੇ ਉਸ ਜਗ੍ਹਾ 'ਤੇ ਨੇ, ਸਾਡੇ ਬਹੁਤ ਫਾਰਮਰ ਤਕੜੇ, ਜਿੱਥੇ ਇਹ ਹੈ ਉਲਾਲਾ ਤੋਂ ਆ ਕੇ ਇਹ ਸੜਕ ਜਿਹੜੀ ਆ ਕੇ ਮਿਲਦੀ ਆ, ਉੱਥੇ ਹੀ ਮਹਿੰਦਰ ਸਿੰਘ ਧਾਲੀਵਾਲ ਰਾਊਕੇ ਵਾਲਿਆਂ ਦਾ ਵੱਡਾ ਫਾਰਮ ਹੈ। ਇਹੀ ਸਟਰੈਚ ਦੇ ਨਾਲ ਅੱਗੇ ਜਿਹੜੇ ਫਾਰਮ ਨੇ ਹੋਰ ਸਾਰੇ। ਸੋ ਰੱਬ ਨੇ ਸੁੱਖ ਸ਼ਾਂਤੀ ਰੱਖੀ ਹੈ ਅਤੇ ਭਾਈਚਾਰਾ ਠੀਕ ਹੈ। ਅਤੇ ਪਹਿਲਾਂ ਬਹੁਤ ਫਿਕਰ ਸੀ ਇਸ ਗੱਲ ਦਾ। ਬਰਾੜ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਜਗਜੀਤ ਸਿੰਘ ਬਰਾੜ ਜੀ। ਜੀ ਹੈਲੋ ਜੀ ਹਾਂਜੀ, ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਬਰਾੜ ਸਾਹਿਬ, ਇਹ ਤਾਂ ਜੀ ਮੇਰਾ ਤਾਂ ਵਿਸ਼ਾ ਜਿਹਾ ਸਵੇਰੇ ਖਬਰਾਂ ਸੁਣੀਆਂ ਸੀਗੀਆਂ, ਤੇ ਇਸ ਕਰਕੇ ਵੀ ਮੈਂ ਇਹ ਨਹੀਂ ਕਹਿ ਸਕਦਾ ਵੀ ਤੁਹਾਨੂੰ ਮੈਂ ਇਸ ਵਿਸ਼ੇ ਬਾਰੇ ਪੁੱਛ ਵੀ ਸਕਦਾ ਜਾਂ ਨਹੀਂ ਜੀ, ਨੇ ਗੱਲ ਕਰੋ, ਕੋਈ ਨਾ, ਗੱਲੇ ਨਹੀਂ ਕੋਈ। ਹਾਂਜੀ, ਗੱਲ ਹੈ ਜੀ, ਇਹ ਸਵੇਰੇ ਨਾ ਝੰਡੇ ਬਾਰੇ ਰੌਲਾ ਪਈ ਜਾਂਦਾ ਸੀਗਾ ਆਪਣੇ ਪਿਛਲੇ ਪਿੰਡ 'ਚ। ਅੱਛਾ ਜੀ। ਕਹਿੰਦੇ ਤਿਰੰਗਾ ਲਹਿਰਾਇਓ, ਮਾਨ ਸਾਹਿਬ ਕਹਿੰਦੇ ਕੇਸਰੀ ਲਹਿਰਾਇਓ। ਤੇ ਉਹ ਸਾਨੂੰ ਇਹ ਨਹੀਂ ਪਤਾ ਵੀ ਜਦੋਂ ਗੁਰੂ ਰਾਮਦਾਸ ਨੇ ਦਰਬਾਰ ਸਾਹਿਬ ਆਪਣੇ ਨੀਂਹ ਰੱਖਿਆ ਸੀਗੀ, ਕੀ ਸਾਨੂੰ ਕੇਸਰੀ ਨਿਸ਼ਾਨ ਉਦੋਂ ਹੀ ਲਹਿਰਾਤਾ ਸੀ ਉੱਥੇ, ਜਾਂ ਕਿਤੇ ਮਗਰੋਂ ਲਹਿਰਾਇਆ ਗਿਆ ਜੀ? ਇਹਦੇ ਨਾਲ ਪਿਆਰ ਤਾਂ ਸਾਨੂੰ ਹੁਣ ਵੀ ਬਹੁਤ ਹੈ। ਨਿਸ਼ਾਨ ਸਾਹਿਬ ਜਿਹੜਾ ਚਲਾਉਂਦੇ ਆ ਸਿੱਖਾਂ ਦਾ, ਇਹ ਕਦੋਂ ਸ਼ੁਰੂਆਤ ਹੋਈ ਸੀ ਸਾਨੂੰ ਇਹ ਝੰਡੇ ਦੀ? ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਤੋਂ ਚੱਲਿਆ ਸੀ ਜਦੋਂ ਅਕਾਲ ਤਖ਼ਤ ਦੀ ਰਚਨਾ ਹੋਈ ਸੀ, ਬਣਾਇਆ? ਇਹਦੇ ਬਾਰੇ ਜੇ ਕਿਤੇ ਟਾਈਮ ਲੱਗਿਆ ਜਾਂ ਜੀ ਤਾਂ ਥੋੜਾ ਬਹੁਤ ਸਾਰੀ ਜਾਣਕਾਰੀ ਦਵਾਂਗਾ ਜੀ ਮੈਂ ਪੂਰੀ। ਹਾਂਜੀ, ਸਾਰਿਆਂ ਨੂੰ ਪਤਾ ਲੱਗ ਜੂ ਵੀ ਇਹ ਪਿਛੋਕੜ ਕੀ ਹੈ ਇਸ ਝੰਡੇ ਦੇ ਨਾਲ। ਪਿਆਰ ਸਾਨੂੰ ਜ਼ਰੂਰ ਆ ਬੜਾ, ਵੱਧ ਤੋਂ ਵੱਧ ਆਪਣੇ ਨਿਸ਼ਾਨ ਸਾਹਿਬ ਨਾਲ, ਕੇਸਰੀ ਕਲਰ ਨਾਲ। ਠੀਕ ਹੈ ਜੀ। ਤੇ ਇਹ ਉਲਝਣਾਂ ਜਿਹੀਆਂ ਪੈ ਜਾਂਦੀਆਂ, ਹੁਣ ਅਸੀਂ ਅਨਪੜ੍ਹ ਜੇ ਤਾਂ ਕੁਝ ਵੀ ਨਹੀਂ ਜਾਣਦੇ। ਠੀਕ ਆ ਬਰਾੜ ਸਾਹਿਬ, ਦੱਸਾਂਗਾ ਜੀ। ਅਸੀਂ ਤਾਂ ਨੇ ਇੱਥੇ ਗੁਰਦੁਆਰੇ 'ਚ ਦੋਨੇ ਚਲਾ ਲਿਓ, ਤਿਰੰਗਾ ਵੀ ਤੇ ਕੇਸਰੀ ਵੀ, ਕੋਈ ਫਰਕ ਪੈ ਜੂ। ਜਿਹੜਾ ਉਹਦੇ 'ਚ ਡੰਡਾ ਪਾਉਣਾ ਉਹ ਦੱਸ ਦੇਣ ਵੀ ਲੋਹੇ ਦਾ ਪਾਉਣਾ ਕਿ ਬਾਂਸ ਦਾ। ਠੀਕ ਆ ਬਰਾੜ ਸਾਹਿਬ, ਓਕੇ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਮੈਂ ਪਤਾ ਕਰਦਾ, ਵੈਸੇ ਮੀਰੀ ਪੀਰੀ ਦੇ 2 ਨਿਸ਼ਾਨ ਸਾਹਿਬ ਜਿਹੜੇ ਨੇ, ਜਿਹੜਾ ਪੀਰੀ ਦਾ ਉੱਚਾ, ਮੀਰੀ ਦਾ ਛੋਟਾ। ਪੀਰੀ ਵਾਲਾ ਸ਼੍ਰੀ ਦਰਬਾਰ ਸਾਹਿਬ ਵਾਲਾ ਅਤੇ ਮੀਰੀ ਵਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲਾ, ਉਸ ਤਰ੍ਹਾਂ ਹੀ 44 ਤੇ 42 ਇੰਚ। ਅਤੇ ਜਿਹੜੇ ਮੀਰੀ ਪੀਰੀ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਚੱਲੀ ਨਿਹੰਗ ਸਿੰਘਾਂ ਦੀਆਂ ਟਕਸਾਲਾਂ ਜਿਹੜੀਆਂ, ਉਹ ਨੀਲੇ ਬਾਣੇ ਅਤੇ ਨੀਲੇ ਉਹਨਾਂ ਦੇ ਪਰਚਮ ਨੇ। ਅਤੇ ਉਸ ਤੋਂ ਅੱਗੇ ਖਾਲਸਾਈ ਪਰਚਮ ਸਰਕਾਰੇ ਖਾਲਸਾ ਦੇ ਵਿੱਚ ਲਾਹੌਰ ਤੋਂ ਅਤੇ ਲੈ ਕੇ ਇਲਾਕਾ ਗੈਰ ਤੋਂ ਲੈ ਕੇ ਲਾਹੌਰ ਸਪੀਤੀ ਤੱਕ ਅਤੇ ਤਿੱਬਤ ਤੱਕ ਲਹਿਰਾਉਂਦੇ ਰਹੇ ਨੇ। ਅਤੇ
ਮੈਂ ਦੱਸਾਂਗਾ ਜੀ, ਤੁਸੀਂ ਸਿਆਣੇ ਹੋ ਬਰਾੜ ਸਾਹਿਬ, ਪਤਾ ਤਾਂ ਤੁਹਾਨੂੰ ਬਹੁਤ ਕੁਝ ਹੁੰਦਾ ਹੈ। ਵੈਸੇ ਤੁਸੀਂ ਮੈਨੂੰ ਹੀ ਪੁੱਛਣਾ ਚਾਹੁੰਦੇ ਹੁੰਦੇ ਹੋ, ਵੈਸੇ ਤੁਹਾਨੂੰ ਜਾਣਕਾਰੀ ਬਹੁਤ ਹੈ, ਇਹ ਤਾਂ ਮੈਨੂੰ ਵੀ ਪਤਾ ਹੈ, ਪਰ ਮੈਂ ਕੱਲ੍ਹ ਨੂੰ ਪੂਰਾ ਖਜ਼ਾਨੇ 'ਚੋਂ ਜਿਹੜਾ ਸਾਡੇ ਮਾਪੇ ਪਿਓਆਂ ਦਾ ਖਜ਼ਾਨਾ ਜਿਹੜਾ ਇਹ ਨਾਦੀ ਪਿਤਾ ਦਾ, ਉਹਦੇ 'ਚੋਂ ਖੋਲ੍ਹ ਕੇ ਜਿਹੜਾ ਤੁਹਾਨੂੰ ਦੱਸੂ। ਬਹੁਤ ਦਿਨ ਹੋ ਗਏ ਸੁਰਿੰਦਰ ਦਾਊ ਮਾਜਰੇ ਦੀ ਗੱਲਬਾਤ ਨਹੀਂ ਸੁਣਾਈ ਕੋਈ ਤੁਹਾਨੂੰ। ਮੈਂ ਕਿਹਾ ਅੱਜ ਸੋਮਵਾਰਾਂ ਨਾਲੇ ਕਈ ਵਾਰ ਤੁਹਾਡਾ ਮਨ ਜਿਹੜਾ ਇੱਧਰ ਉੱਧਰ ਜਿਹਾ ਹੁੰਦਾ ਅਤੇ ਥੋੜ੍ਹੀਆਂ ਜਿਹਾ ਕੁਛ ਇਹ 'ਚ ਸੁਨੇਹਾ ਵੀ ਹੈ, ਤੁਹਾਨੂੰ ਮੈਂ ਹੁਣੇ ਥੋੜ੍ਹਾ ਜਿਹਾ ਸੁਣਾਉਣਾ। ਸੁਰਿੰਦਰ ਕਹਿੰਦਾ ਗੀਤ ਨਹੀਂ ਹੁੰਦੇ ਗਾਣੇ ਕਹਿਣਾ, ਕੇਲੇ ਨਹੀਂ ਬਨਾਨੇ ਕਹਿਣਾ, ਸਿਡਾਉਣ ਹੋ ਜਾ ਜੇਕਰ ਬਹਿਣਾ, ਕੁਰਸੀਆਂ ਨੂੰ ਵੀ ਚੇਅਰਾਂ ਕਹਿਣਾ, ਕੰਧਾਂ ਨਹੀਂ ਹੁੰਦੀਆਂ ਵਾਲਾਂ ਹੁੰਦੀਆਂ, ਮਿਸਡ ਨਹੀਂ ਮਿਸਕਾਲਾਂ ਹੁੰਦੀਆਂ, ਅੰਗੂਰ ਨਹੀਂ ਗਰੇਪ ਹੁੰਦੇ ਐ, ਫਰਕ ਨਹੀਂ ਹੁੰਦੇ ਗੈਪ ਹੁੰਦੇ ਐ, ਬਿੱਲੀਆਂ ਨਹੀਂ ਹੁੰਦੀਆਂ ਕਾਈਟਾਂ ਹੁੰਦੀਆਂ, ਫਲਾਈਟਸ ਨਹੀਂ ਫਲਾਈਟਾਂ ਹੁੰਦੀਆਂ, ਆਲ ਰਾਈਟ ਜਮਾ ਸੱਚ ਹੁੰਦਾ, ਜ਼ਿਆਦਾ ਨਹੀਂ ਟੂ ਮੱਚ ਹੁੰਦਾ, ਸਨਸਕਰੀਨਾਂ ਮੂੰਹਾਂ ਖਾਤਰ, ਪਾਲਸ਼ਾਂ ਹੁੰਦੀਆਂ ਛੂਆਂ ਖਾਤਰ, ਵਿੰਡੋਆਂ ਕਹਿਣਾ ਟਾਕੀ ਨਹੀਂ ਕਹਿਣਾ, ਬੈਲੈਂਸ ਕਹਿਣਾ ਬਾਕੀ ਨਹੀਂ ਕਹਿਣਾ, ਕਿਵੇਂ ਨਹੀਂ ਕਹਿਣਾ ਹਾਓ ਕਹੀਦਾ, ਵਾਹ ਨਹੀਂ ਕਹਿਣਾ ਵਾਓ ਕਹੀਦਾ, ਯਾ ਹੁੰਦਾ ਹਾਂਜੀ ਨਹੀਂ ਹੁੰਦਾ, ਪਾਜੀ ਹੁੰਦਾ ਪਾਜੀ, ਜਿਵੇਂ ਲਿਖਦੇ ਆ PAGI ਪਾਜੀ ਸਤਿ ਸ਼੍ਰੀ ਅਕਾਲ, 70% ਪਾਜੀ ਲਿਖਦੇ ਆ, ਪਾਜੀ ਹੁੰਦਾ ਹੈ ਭਾਜੀ ਨਹੀਂ ਹੁੰਦਾ, ਜ਼ਿੰਦਗੀ ਨਹੀਂ ਹੁੰਦੀ ਲੈਫ ਹੁੰਦੀ ਹੈ, ਲਾਣੇਦਾਰ ਨਹੀਂ ਬੈਫ ਹੁੰਦੀ ਹੈ, ਇੱਲਤੀ ਨੂੰ ਇਹ ਨੌਟੀ ਕਹਿੰਦੇ, ਐਡੇ ਵਿਗੜ ਗਏ ਬੈਠਣ ਨੂੰ ਵੀ ਪੌਟੀ ਕਹਿੰਦੇ, ਆਰਾਮ ਨਹੀਂ ਹੁੰਦਾ ਰੈਸਟਾਂ ਕਹੀ ਦੀਆਂ, ਗਲਾਸਾਂ ਉੱਤੇ ਡਸਟਾਂ ਕਹੀ ਦੀਆਂ, ਸ਼ਲਟਾਂ ਨਹੀਂ ਲੱਭਦੀਆਂ ਰੈਗਾਂ ਅੰਦਰ, ਗਾਰਬਾ ਹੁੰਦਾ ਬੈਗਾਂ ਅੰਦਰ, ਕਿਤਾਬਾਂ ਨਹੀਂ ਹੁੰਦੀਆਂ ਬੁੱਕਾਂ ਹੁੰਦੀਆਂ, ਟੰਗਣੀਆਂ ਨੂੰ ਹੁੱਕਾਂ ਹੁੰਦੀਆਂ, ਕੰਗਣ ਨਹੀਂ ਹੁੰਦਾ ਕੰਗਣਾ ਹੁੰਦਾ, ਚਾਹੁਣਾ ਨਹੀਂ ਹੁੰਦਾ ਮੰਗਣਾ ਹੁੰਦਾ, ਕਾਲਜ ਨਹੀਂ ਹੁੰਦਾ ਕਾਲਜ ਕਹਿਣਾ, ਅਕਲ ਨਹੀਂ ਕਹਿਣਾ ਨੌਲੇਜ ਕਹਿਣਾ, ਡਰਾਈਵੇ ਛੱਡ ਦੇ ਡਰਾਈਵਾ ਰੱਖ ਲੈ, ਲੈ ਜੀ ਨਹੀਂ ਕਹਿਣਾ ਚੱਕ ਲੈ, ਰੌਲਾ ਨਹੀਂ ਹੁੰਦਾ ਲਾਊਡ ਹੁੰਦਾ ਹੈ, ਹਾਏ ਰੱਬਾ ਮਾਈ ਗੋਡ ਹੁੰਦਾ ਹੈ, ਜਾਣਾ ਨਹੀਂ ਹੁੰਦਾ ਜਾਣਾ ਹੁੰਦਾ, ਨਹਾਉਣਾ ਨਹੀਂ ਹੁੰਦਾ ਨਹਾਣਾ ਹੁੰਦਾ, ਕਹਿਣ ਹੁੰਦਾ ਹੈ ਕਹਿਣ ਨਹੀਂ ਹੁੰਦਾ, ਭੈਣ ਜੀ ਹੁੰਦਾ ਹੈ ਭੈਣ ਨਹੀਂ ਹੁੰਦਾ, ਆਖਰ ਵਿੱਚ ਕਮਾਲ ਹੁੰਦੀ ਹੈ, ਜਦ 90 ਹੁਣ ਕਹਿੰਦੇ ਫਿਰ ਛੱਛੀ ਕਾਲ ਹੁੰਦੀ ਹੈ। ਐਡਾ ਸਾਡਾ ਸਤਿਆਨਾਸ ਹੋਗਾ, ਸਤਿ ਸ੍ਰੀ ਅਕਾਲ ਨੂੰ ਛੱਛੀ ਕਾਲ ਛੱਛੀ ਕਾਲ ਛੱਛੀ ਕਾਲ, ਅਸਲ ਪੰਜਾਬੀ ਵਾਲੀ ਉਹ ਹੈ, ਉਹ ਸਤਿ ਸ੍ਰੀ ਅਕਾਲ। ਕੱਲ੍ਹ ਨੂੰ ਇੱਕ ਖਾਸ ਸੈਗਮੈਂਟ ਮੈਂ ਮੰਗਲਵਾਰ 11:15 ਵਜੇ ਸ਼ੁਰੂ ਕਰ ਰਿਹਾ। ਸਿੱਖ ਸੰਘਰਸ਼ ਦਾ ਸੱਚੋ ਸੱਚ 1978 ਤੋਂ ਲੈ ਕੇ 1995 ਤੱਕ, ਜਾਂ ਹੁਣ ਦੀ ਰਾਜਨੀਤੀ, ਜਾਂ 1978 ਤੋਂ 2022 ਤੱਕ, ਜਿਹਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਯੂਪੀ ਤੋਂ ਡਿਬਡਵੇ ਤੋਂ ਛੱਡ ਕੇ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ 1984 ਦੇ ਹੋਏ ਹਮਲੇ ਤੋਂ ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖ ਸਿਆਸਤ ਦੇ ਵਿੱਚ ਬਾਬਾ ਜੋਗਿੰਦਰ ਸਿੰਘ ਦੇ ਨਾਲ ਤੇ ਅਕਾਲੀ ਦਲ ਸੰਯੁਕਤ ਦੇ ਨੇੜੇ ਰਹੇ ਹੋਏ ਸਰਦਾਰ ਹਰਦੀਪ ਸਿੰਘ ਡਿਬਡਵਾ, ਜਿਨ੍ਹਾਂ ਦਾ ਪਿਛਲੇ ਦਿਨੀ ਸੰਘਰਸ਼ ਦੇ ਵਿੱਚ ਇੱਕ ਪੋਤੇ ਦੀ ਵੀ ਸ਼ਹੀਦੀ ਹੋਈ ਹੈ, ਉਹ ਮੇਰੇ ਨਾਲ ਸ਼ਾਮਲ ਹੋਇਆ ਕਰਨਗੇ ਹਰ ਮੰਗਲਵਾਰ 11:15 ਵਜੇ। ਮੈਂ ਉਹਨੂੰ ਅਲੱਗ-ਅਲੱਗ, ਕਿਉਂਕਿ ਉਹ ਨਾਲ ਰਹੇ ਨੇ ਬਾਬਾ ਜੋਗਿੰਦਰ ਸਿੰਘ ਨਾਲ, 78 ਤੋਂ ਬਾਅਦ ਦੀਆਂ ਘਟਨਾਵਾਂ ਕਿਵੇਂ ਹੋਈਆਂ, ਕੀ ਹੋਇਆ, ਸਿਮਰਨਜੀਤ ਸਿੰਘ ਮਾਨ ਹੋਣੀ ਕਿਵੇਂ ਐਂਟਰ ਹੁੰਦੇ ਨੇ, ਫਿਰ ਉਹ ਜਿੱਤਦੇ ਕਿਵੇਂ ਨੇ, ਫਿਰ 97 ਦੀਆਂ ਇਲੈਕਸ਼ਨਾਂ ਕਿਵੇਂ ਹੋਈਆਂ, ਉਹਨਾਂ ਨੂੰ ਮੈਂ ਇਹ ਸੈਗਮੈਂਟਸ ਮੰਗਲਵਾਰ ਕਰਿਆ ਕਰਾਂਗਾ ਤਾਂ ਉਹਨਾਂ ਨਾਲ। ਬੁੱਧਵਾਰ ਨੂੰ ਕਹਾਣੀ ਹੁੰਦੀ ਹੈ, ਬੁੱਧਵਾਰ ਨੂੰ ਸਕੈਜ਼ਮਾ ਜਿਹੜੀ ਸਾਡੇ ਬੱਚੇ ਪੜ੍ਹ ਕੇ ਆਉਂਦੇ ਨੇ ਡਾਕਟਰ, ਉਹਨਾਂ ਦੀ ਗੱਲ ਖਾਸ, ਅਤੇ ਵੀਰਵਾਰ ਨੂੰ ਭਾਈਚਾਰੇ ਨਾਲ ਸੰਬੰਧਿਤ, ਸ਼ੁੱਕਰਵਾਰ ਨੂੰ ਇਸ ਤਰ੍ਹਾਂ ਹੀ ਪ੍ਰੋਗਰਾਮ ਹੁੰਦੇ ਨੇ। ਅੱਜ ਜਿਹੜੀ ਮੈਂ ਹੁਣ ਤੁਹਾਡੇ ਨਾਲ ਗੱਲ ਕਰਨੀ ਹੈ, ਜਿਹੜੀ ਪਹਿਲੀ, ਅਸੀਂ ਇਸ ਨੂੰ ਸ਼ੇਰੇ ਪੰਜਾਬ ਦੀ
ਇੱਕ ਲੈਗੇਸੀ ਦੇ ਤੌਰ 'ਤੇ, ਭਾਈਚਾਰੇ ਨਾਲ ਖੰਡ ਦੇ ਤੌਰ 'ਤੇ ਸਾਡੀ ਘਰੇਲੂ ਹਿੰਸਾ, ਇਸ ਘਰੇਲੂ ਹਿੰਸਾ ਨੂੰ ਅਸੀਂ ਆਪਣੇ ਭਾਈਚਾਰੇ ਦੇ ਵਿੱਚੋਂ ਜੜੋਂ ਪੱਟਣਾ, ਇਸ ਦੀ ਮੈਂ ਗੱਲਬਾਤ ਜਿਹੜੀ ਉਹ ਕਰਨੀ ਚਾਹੁੰਦਾ। ਪਰ ਉਦੋਂ ਪਹਿਲਾਂ ਇੱਕ ਕਾਲਰ ਨੇ ਸਾਡੇ ਟੋਰਾਂਟੋ ਤੋਂ, ਸਰਦਾਰਨੀ ਕੋਮਲਪ੍ਰੀਤ ਕੌਰ ਜੀ, ਉਹ ਗੱਲ ਕਰਨੀ ਚਾਹੁੰਦੇ ਨੇ। ਕੋਮਲਪ੍ਰੀਤ ਜੀ, ਸਵਾਗਤ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਮੈਂ ਉਹ ਬਰਾੜ ਸਾਹਿਬ ਦਾ ਥੋੜਾ ਜਿਹਾ ਆਪਣੀ ਜਿੰਨੀ ਕੁ ਮੈਨੂੰ ਸਮਝ ਆ ਉਹਦਾ ਆਨਸਰ ਦੇਣਾ ਚਾਹੁੰਦੀ ਹਾਂ, ਬਾਕੀ ਤੁਸੀਂ ਕੱਲ ਐਲੈਬੋਰੇਟ ਕਰਕੇ ਦੇ ਦਿਓ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਸੀ, ਸਥਾਪਨਾ ਕੀਤੀ ਸੀ, ਉਦੋਂ ਹੀ ਨਿਸ਼ਾਨ ਸਾਹਿਬ ਚਲਾਏ ਗਏ ਸੀ। ਬਿਕਾਜ਼ ਨਿਸ਼ਾਨ ਸਾਹਿਬ ਸ੍ਰੀ ਅਕਾਲ ਦਾ ਝੰਡਾ ਆ, ਜਿਹੜੀ ਸਰਕਾਰ ਨਾ ਕਦੀ ਮਰਦੀ ਆ ਨਾ ਕਦੀ ਬਦਲੀ ਜਾਂਦੀ ਆ, ਜਿਹਨੇ ਹਮੇਸ਼ਾ ਹੀ ਰਹਿਣਾ। ਸਰਕਾਰਾਂ ਬਹੁਤ ਆਈਆਂ, ਬਹੁਤ ਲੋਕਾਂ ਨੇ ਇੰਡੀਆ ਤੇ ਰੂਲ ਕੀਤਾ, ਪਰ ਅਕਾਲ ਹਮੇਸ਼ਾ, ਅਕਾਲ ਦਾ ਮਤਲਬ ਹੀ ਹੈ ਜਿਹੜਾ ਕਾਲ ਦੇ ਉਹਦੇ ਚੱਕਰ 'ਚ ਨਹੀਂ ਹੈਗਾ। ਸੋ ਜਿਹੜੇ ਸਿੱਖ ਆ ਉਹ ਅਲਟੀਮੇਟ ਜਿਹੜੀ ਗਵਰਨਮੈਂਟ ਆ, ਅਲਟੀਮੇਟ ਗਵਰਨੈਂਸ ਦੇ ਅੰਡਰ ਆਪਾਂ ਜਿਹੜੇ ਗੁਰੂ ਦੇ ਸਿੱਖ ਸਮਝਦੇ ਆਪਣੇ ਆਪ ਨੂੰ, ਉਹ ਉਹਦੇ ਅੰਡਰ, ਉਹਦੀ ਰਹਿਨੁਮਾਈ ਦੇ ਅੰਦਰ ਕੋਈ ਵੀ ਕੰਮ ਕਰਦੇ ਆ। ਸਭ ਤੋਂ ਪਹਿਲਾਂ ਅਕਾਲ ਆ, ਅਕਾਲ ਤਖ਼ਤ ਆ, ਨਿਸ਼ਾਨ ਸਾਹਿਬ ਆ, ਫਿਰ ਕੋਈ ਹੋਰ ਸਰਕਾਰ ਆ, ਫਿਰ ਕੋਈ ਹੋਰ ਬਾਉਂਡਰੀਜ਼ ਆ। ਸੋ ਤਾਂ ਕਰਕੇ ਇਹ ਸਿੱਖ ਦੇ ਬਹੁਤ ਨੇੜੇ ਆ। ਜੇ ਮੈਨੂੰ ਐਜ਼ ਏ ਇੰਡੀਵਿਜੂਅਲ ਸਿੱਖ ਕੋਈ ਸਮਝੇ, ਪਹਿਲਾਂ ਮੈਂ ਸਿੱਖਿਆ ਗੁਰੂ ਦਾ ਅੰਡਰ ਦੀ ਗਵਰਨੈਂਸ ਆਫ ਸ੍ਰੀ ਅਕਾਲ ਤਖ਼ਤ ਸਾਹਿਬ, ਦਾ ਅਲਟੀਮੇਟ ਗਵਰਨੈਂਸ, ਫਿਰ ਮੈਂ ਕੈਨੇਡੀਅਨ ਆ ਤੇ ਫਿਰ ਮੈਂ ਪੰਜਾਬੀ ਆ। ਤੇ ਆਲਸੋ ਆਈ ਵੁੱਡ ਲਾਈਕ ਟੂ ਐਡ ਕਿ ਜਿਵੇਂ ਹੁਣ ਪਤਾ ਨਹੀਂ ਡਿਸਕਸ਼ਨਸ ਘੱਟ ਹੁੰਦੀਆਂ ਆ ਜਾਂ ਬਹੁਤ ਸ਼ੈਲੋ ਹੋ ਗਈਆਂ। ਸਿੱਖ ਇਕੱਲਾ ਧਰਮ ਨਹੀਂ ਆ, ਸਿੱਖ ਇਜ਼ ਇੱਕ ਰੇਸ ਵੀ ਆ। ਹੁਣ ਲੋਕੀ ਭੁੱਲ ਗਏ ਕਿ ਅਸੀਂ ਇੱਕ ਰੇਸ ਵੀ ਆ, ਨਸਲ ਆ, ਅਸੀਂ ਨਸਲ। ਹਾਂਜੀ, ਨਸਲ ਆ, ਸਾਡੀ ਨਸਲ ਕੁਸ਼ੀ ਹੋਈ ਸੀ। ਸਾਨੂੰ ਇਹ ਧਰਮ ਤੇ ਥੋੜੇ ਜਿਹੇ ਉਹਦੇ ਦਾਇਰੇ ਵਿੱਚ ਹੀ ਫਿੱਟ ਕਰੀ ਜਾਂਦੇ ਆ ਤੇ ਅਸੀਂ ਹੋਈ ਜਾਂਦੇ ਆ, ਅਸੀਂ ਆਪਸ ਵਿੱਚ ਲੜੀ ਜਾਂਦੇ ਆ। ਸਾਨੂੰ ਵੀ ਸ਼ੁੱਡ start thinking again. We should know our roots. We should know our philosophy. That's what I want to say. Thank you so much. ਧੰਨਵਾਦ ਕੋਮਲਪ੍ਰੀਤ ਜੀ, ਤੁਸੀਂ 13-14 ਮਿੰਟ ਵੇਟ ਕੀਤਾ, ਮੈਂ ਮਾਫੀ ਮੰਗਦਾ, ਮੈਨੂੰ ਪਤਾ ਨਹੀਂ ਲੱਗਿਆ, ਨੋਟਿਸ ਨਹੀਂ ਕੀਤਾ। ਧੰਨਵਾਦ ਜੀ, ਧੰਨਵਾਦ। No problem. ਸੋ ਸੇਮ ਟੋਕਨ, ਜਿਵੇਂ ਸਰਦਾਰਨੀ ਜੀ ਨੇ ਕਿਹਾ, ਅਕਾਲ ਦਾ ਤਖਤ ਹੈ, ਇਮੋਰਟਲ ਤਖਤ। ਦੁਨੀਆ ਦੇ ਤਖਤਾਂ ਨੇ ਆਉਂਦੇ ਜਾਂਦੇ ਰਹਿਣਾ ਹੈ, ਪਰ ਅਕਾਲ ਦਾ ਤਖਤ ਸਦੀਵੀ ਸਦਾ ਰਹੇਗਾ। ਜਿਸ ਤਰ੍ਹਾਂ ਅਕਾਲ ਦਾ ਤਖਤ ਹੈ, ਉਸ ਤਰ੍ਹਾਂ ਹੀ ਸਾਡੇ ਖਾਲਸੇ ਪਰਚਮ ਨੇ। ਸੋ ਇਹਦੇ 'ਤੇ ਮੈਂ ਖੁੱਲ੍ਹ ਕੇ ਕੱਲ੍ਹ ਨੂੰ ਇਸ ਦੇ ਬਾਰੇ ਗੱਲ ਕਰਾਂਗਾ। ਘਰੇਲੂ ਹਿੰਸਾ ਦੀ ਜਦ ਆਪਾਂ ਨੂੰ ਪਤਾ ਹੈ, ਆਪਣਾ ਭਾਈਚਾਰਾ ਬਹੁਤ ਝੱਸਿਆ ਗਿਆ ਸੀ। 1 ਸਾਲ ਦੇ ਵਿੱਚ ਕਈ ਕਤਲ ਹੋਏ, ਬਾਈਆ ਦਾ, ਸਰਦਾਰਨੀ ਦਾ, ਉਸ ਤੋਂ ਬਾਅਦ ਪਾਂਗਲੀ ਦਾ, ਤੇ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੀ ਭਾਈਚਾਰੇ ਦੇ ਵਿੱਚ ਜਾਂ ਮਾਈਕ 'ਤੇ ਬੈਠ ਕੇ ਉਹਨਾਂ ਨੇ ਦਿਲ ਖੋਲ੍ਹ ਕੇ ਗੱਲ ਨਾ ਕੀਤੀ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਗੰਢ ਸੀ ਅੰਦਰ। ਉਹ ਗੱਲ ਤੋਂ ਉੱਪਰ ਤਾਂ ਗੱਲਾਂ ਕਰਦੇ, ਮਾੜੀ ਹੋ ਗਈ, ਹੋਣਾ ਨਹੀਂ ਚਾਹੀਦਾ, ਪਰ ਇੱਕ ਪਾਸੇ ਹੋਰ ਉਹਨਾਂ ਦੀ ਸੋਚ ਨਹੀਂ ਸੀ, ਉਹਨਾਂ ਦੀ ਤਰਜਮਾਨੀ ਹੋਰ ਸੀ। ਜਦ ਇਸਤਰੀ ਨੂੰ ਤੁਸੀਂ ਇੱਕ ਵਰਤੋਂ ਦੀ ਚੀਜ਼ ਸਮਝੋਗੇ ਤਾਂ ਫਿਰ ਉਹਦੇ ਵਿੱਚੋਂ ਤੁਸੀਂ ਇਨਸਾਫ ਨਹੀਂ ਕਰਦੇ, ਕਿਉਂਕਿ ਕਈਆਂ ਦੀ ਸਾਰੀ ਜ਼ਿੰਦਗੀ ਜਵਾਨੀ ਤੋਂ ਹੀ ਇਸ ਕੰਮ 'ਚ ਤੁਰ ਪੈਂਦੀ ਹੈ। ਉਹ ਕਿਤੇ ਵੀ ਹੋਣ, ਇੱਥੇ ਹੋਣ, ਪੰਜਾਬ 'ਚ ਹੋਣ, ਜਦੋਂ ਉਹਨਾਂ ਦਾ ਮਾਈਂਡ ਸੈੱਟ ਹੋ ਗਿਆ ਵੀ ਵਰਤੋ ਅਤੇ ਸਿੱਟੋ, ਵਰਤੋ ਅਤੇ ਸਿੱਟੋ, ਉਹ 'ਚ ਪਿਆਰ ਵੀ ਹੋ ਸਕਦਾ, ਉਹ 'ਚ ਵਿਆਹ ਵੀ ਹੋ ਸਕਦੇ ਨੇ, ਕਿਉਂਕਿ ਇੱਕ ਮਾਨਸਿਕਤਾ। ਪਰ ਜਦ ਫਿਰ ਟੋਕਰਾ ਪੂਰਾ ਭਰ ਜਾਂਦਾ, ਵਜ਼ਨ ਹੁੰਦਾ, ਫਿਰ ਟੋਕਰਾ ਇੱਕ ਦਿਨ ਟੁੱਟ ਜਾਂਦਾ ਅਤੇ ਸਿਰ ਦੇ ਉੱਪਰ ਸਵਾਹ ਪੈ ਜਾਂਦੀ ਹੈ। ਜਿਹੜੀ ਘਰੇਲੂ ਹਿੰਸਾ ਹੈ, ਇਹਦੀ ਸ਼ੁਰੂਆਤ ਕਿਵੇਂ ਹੋਈ? ਪਹਿਲੀ ਸੈਗਮੈਂਟ ਦੇ ਵਿੱਚ ਤੁਸੀਂ ਸਮੀਰ ਕੌਸ਼ਲ ਉਹਨਾਂ ਨੂੰ ਸੁਣਿਆ, ਮੈਂ ਵੀ ਅੱਜ ਇਹਦੀ ਗੱਲ ਕਰਨੀ ਚਾਹੁੰਦਾ ਆਪਣੇ ਪ੍ਰਪੇਖ ਤੋਂ, ਕਿਉਂਕਿ ਹਰ ਇੱਕ ਹੋਸਟ ਦੀ ਆਪਣੀ ਇੱਕ ਸੋਚਣੀ ਹੈ ਅਤੇ ਇਹਦੇ 'ਤੇ ਅਸੀਂ ਪਹਿਰਾ ਦੇਣਾ ਚਾਹੁੰਦੇ ਹਾਂ ਸ਼ੇਰੇ ਪੰਜਾਬ ਦੇ ਇਸ ਮੰਚ ਤੋਂ। ਨਵਜੋਤ ਢਿੱਲੋਂ ਉਹਨਾਂ ਦੇ ਪ੍ਰੋਗਰਾਮ ਬਹੁਤ ਇਸ ਤਰ੍ਹਾਂ ਦੇ ਹੁੰਦੇ ਆ, ਸਮੀਰ ਉਹਨਾਂ ਨੇ ਸ਼ੁਰੂ ਕੀਤਾ, ਰਮਾਣਾ ਸਾਹਿਬ ਇਸ ਗੱਲ 'ਤੇ ਗੱਲ ਕਰਨਗੇ ਕਿ ਬਰਾਬਰਤਾ ਦੀ ਗੱਲ ਹੈ ਜਿਹੜੀ ਇਹ। ਦੇਖੋ, ਇੱਕ ਤਾਂ ਮੇਰੀ ਜ਼ਿੰਦਗੀ 'ਚ ਕੀ ਹੋ ਰਿਹਾ, ਇੱਕ ਤਾਂ ਮੇਰਾ ਉਹ ਹੈ, ਮੈਂ ਉਹਦੇ ਪ੍ਰਪੇਖ ਦੇ ਵਿੱਚ ਬਿੰਨਣਾ ਤੁਹਾਨੂੰ।
ਇੱਕ ਇਹ ਆ ਵੀ ਸੱਚ ਕੀ ਹੈ, ਓੜਕ ਕੀ ਹੈ, ਇਹਦੀ ਮੈਂ ਗੱਲ ਕਰਨੀ ਚਾਹੁੰਦਾ ਵੀ ਸ਼ੁਰੂਆਤ ਇਹ ਚੀਜ਼ਾਂ ਦੀ ਕਿਵੇਂ ਹੁੰਦੀ ਹੈ, ਕਹਾਣੀ ਕੀ ਹੁੰਦੀ ਹੈ। ਇਹਦਾ ਕਿਤੇ ਸਿਰਾ ਜਿਹੜਾ ਸ਼ੁਰੂਆਤ ਦਾ ਬਹੁਤ ਦੂਰ ਪਿਆ। ਇੱਕ ਦੋ ਘਰਾਂ ਦੀ ਕਹਾਣੀ ਹੈ, ਜਿਹੜੇ ਦੋ ਘਰ ਦੋ ਜੀਆਂ ਨੂੰ ਮਿਲਾਉਂਦੇ ਹੈ। ਪੰਜਾਬ ਦੇ ਵਿੱਚ ਜਿੱਥੋਂ ਅਸੀਂ ਵੱਡੇ ਹੋ ਕੇ ਆਏ, ਜਿਨ੍ਹਾਂ ਦੀ ਪੈਦਾਇਸ਼ ਉਹਨਾਂ ਘਰਾਂ 'ਚ ਹੋਈ ਜਿੱਥੇ ਸਰਬ ਸੰਜਮ, ਸ਼ਰਮ, ਸੱਭਿਅਤਾ, ਸੱਭਿਆਚਾਰ, ਧਰਮ, ਨਸਲ ਬੜੀਆਂ ਚੀਜ਼ਾਂ ਸੀ। ਜਿੱਥੇ ਪਰਿਵਾਰਾਂ ਦੇ ਰੁਤਬਿਆਂ ਤੋਂ ਦੇਖ ਕੇ ਗਬਲਾ ਬੰਦਾ ਕੋਈ ਵਿਆਹ ਕਰਦਾ, ਵਿਆਹ ਕਰਾਉਂਦਾ। ਜਿੱਥੇ ਆਪਣੇ ਪਿਓ ਦੀ ਮਾਣ ਮੱਤੀ ਇੱਕ ਜਿਹਦੇ ਤੇ ਭੋਰਾ ਛਿੱਟਾ ਨਾ ਪਵੇ, ਉਹ ਦਸਤਾਰ ਨੂੰ ਲੈ ਕੇ ਸਰਦਾਰਨੀ ਦਾ ਵਿਆਹ ਹੁੰਦਾ ਦੂਜੇ ਘਰੇ। ਜਿੱਥੇ ਇੱਕ ਮੁੰਡਾ, ਉਹਦੀ ਅਪਬ੍ਰਿੰਗਿੰਗ ਹੋ ਰਹੀ ਹੈ, ਕਿਹੋ ਜਿਹੇ ਮਾਹੌਲ 'ਚ ਹੋ ਰਹੀ ਹੈ, ਕੁੜੀ ਦੇ ਕਿਹੋ ਜਿਹੇ ਮਾਹੌਲ 'ਚ ਹੋ ਰਹੀ ਆ। ਗਬਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਕੁਛ ਨਹੀਂ ਪਤਾ ਉਹ ਕਿੱਥੇ ਮਿਲਾ ਰਹੇ ਨੇ ਉਹਨਾਂ ਨੂੰ, ਅਤੇ ਉੱਥੇ ਉਹ ਸਿਸਟਮ ਹੀ ਸੈਟਅਪ ਨਹੀਂ ਹੋਇਆ ਜਿਹਦੇ ਵਿੱਚ ਦੋਨਾਂ ਦੀ ਵਿਸ਼ ਲਿਸਟ ਦੇਖੀ ਜਾਵੇ ਵੀ ਕੁੜੀ ਦਾ ਸਾਡੀ ਦਾ ਕੀ ਸੁਭਾਅ ਹੈ, ਕੁੜੀ ਸਾਡੇ ਪਰਿਵਾਰ ਦੇ ਵਿੱਚ ਕਿਵੇਂ ਪੈਦਾ ਹੋਈ, ਕੁੜੀ ਦੀ ਪੜ੍ਹਾਈ ਕੀ ਹੈ, ਕੁੜੀ ਦੇ ਸ਼ੌਕ ਕੀ ਨੇ, ਕੁੜੀ ਕੀ ਪਹਿਨਣਾ ਚਾਹੁੰਦੀ ਆ, ਕੁੜੀ ਕੀ ਖਾਣਾ ਚਾਹੁੰਦੀ ਆ, ਕੁੜੀ ਕਿਸ ਤਰ੍ਹਾਂ ਵਿਚਰਦੀ ਹੈ, ਕੁੜੀ ਦਾ ਸੁਭਾਅ ਕੌਣ ਦੇਖ ਸਕਦਾ? ਮਾਂ ਪਿਓ। ਮਾਂ ਪਿਓ ਨੂੰ ਪਤਾ ਮੇਰਾ ਧੀ ਮੇਰੀ ਕੀ ਕਿਸ ਤਰ੍ਹਾਂ ਰਹਿੰਦੀ ਆ, ਕਿਸ ਤਰ੍ਹਾਂ ਵਿਚਰਦੀ ਆ, ਕਿਵੇਂ ਬੋਲਦੀ ਆ, ਕਿਵੇਂ ਸਾਡੀਆਂ ਆਪਣੀਆਂ ਭਰਜਾਈਆਂ ਨਾਲ ਬੋਲਦੀ ਆ, ਕਿਵੇਂ ਨਾਨਕੇ ਦਾਦਕੇ ਕਿਵੇਂ ਬੋਲਦੀ ਆ। ਇੱਕ ਸੈਟਅਪ। ਦੂਜਾ ਸੈਟਅਪ ਜਿੱਥੇ ਮੁੰਡਾ ਅਪਬ੍ਰਿੰਗਿੰਗ ਮੁੰਡੇ ਦੀ ਹੋ ਰਹੀ ਹੈ, ਜਿਹਦੇ ਮਾਪਿਆਂ ਨੂੰ ਪਤਾ ਹੈ ਵੀ ਸਾਡਾ ਮੁੰਡਾ ਕੀ ਕਰਦਾ, ਇਹ ਕਿਵੇਂ ਪਹਿਨਦਾ, ਕਿਵੇਂ ਜਾਂਦਾ, ਜਵਾਨੀ ਵੇਲੇ ਇਹਦੀਆਂ ਜਿਹੜੀਆਂ ਮੁਸ਼ਕਲਾਂ ਉਹ ਕੀ ਸੀ। ਕੁੜੀ ਦੀਆਂ ਵੀ ਮੁਸ਼ਕਲਾਂ ਹੋ ਸਕਦੀਆਂ ਨੇ, ਇਹ ਨਹੀਂ ਮੈਂ ਕਹਿੰਦਾ, ਅਤੇ ਦੋਨਾਂ ਦੀਆਂ ਕੀ ਮੁਸ਼ਕਲਾਂ ਨੇ। ਹੁਣ ਰੁਤਬੇ ਹੋ ਗਏ, ਪਰਿਵਾਰ ਹੋ ਗਏ, ਅਤੇ ਗੱਭੇ ਇੱਕ ਆ ਗਿਆ ਜਿਹਨੂੰ ਓਲਾ ਹੀ ਜਿਹਨੂੰ ਕਹਿੰਦੇ ਓਲਾ ਨੇ। ਉਹ ਫਿਰ ਗੱਲਾਂ ਤੋੜਦਾ ਹੈ, ਮਾਪੇ ਤੋੜਦੇ ਨੇ, ਅਸਲ ਪਹਿਲਾਂ ਧੀ ਵਾਲੇ ਤੋੜਦੇ ਨੇ। ਖਿਆਲ ਰੱਖਿਓ ਫਿਰ ਹੁਣ ਕੁੜੀ ਦਾ। ਅੱਬਲਾ ਤਾਂ ਵਿਆਹਾਂ ਸ਼ਾਦੀਆਂ 'ਚ ਰਿਸ਼ਤੇਦਾਰੀਆਂ 'ਚ ਜਿਹੜੇ ਰਿਸ਼ਤੇ ਹੁੰਦੇ ਨੇ ਉਹ ਤਾਂ ਪਿਛਲੇ 15-18 ਸਾਲਾਂ ਤੋਂ ਸ਼ੁਰੂ ਹੋ ਜਾਂਦੇ ਨੇ। ਜਾਂ ਜਵਾਕ ਹਲੇ ਨੈਪੀਆਂ 'ਚ ਹੁੰਦੇ ਨੇ, ਜਦੇ ਗੱਲਾਂ ਚੱਲ ਪੈਂਦੀਆਂ ਨੇ, ਮੁੰਡਾ ਜਵਾਨ ਹੋ ਰਿਹਾ, ਕੁੜੀ ਜਵਾਨ ਹੋ ਰਹੀ ਹੈ। ਇਵੈਂਚੁਅਲੀ ਰੁਤਬਿਆਂ 'ਤੇ, ਬਰਾਬਰਤਾ 'ਤੇ, ਜਾਂ ਕੁਛ ਇਹਦੇ ਵਿੱਚ ਦਾਜ ਦਾ ਲੋਭ ਵੀ ਹੋ ਸਕਦਾ ਹੈ, ਜਾਂ ਨਖੱਟੂ ਮੁੰਡੇ ਖਾਤਰ ਇੱਕ ਕਮਾਈ ਕਰਨ ਵਾਲੀ ਧੀ ਲੱਭੀ ਜਾ ਸਕਦੀ ਹੈ ਜਿਸ ਨੇ ਕਮਾਈ ਕਰਨੀ ਹੈ ਲਿਆ ਆ ਕੇ। ਉੱਥੇ ਲਿਆ ਕੇ ਅਸੀਂ ਕਹਿਣਾ ਲੈ ਵੀ ਆ ਜਾ ਮਿੱਤਰਾ ਨਵੇੜੀਏ ਕੰਮ। ਇਹ ਗੱਲਾਂ ਪਿੰਡਾਂ 'ਚ ਹੁੰਦੀਆਂ, ਚਾਰ ਭੁਆਂਟਣੀਆਂ ਦਈਏ, ਉਹ ਚੱਲ ਨਵੇੜੋ ਕੰਮ ਹੋਣਾ। ਇਹ ਕੰਮ ਨਿਬੜਨ ਵਾਲੀ ਉਹ ਗੱਲ ਹੁੰਦੀ। ਇਉਂ ਹੀ ਅਸੀਂ ਪਰਿਵਾਰਾਂ 'ਚ ਕਹਿੰਦੇ ਹਾਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਕੰਮ ਨਵੇੜਨ ਨੂੰ ਕਹਿੰਦੇ ਹਾਂ। ਜਿਹੜੀ ਸਭ ਤੋਂ ਤੁਹਾਡੀ ਅਹਿਮ ਜ਼ਿੰਦਗੀ ਦੀ ਲਾਈਫ ਹੈ, ਪੰਜਾਬੀ ਉਹਨੂੰ ਕੰਮ ਨਵੇੜਨਾ ਹੀ ਕਹਿੰਦੇ। ਅੱਛਾ, ਜਦ ਉਹ ਫਿਰ ਇਕੱਠੇ ਹੋ ਜਾਂਦੇ ਨੇ, 5-4 ਮਹੀਨੇ ਤਾਂ ਸ਼ੌਕ ਹੀ ਨੇ, ਮੈਂ ਕੀ ਪਾਵਾਂ, ਕੀ ਹੰਡਾਵਾਂ, ਰੋਟੀਆਂ, ਸਹੁਰੇ, ਜੇ ਤੇ ਬੋ, ਇੱਥੇ ਉੱਥੇ ਹਨੀਮੂਨ ਜੇ। 6 ਮਹੀਨੇ 'ਚ ਰੰਗ ਜਿਹੜਾ ਉਗੜਨਾ ਸ਼ੁਰੂ ਹੋ ਜਾਂਦਾ, ਵੱਧ ਗੂੜਾ ਵੀ ਹੁੰਦਾ ਅਤੇ ਫੇਡ ਹੋਣਾ ਵੀ ਸ਼ੁਰੂ ਹੋ ਜਾਂਦਾ। 6 ਮਹੀਨੇ ਤੋਂ ਫਿਰ ਉਹਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ। ਉਹ 8 ਸਾਲ ਵੀ ਚੱਲ ਸਕਦਾ, 10 ਸਾਲ ਵੀ ਚੱਲ ਸਕਦਾ, ਉਹ 30-40 ਸਾਲ, 50 ਸਾਲ ਵੀ ਚੱਲ ਸਕਦਾ। ਜਿੱਥੇ ਇੱਕ ਧਿਰ ਉੱਪਰ ਹੈ ਅਤੇ ਦੂਜੀ ਧਿਰ ਨੀਵੇਂ ਆ। ਜ਼ਿਆਦਾਤਰ ਕੇਸਾਂ 'ਚ ਮਰਦ ਪ੍ਰਧਾਨ ਸਮਾਜ 'ਚ ਮਰਦ ਦੀ ਬਾਂਹ ਉੱਪਰ ਹੈ, ਕੁਛ ਕੇਸਾਂ ਦੇ ਵਿੱਚ ਇਸਤਰੀਆਂ ਦੀ ਵੀ ਬਾਂਹ ਉੱਪਰ ਹੈ। ਵਿਦਵਤਾ, ਗੱਲਬਾਤ ਕਰਨੀ, ਪਹਿਣਾ ਉੱਠਣਾ, ਖਾਣਾ ਪੀਣਾ, 5-7 ਮਹੀਨਿਆਂ 'ਚ ਨੋਕਾਂ ਝੋਕਾਂ ਸ਼ੁਰੂ ਹੋ ਜਾਂਦੀਆਂ, ਨਗੋਚਾਂ ਸ਼ੁਰੂ ਹੋ ਜਾਂਦੀਆਂ, ਤੂੰ ਆਹ ਕਰਦਾ ਹੈ, ਤੂੰ ਆਹ ਕਰਦੀ ਹੈ। ਪਰਿਵਾਰ ਦੀ ਦਖਲਅੰਦਾਜ਼ੀ ਸ਼ੁਰੂ ਹੋ ਸਕਦੀ ਹੈ। ਜਿਹੜੇ ਪਰਿਵਾਰ 'ਚੋਂ ਆਈ ਹੈ, ਸਭ ਤੋਂ ਵੱਡੀ ਤਾਂ ਗੱਲ ਇਹ ਹੈ ਵੀ ਸਹੁਰੇ ਪਰਿਵਾਰ ਦਾ ਹੀ ਹੋਸਟਿੰਗ ਐਡੀ ਬੜੀ ਚਾਹੀਦੀ ਆ ਵੀ ਇੱਕ 25-23 ਸਾਲ ਇੱਕ ਸਾਂਚੇ 'ਚ ਢਲ ਕੇ ਪ੍ਰੋਡਕਟ ਤੁਹਾਨੂੰ ਮਿਲਿਆ, ਜਿਹਨੂੰ ਤੁਸੀਂ ਸੈਟਲ ਕਰਨਾ ਆਪਣੇ ਪਰਿਵਾਰ 'ਚ, ਜਿੱਥੇ ਤੁਸੀਂ ਸਾਰੇ ਹੋ। ਤੁਹਾਡੇ ਭਾਈ ਨੇ, ਤੁਹਾਡੇ ਮਾਪੇ ਨੇ, ਤੁਹਾਡੀਆਂ ਭੈਣਾਂ ਨੇ, ਸਾਰਾ ਹੀ ਟੱਬਰ ਤੁਹਾਡਾ, ਤੁਹਾਡੇ ਟੱਬਰ 'ਚ ਵਿਚਰਨਾ ਉਹਨੇ।
ਮੁੰਡੇ ਨੇ ਤਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਸਹੁਰਿਆਂ ਦੇ ਘਰਾਂ 'ਚ ਵਿਚਰਨਾ, ਤੇ ਕੁੜੀ ਨੇ ਆ ਕੇ ਆਪਣੇ ਸਹੁਰੇ ਘਰ ਮੁੰਡੇ ਦੇ ਸਾਰੇ ਹੀ ਜਿਹੜੇ ਸੰਸਕਾਰਾਂ ਦੇ ਵਿੱਚ, ਸਾਰੀਆਂ ਰੀਤੀ ਰਿਵਾਜਾਂ 'ਚ, ਸਾਰਿਆਂ 'ਚ ਵਿਚਰਨਾ। ਉੱਥੇ ਉਹ ਕਲੀ ਤੋਂ ਜਾਂ ਤਾਂ ਫੁੱਲ ਬਣੂ ਜਾਂ ਫਿਰ ਕਲੀ ਮੁਰਝਾ ਕੇ ਡਾਲੀਆਂ ਟੁੱਟ ਜੂ। ਮਾਨਸਿਕ ਜਿਹੜੇ ਮਨੋਵਿਗਿਆਨੀ ਨੇ, ਮਨੋਵਿਗਿਆਨੀ ਇਸ ਨੂੰ ਸੋਚਦੇ ਨੇ ਬਈ ਹੁੰਦਾ ਕੀ ਹੈ, ਉਹਨਾਂ ਦੀ ਪੜ੍ਹਾਈ ਇਸ ਤਰ੍ਹਾਂ ਹੁੰਦੀ ਹੈ। ਤੇ ਉਹ ਮਨੋਵਿਗਿਆਨੀ ਬਹੁਤ ਵਧੀਆ ਹੋ ਸਕਦਾ ਹੈ ਜਿਹਦੀ ਅਪਬ੍ਰਿੰਗਿੰਗ ਉਸ ਸਿਸਟਮ 'ਚ ਹੋਵੇ ਜਿੱਥੇ ਖੁੱਲ੍ਹ ਕੇ ਗੱਲਾਂ ਹੋਈਆਂ ਹੋਣ, ਜਿਹਨੂੰ ਗੱਲ ਕਰਨੀ ਆਉਂਦੀ ਹੋਵੇ, ਜਿਹਨੂੰ ਪਤਾ ਹੋਵੇ ਬੇਸਿਕ ਰੂਟਸ ਕੀ ਆ, ਗੜਬੜ ਕਿੱਥੇ ਹੈ। ਮੈਂ ਇੱਦੋਂ ਅੱਗੇ ਫਰਦਰ ਜਾਵਾਂ, ਪਹਿਲਾਂ 2 ਕਾਲਰ ਲੈ ਲਵਾਂ। ਕੋਮਲਪ੍ਰੀਤ ਕੌਰ ਤੇ ਸੈਮ ਜੀ ਗੱਲ ਕਰਨੀ ਚਾਹੁੰਦੇ ਨੇ, ਫਿਰ ਅੱਗੇ ਮੈਂ ਨਾਲੇ ਤੁਹਾਨੂੰ ਲੈ ਕੇ ਚੱਲਣਾ। ਜਦੋਂ ਮੈਂ ਆਪਣਾ ਐਡੀਟੋਰੀਅਲ ਖਤਮ ਕਰਦਾ, ਜਦੋਂ ਸਮਾਂ ਖਤਮ ਹੁੰਦਾ, ਨਾਲੇ ਮੇਰੇ ਚੱਲਿਓ ਤੇ ਗੱਲਾਂ ਐਡ ਕਰਾਂਗੇ। 604 204 0600। ਕੋਮਲਪ੍ਰੀਤ ਕੌਰ ਜੀ, thank you so much for ਦੁਬਾਰਾ ਕਾਲ। No problem ਜੀ, so interesting topic ਜੀ, thank you so much, ਕਿਉਂਕਿ ਸਮੇਂ ਦੀ ਲੋੜ ਆ ਜੀ। ਜਿਵੇਂ ਤੁਸੀਂ ਕਿਹਾ ਕਿ ਆਪਣੇ ਬੱਚੇ ਦੀ ਪਰਸਨੈਲਿਟੀ ਬਾਰੇ ਪੇਰੈਂਟਸ ਤੋਂ ਵੱਧ ਕੋਈ ਨਹੀਂ ਜਾਣਦਾ ਹੁੰਦਾ ਜੀ, ਕਿਉਂਕਿ ਪਰਸਨੈਲਿਟੀ ਟ੍ਰੇਟਸ ਬੱਚੇ ਦੇ ਜਦੋਂ ਉਹ ਬੇਬੀ ਹੁੰਦਾ ਉਦੋਂ ਤੋਂ ਹੀ ਹੁੰਦੇ ਆ, ਪਰ ਉਹ ਇਹ ਸਾਰਾ ਕੁਝ ਦੇਖਦੇ ਨਹੀਂ ਆ। ਕੰਪੈਟੇਬਿਲਿਟੀ ਆਪਣੀ ਸੋਸਾਇਟੀ 'ਚ ਬਸ ਮਨੀ ਦੇਖਦੇ ਆ ਕਿ ਮੁੰਡਾ ਕੰਮ ਕਰਦਾ ਜਾਂ ਕੁੜੀ ਕੰਮ ਕਰਦੀ, ਜਾਂ ਉਹ ਸੋਹਣੇ ਨੇ ਜਾਂ ਨਹੀਂ ਸੋਹਣੇ, ਜਾਂ ਘਰ। ਪਰਸਨੈਲਿਟੀ ਦੀ ਕੰਪੈਟੇਬਿਲਿਟੀ ਨਹੀਂ ਦੇਖਦੇ ਕਿ ਉਹ ਇੱਕ ਦੂਜੇ ਨਾਲ ਕਿਵੇਂ ਰਹਿਣਗੇ, ਜਾਂ ਫੈਮਿਲੀ 'ਚ ਕਿਵੇਂ, ਉਹ ਵੈਲਿਊ ਸਿਸਟਮ ਕੀ ਆ, ਕੁੜੀ ਕਿਹੜੇ ਵੈਲਿਊ ਸਿਸਟਮ 'ਚ ਵੱਡੀ ਹੋਈ ਆ, ਮੁੰਡਾ ਕਿਹੜੇ ਵੈਲਿਊ ਸਿਸਟਮ। ਜੋ ਵੈਲਿਊਜ਼ ਮੈਚ ਨਹੀਂ ਕਰਦੀਆਂ ਨਾ, ਜਿਵੇਂ ਇੱਕ ਘਰ 'ਚ ਫॉर ਐਗਜ਼ਾਮਪਲ ਮੁੰਡਾ ਅਰਲੀ ਉੱਠਦਾ ਆ, ਉਹਨੂੰ ਉਹ ਅਰਲੀ ਬਰਡ ਆ, ਤੇ ਕੁੜੀ ਲੇਟ ਉੱਠਦੀ ਆ, ਲੈਟਸ ਸੇ ਆਮ ਐਗਜ਼ਾਮਪਲ, ਤੇ ਉਹ ਇੱਥੋਂ ਹੀ ਪਹਿਲਾਂ ਸ਼ੁਰੂ ਹੋ ਜਾਂਦਾ। ਇੱਕ ਦਾ ਡੇ ਲੇਟ ਸ਼ੁਰੂ ਹੁੰਦਾ, ਇੱਕ ਦਾ ਡੇ ਲੇਟ ਖਤਮ ਹੁੰਦਾ ਆ ਜੀ। ਇਵੇਂ ਦੇ ਛੋਟੇ ਜਿਹੜੇ ਮੈਂ ਕੈਨੇਡੀਅਨ ਦੱਸਦੀ ਪਈ ਮਾਡਰਨ ਬੱਚਿਆਂ ਦੇ, ਜਿਹੜੇ ਅਸੀਂ ਇੰਡੀਆ ਤੋਂ ਆਉਂਦੇ ਆ, ਸਾਡੇ ਤੋਂ ਤੇ ਐਕਸਪੈਕਟੇਸ਼ਨਸ ਹੀ ਇਹ ਹੁੰਦੀਆਂ ਆ ਕਿ 20 ਸਾਲ ਦੀ ਕੁੜੀ, ਜਿਵੇਂ ਆਈ ਗਾਟ ਮੈਰਿਡ ਵੈਨ ਆਈ ਵਾਸ 21, ਤੇ ਸਾਡੇ ਤੋਂ ਐਕਸਪੈਕਟੇਸ਼ਨਸ ਇਹ ਹੁੰਦੀਆਂ ਵੀ ਹੁਣ ਅਸੀਂ 21 ਦੇ ਆ, ਸਾਨੂੰ ਬੱਚੇ ਵੀ ਪਾਲਣੇ ਆਉਣੇ ਚਾਹੀਦੇ ਆ, ਸਾਡਾ ਕਰੀਅਰ ਵੀ ਵਧੀਆ ਹੋਣਾ ਚਾਹੀਦਾ ਆ, ਨਵੀਂ ਕੰਟਰੀ ਸਾਨੂੰ ਸੈਟਲ ਵੀ ਆਉਣਾ ਮੰਗਦਾ ਆ, ਤੇ ਸਾਨੂੰ ਸਾਰੇ ਰੀਤੀ ਰਿਵਾਜ, ਸੈਟਲਮੈਂਟ ਅਸੀਂ ਪਰਫੈਕਟ ਹੋਣੀਆਂ ਚਾਹੀਦੀਆਂ ਐਟ ਦ ਏਜ ਆਫ 21। ਤੇ ਜਦੋਂ ਤੇ ਮੁੰਡਾ ਨਹੀਂ ਪਰਫੈਕਟ ਹੋਣਾ ਚਾਹੀਦਾ, ਇਹ ਤੇ ਬੇਬੀ ਸੀ ਜੀ, ਇਹ ਤੇ ਇਵੇਂ ਹੀ ਸੀ, ਇਹ ਤੇ ਇਸ ਤਰ੍ਹਾਂ ਹੀ ਸੀ, ਇਹ ਤੇ ਉਸ ਤਰ੍ਹਾਂ ਹੀ ਸੀ, ਤੇ ਇਹ ਇਸ ਤਰ੍ਹਾਂ ਉਸ ਤਰ੍ਹਾਂ ਸੀ, ਉਹ ਕਿਹੜੀ ਵਿਚਾਰੀ 10 ਘਰਾਂ ਦਾ ਕੰਮ ਕਰਦੀ ਆਈ ਆ, ਰਾਈਟ। ਸੋ ਇਹ ਸਾਰੇ ਕਲੈਸ਼ਿਸ ਹੁੰਦੇ ਆ, ਫਿਰ ਜਿੱਥੇ ਉਹ ਜਿਹਦਾ ਹੱਥ ਉੱਤੇ ਹੋ ਜਾਂਦਾ ਆ, ਫਿਰ ਉਹ ਅੱਗੋਂ ਆਪਾਂ ਨੂੰ ਪਤਾ ਅਬਿਊਜ਼ ਦੀਆਂ ਸੀਰੀਜ਼ ਸ਼ੁਰੂ ਹੋ ਜਾਂਦੀਆਂ ਆ। ਤੇ ਜਿਵੇਂ ਮਾਈ ਡਾਟਰ ਇਜ਼ 50, ਤੇ ਮੈਂ ਉਹਨੂੰ ਕਹਿੰਦੀ ਤੂੰ ਜਿੱਥੇ ਮਰਜ਼ੀ ਡੇਟ ਕਰੀ, ਜੋ ਮਰਜ਼ੀ ਕਰੀ, ਬਟ I will date your mother-in-law and I will date the family for certain period of time so that I can tell ਮੈਂ ਆਪਣੇ ਬੱਚੇ ਨੂੰ ਕਿਹੜੀਆਂ ਵੈਲਿਊਜ਼ ਨਾਲ ਵੱਡਾ ਕੀਤਾ ਆ। ਮੈਂ ਇੰਨੀ ਸਟਰੋਂਗ ਵਿਮਨ ਆ, ਮੇਰੀ ਡਾਟਰ ਹਾਊ ਆਈ ਤੋਂ ਤੁਹਾਡੇ ਸਿਸਟਮ 'ਚ ਫਿੱਟ ਹੋਊਗੀ। ਤੁਸੀਂ ਕੁੜੀਆਂ ਨੂੰ ਇੰਨਾ ਆਜ਼ਾਦ ਖਿਆਲ ਜਾਂ ਇੰਨਾ ਵੋਕਲ ਹੋਣਾ ਤੁਹਾਡਾ ਕਲਚਰ ਹੈਗਾ ਕਿ ਤੁਸੀਂ ਸਬਮਿਸਿਵ ਸੋਹਣੀ ਜੀ ਡੈਕੋਰੇਸ਼ਨ ਪੀਸ ਨੂੰ ਰੱਖਣਾ ਚਾਹੁੰਦੇ ਜੇ ਘਰੇ, ਕਿ ਡਾਕਟਰ ਡੈਕੋਰੇਸ਼ਨ ਪੀਸ, right? Or like how, because ਜੇ ਅੱਜ ਵੈਲਿਊ ਸਿਸਟਮ 'ਚ ਮੇਰਾ ਬੱਚਾ ਇਸ ਤਰ੍ਹਾਂ ਵੱਡਾ ਹੋਇਆ, ਜਾਂ ਫॉर ਐਗਜ਼ਾਮਪਲ ਮੈਂ ਜਿਵੇਂ ਤੁਹਾਨੂੰ ਪਿਛਲੀ ਮੇਰੀ ਕਾਲ ਤੋਂ ਪਤਾ ਲੱਗਾ ਹੋਣਾ ਕਿ ਮੈਂ ਬਸ ਗੁਰੂ ਮਹਾਰਾਜ ਨੂੰ ਮੰਨਣ ਵਾਲਾ ਲਾਈਕ ਸਿੱਖਿਆ, ਤੇ ਜੇ ਉਹ ਕਿਸੇ ਡੇਰੇ ਨੂੰ ਮੰਨਦੇ ਹੋਣਗੇ ਮੇਰੇ ਬੱਚੇ ਨੂੰ ਜਾਂ ਮੈਨੂੰ, ਤੇ ਫਿਰ ਸਾਡਾ ਤੇ ਉਹ ਕਲੈਸ਼ ਹੋ ਜਾਣਾ ਨਾ ਸ਼ੁਰੂ। ਬਿਲਕੁਲ ਠੀਕ। ਉਹ ਫਿਰ ਛੋਟੇ ਤੇ ਜਿਹਦੇ ਆਪਾਂ ਛੋਟੇ ਆੜ ਦੇਖਣ ਲੱਗ ਜਾਂਦੇ ਆ ਨਾ, ਫਿਰ ਉਹ ਵਧੀ ਜਾਂਦੇ ਆ। ਜਾਂ ਤੇ ਉੱਥੇ ਸਿਆਣੇ ਬਣਨਾ ਪੈਣਾ ਆ ਕਿ ਅੱਖਾਂ ਥੋੜੀਆਂ ਬੰਦ ਕਰੋ, ਇਗਨੋਰ ਕਰੋ ਕਿ ਬਾਕੀ ਚੀਜ਼ਾਂ ਬਹੁਤ ਚੰਗੀਆਂ ਨੇ। ਸੋ ਇਹ ਬਹੁਤ ਵੱਡਾ ਸਰਕਮਫਰੈਂਸ ਆ ਜਿਹਦਾ ਰੇਡੀਅਸ ਡਾਇਮੀਟਰ ਸਾਨੂੰ ਬਹੁਤ ਸੋਚਣਾ ਚਾਹੀਦਾ। ਪਰ ਜਿਵੇਂ ਤੁਸੀਂ ਕਿਹਾ ਕਿ ਅਸੀਂ ਕਹਿੰਦੇ ਚਲੋ ਕੰਮ ਖਤਮ ਕਰੋ, ਅੱਜ ਮੰਗਣੀ ਕੱਲ ਵਿਆਹ, ਤੇ ਉਸ ਤੋਂ ਬਾਅਦ ਕੋਈ ਨਹੀਂ, ਸਾਰਿਆਂ ਨਾਲ ਹੀ ਇਸ ਤਰ੍ਹਾਂ ਹੁੰਦਾ ਆ। You are not the first one. Just carry on. And I would like to add one more thing.
ਜਿਵੇਂ ਐਜ਼ ਅ ਕਮਿਊਨਿਟੀ ਅਸੀਂ ਐਕਸੈਪਟ ਨਹੀਂ ਕਰਦੇ ਕਿ ਸੈਪਰੇਸ਼ਨ ਨੂੰ। ਜੇ ਕੋਈ ਕੁੜੀ ਆਉਂਦੀ ਆ ਘਰੇ ਕਿ ਮੈਨੂੰ ਪ੍ਰੋਬਲਮ ਆ, ਅਸੀਂ ਕਹਿੰਦੇ ਨੋ ਤੁਸੀਂ ਇਹ ਡਾਈਵੋਰਸ ਐਕਸੈਪਟੇਬਲ ਨਹੀਂ ਆ, ਕਿ ਤੂੰ ਉੱਥੇ ਹੀ ਰਹਿਣਾ ਆ। ਸਾਨੂੰ ਇਹ ਕਮਿਊਨਿਟੀ ਰਿਸਪੈਕਟ ਕਰਨੀ ਚਾਹੀਦੀ ਕਿ ਸਾਡਾ ਬੱਚਾ ਇਹ ਨਹੀਂ ਕਿ ਮੁੰਡਾ ਮਾੜਾ ਜਾਂ ਕੁੜੀ ਮਾੜੀ, ਪਰ ਉਹ ਇੱਕ ਦੂਜੇ ਐਜ਼ ਏ ਹਿਊਮਨ ਬੀਇੰਗ ਚੰਗੇ ਹੋ ਸਕਦੇ ਆ, ਪਰ ਉਹ ਲਾਈਫ ਪਾਰਟਨਰ ਇੱਕ ਦੂਜੇ ਦੇ ਕੰਪੈਟੇਬਲ ਨਹੀਂ ਆ। ਵੀ ਸ਼ੁੱਡ ਅਸੀਂ ਓਪਨ ਹੋਣੇ ਚਾਹੀਦੇ, ਜਿਵੇਂ ਅਸੀਂ ਲਵ ਮੈਰਿਜ ਨੂੰ ਓਪਨ ਹੋ ਗਏ ਆ ਨਾ, ਐਕਸੈਪਟ ਕਰ ਲਿਆ, ਇਵੇਂ ਹੀ ਸਾਨੂੰ ਡਾਈਵੋਰਸ ਜਾਂ ਸੈਪਰੇਸ਼ਨ ਜਾਂ ਕੁੜੀ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੂੰ ਕੀ ਕਰੇਂਗੀ, ਇਕੱਲੇ ਕਿਵੇਂ ਰਹੀਦਾ ਵਾ, ਜਾਂ ਜਿਵੇਂ ਉਹਦੇ ਲਈ ਸਾਰੇ ਡੋਰ ਸ਼ਟ ਨੇ, ਫਿਰ ਕੀ ਹੋ ਗਿਆ, ਸ਼ੀ ਵਿਲ ਫਾਈਂਡ ਸਮਬਡੀ ਐਲਸ ਕੰਪੈਟੇਬਲ। ਇਕੱਲੇ ਕਿਵੇਂ ਰਹੇਗਾ, ਕੀ ਹੋਊਗਾ, ਉਹਦੇ ਲਈ ਸਾਰੇ ਡੋਰਸ ਬੰਦ। ਉਹ ਇੱਕ ਸਟਰੋਂਗ ਕੁੜੀ ਨੂੰ ਵੀ ਬਹੁਤ ਵੀਕ ਬਣਾਉਂਦੀ ਹੈ। ਆਪਣੀ ਕਮਿਊਨਿਟੀ ਆਈ ਰੀਅਲੀ ਵਾਂਟ ਟੂ ਟਾਕ ਅਬਾਊਟ ਦਿਸ, ਵੀ ਆਪਾਂ ਨੂੰ ਗੱਲ ਨੂੰ ਲਾਉਣਾ ਚਾਹੀਦਾ ਬੱਚੇ ਨੂੰ। ਬਿਲਕੁਲ ਵੀ ਸ਼ੁਡ ਲਿਸਨ ਟੂ ਹਰ ਰਾਦਰ ਦੈਨ ਸੇਇੰਗ ਸਾਡੇ ਨਾਲ ਵੀ ਇਵੇਂ ਹੀ ਹੋਇਆ ਆ, ਸਾਰੀਆਂ ਕੁੜੀਆਂ ਨਾਲ। ਇਹ ਤਾਂ ਐਂ ਹੀ ਕੱਟਣੀਆਂ ਹੁੰਦੀਆਂ ਨੇ, ਇਹ ਤਾਂ ਇਸ ਤਰ੍ਹਾਂ ਹੀ ਕੱਟੀ ਦੀਆਂ ਨੇ। ਹਾਂ, ਫਿਰ ਉਹ ਬੱਚਾ ਦੱਸਣਾ ਗੱਲ ਬੰਦ ਕਰ ਦਿੰਦਾ ਆ, ਅੰਦਰ ਹੀ ਅੰਦਰ ਉਹ ਜਦੋਂ ਉਹਦਾ ਥ੍ਰੈਸ਼ਹੋਲਡ ਖਤਮ ਹੋ ਜਾਂਦਾ, ਫਿਰ ਉਹ ਐਕਸਟ੍ਰੀਮ ਸਟੈਪਸ ਲੈ ਲੈਂਦਾ ਆ। ਕਈ ਫਿਰ ਬੱਚੇ ਹੋ ਜਾਂਦੇ ਆ, ਐਂਡ ਦੈਨ ਬੱਚਿਆਂ ਦੇ ਉੱਤੇ ਫਿਰ ਬੁਰਾ ਅਸਰ ਪੈਂਦਾ। then what we are doing as a community, ਫਿਰ ਆ ਬਾਕੀ ਸਾਰੀਆਂ ਇੰਨੀਆਂ ਪ੍ਰੋਬਲਮਸ ਹੈਗੀਆਂ, drugs and other things, ਉਹ ਸਾਰੀਆਂ ਇਹ ਵਰਲਡ ਇੱਥੋਂ ਹੀ ਨਿਕਲਦੀਆਂ ਆ। ਇਹੋ ਹੀ ਉਹਦਾ ਹਿਮਾਲਿਆ ਆ ਜਿੱਥੋਂ ਇਹ ਗੰਗਾ ਨਿਕਲਦੀ ਆ। ਧੰਨਵਾਦ, ਬਹੁਤ ਧੰਨਵਾਦ। ਇਹ ਸਨ ਕੋਮਲਪ੍ਰੀਤ ਕੌਰ ਜੀ ਸੰਧੂ ਟੋਰਾਂਟੋ ਤੋਂ। ਸੈਮ ਬੋਪਾਰਾਏ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਹੈ ਜੀ ਜੀ। ਮੋਸਟਲੀ ਗੈਸਟ ਕਾਲਰ ਨੇ ਕਵਰ ਕਰ ਦਿੱਤੀ ਜਿਹੜੀ ਮੈਂ ਗੱਲ ਕਹਿਣੀ। ਸਾਨੂੰ ਉਹ ਸੋਲੂਸ਼ਨ ਨਹੀਂ ਲੈਣਾ ਆ ਰਿਹਾ। ਇਸ਼ੂ ਇਹ ਆ ਵੀ ਦੇਖੋ, ਅੱਜ ਸਾਡੀ ਗੱਲਬਾਤ ਅਸੀਂ ਜੋ ਕਰਦੇ ਇਹਦੇ ਵਿੱਚ ਕੋਈ ਚੇਂਜ ਨਹੀਂ ਹੋਣੀ, ਨਾ ਜੋ ਰਿਸ਼ਤੇ ਆਉਣੇ ਆ। ਬ੍ਰੇਨ ਦੋ ਡਿਫਰੈਂਟ ਇੱਕ ਦੂਜੇ ਨਾਲ ਜੁੜਨੇ ਆ ਜੀ। ਅਗਰ ਨਹੀਂ ਨਿਭਦੀ ਇਹਦੇ ਵਿੱਚ ਇੱਕ ਸੋਲੂਸ਼ਨ ਦਿੱਤਾ, ਡਾਈਵੋਰਸ ਵੱਖਰੇ ਹੋ ਜਾਓ, ਖੁਸ਼ੀ ਵੱਖਰੇ ਹੋ ਜਾਓ, ਇਹ ਸਭ ਤੋਂ ਹੀ ਵਧੀਆ ਆ ਜੇ ਨਹੀਂ ਜੁੜਦੀਆਂ ਗੱਲਾਂ। ਪਰ ਮੌਤ ਇਹਦੀ ਸੋਲੂਸ਼ਨ ਨਹੀਂ ਹੈਗਾ, ਉਹ ਰੋਂਗ ਆ ਜਿਹੜਾ ਕਿ ਕੁੜੀ ਨੇ ਚੂਜ਼ ਕੀਤਾ। ਉਹ ਤੋਂ ਵਧੀਆ ਤਾਂ ਇੱਕ ਰਸਤਾ ਦਿੱਤਾ ਸੀ, ਪਰ ਇਹ ਗੱਲ ਸਹੀ ਆ ਸਾਡੀ ਕਮਿਊਨਿਟੀ ਦੇ ਵਿੱਚ ਇਸ ਡਾਈਵੋਰਸ ਨੂੰ ਇੱਕ ਟੈਬੂ ਦੀ ਤਰ੍ਹਾਂ ਯੂਜ਼ ਕੀਤਾ ਜਾ ਰਿਹਾ। ਇਹਨੂੰ ਖੋਲੋ। ਮੇਰੇ ਖਿਆਲ ਹੈ ਗਿਲ ਸਾਹਿਬ, ਆਪਾਂ ਪੁਰਾਣੇ ਸਿਸਟਮ ਦੀ ਗੱਲ ਕਰ ਰਹੇ ਹਾਂ, ਆਪਣੇ ਸਿਸਟਮ ਦੀ ਗੱਲ ਕਰ ਰਹੇ ਹਾਂ। ਨਵੀਂ ਜਨਰੇਸ਼ਨ ਦੇ ਵਿੱਚ ਬਹੁਤ ਚੇਂਜਿੰਗ ਆ ਚੁੱਕੀ ਹੈ। ਅੱਛਾ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮਾਂ ਉਹਨਾਂ ਦੀਆਂ ਵੀ ਪ੍ਰੋਬਲਮਾਂ ਨੇ। ਯੈਸ, ਬਿਲਕੁਲ ਠੀਕ ਹੈ। ਪਰ ਆਪਣੀਆਂ ਪ੍ਰੋਬਲਮਾਂ ਜਿਹੜੀਆਂ ਇਹ ਤਾਂ ਇੱਥੇ ਆਣ ਕੇ ਰੁਕ ਜਾਂਦੀਆਂ ਨੇ। ਡਿਵੋਰਸ ਹੀ ਨਹੀਂ ਲੈਣਾ, ਕੁੜੀ ਨੇ ਪੂਰਾ ਜ਼ੋਰ ਲਾਇਆ ਹੁੰਦਾ, ਮੈਂ ਨਾ ਮੈਨੂੰ ਕੋਈ ਲੋਕ ਕੀ ਕਹਿਣਗੇ, ਆ ਮੁੰਡੇ ਨੇ ਵੀ ਜ਼ੋਰ ਲਾਇਆ ਹੁੰਦਾ ਆ। ਅੱਛਾ, ਰਿਸ਼ਤੇ ਬਹੁਤ ਵਧੀਆ, ਹਜ਼ਾਰਾਂ ਮਿਲੀਅਨ ਰਿਸ਼ਤੇ ਬਹੁਤ ਵਧੀਆ ਨੈਵਰ ਹੈ, ਇੱਕ ਦੂਜੇ ਨਾਲ ਬੜਾ ਪਿਆਰ ਆ। ਇੱਥੇ ਦੇਖਦੇ ਆ ਆਪਾਂ, ਘੁੰਮਦੇ ਫਿਰਦੇ ਆ, ਕਿੱਦਾਂ ਰਿਸ਼ਤੇ, ਕਿੱਦਾਂ ਹਾਸੇ ਖੇਡੇ ਮਜ਼ਾਕ ਚੱਲ ਰਹੇ ਆ। ਪਰ ਕਹਿਣ ਨੂੰ ਕੀ ਆ ਵੀ 1 ਜਾਂ 2% ਨੇ ਗੰਦ ਪਾਉਣਾ ਹੀ ਪਾਉਣਾ ਹੈ ਵਿੱਚ। ਸੋ ਉਹਨਾਂ ਦਾ ਸੋਲੂਸ਼ਨ ਹੈ, ਪਲੀਜ਼ ਲੋਕੋ ਖੁੱਲੋ, ਡਿਵੋਰਸ ਨੂੰ ਟੈਬੂ ਦੀ ਤਰ੍ਹਾਂ ਨਾ ਯੂਜ਼ ਕਰੋ, ਇਹਨੂੰ ਇੱਕ ਸੋਲੂਸ਼ਨ ਦੀ ਤਰ੍ਹਾਂ ਯੂਜ਼ ਕਰੋ। ਕੋਈ ਵੀ ਬੱਚਾ ਮਰਨਾ ਨਹੀਂ ਚਾਹੀਦਾ, ਕੋਈ ਵੀ ਬੰਦਾ ਤੰਗ ਨਹੀਂ ਹੋਣਾ ਚਾਹੀਦਾ। ਔਰ ਬਹੁਤ ਲੋਕ ਜਿਹੜੇ ਆ ਉਹ ਤੰਗ ਆ, ਉਸ ਚੀਜ਼ 'ਚ ਨਿਭੀ ਜਾਂਦੇ ਆ, ਗੁੱਸੇ 'ਚ ਆਈ ਜਾਂਦੇ ਆ, ਜ਼ਿੰਦਗੀ ਕੱਢ ਰਹੇ ਆ। ਅਗਰ ਮੇਰਾ ਖਿਆਲ ਹੈ ਵੀ ਵਧੀਆ ਇਹੀ ਗਿਆ ਵੀ ਪਰਾਂ ਹੋ ਜਾਓ, ਉਹ ਹੋਰ ਦੇਖ ਲਓ, ਓਪਨ ਹੋ ਜਾਓ ਸੋਸਾਇਟੀ। ਔਰ ਸਾਨੂੰ ਥੋੜਾ ਜਿਹਾ ਮੈਂ ਬੋਲਦਾ ਰਿਹਾ ਆ, ਬੜਾ ਔਖਾ ਆ ਜਿਸ ਜਗ੍ਹਾ ਤੇ ਆਪਾਂ ਪੜੇ ਆ ਨਾ, ਇਹ ਸੱਚੀ ਬੜਾ ਔਖਾ ਆ। ਕਹਿ ਕੇ ਅਸੀਂ ਕਈ ਚੀਜ਼ ਕਰ ਸਕਦੇ ਆ ਵੀ, ਪਰ ਰੇਡੀਓ ਤੇ ਜਦੋਂ ਗੱਲਾਂ ਕਰਦੇ ਸ਼ਾਇਦ ਕੋਈ ਜਿਹੜਾ ਇਸ ਟਾਈਮ ਸੁਣ ਰਿਹਾ ਆਪਣੀ ਗੱਲ, ਉਹ ਮੜ ਜਾ ਦਿਲ ਕੱਢੇ ਤੇ ਇਸ ਸਿਚੁਏਸ਼ਨ ਤੋਂ ਬਾਹਰ ਨਿਕਲ ਜਾਵੇ। ਇਹੀ ਕਹੂੰਗਾ। ਧੰਨਵਾਦ ਬਹੁਤ। ਸਾਨੀ ਰਣਜੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਹਫ਼ਤੇ ਰੋਣੇ ਰਹਿੰਦੇ ਆ। ਪਹਿਲਾਂ ਜਿੱਥੇ ਰਿਸ਼ਤਾ ਕਰ ਦਿੰਦੇ ਸੀ, ਛੋਟਿਆਂ ਦਾ ਹੀ ਕਰ ਦਿੰਦੇ ਸੀ, ਜਾਣ ਪਛਾਣ ਚ ਰਿਸ਼ਤੇਦਾਰੀ ਚ, ਉਦੋਂ ਜੋ ਦੁੱਖ ਤਕਲੀਫ ਸਹਿ ਲੈਂਦੇ ਸੀ, ਘਰੋਂ ਬਾਹਰ ਨਹੀਂ ਸੀ ਜਾਂਦੇ। ਸਾਡਾ ਸਮਾਜ ਮਰਦ ਪ੍ਰਧਾਨ ਆ, ਤੇ ਜਦੋਂ ਅਸੀਂ ਕਹਿੰਦੇ ਕੁੜੀਆਂ ਇੰਨੀਆਂ ਸਿਆਣੀਆਂ ਹੋ ਗਈਆਂ ਪੜ੍ਹ ਲਿਖ ਕੇ, ਉਹ ਕਈ ਵਾਰੀ ਆਪਣੇ ਪਸੰਦ ਦਾ ਆਪ ਹੀ ਬਾਹਰ ਟੋਲ ਦਿੰਦੀ ਆ, ਹੋਰ ਕਿਸੇ ਦੀ ਲੋੜ ਹੀ ਨਹੀਂ, ਕੋਈ ਲਾਂਭਾ ਨਾ ਕੁਛ। ਜੋ ਵਿਆਹ ਕਰਾ ਵੀ ਲੈਂਦੀਆਂ ਨਾ ਘਰਦਿਆਂ ਨੂੰ, ਕੁੜੀ ਦੇ ਹੁਣ ਚਾਹੇ ਮੁੰਡੇ ਦੇ ਹੁਣ, ਉਹਨਾਂ ਨੂੰ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ। ਜੇ ਉਹਨਾਂ ਨੂੰ ਪਹਿਲਾਂ ਤਾਂ 6 ਮਹੀਨੇ ਲੱਗਦੇ ਇੱਕ ਦੂਜੇ ਦੇ ਸੁਭਾਅ ਤਾਂ ਸਮਝਣ ਨੂੰ ਜੀ।
ਜਦੋਂ ਨਿਭ ਜਾਂਦੇ ਜਾਂ ਤਾਂ ਲੜੀ ਜਾਣਗੇ ਸਾਰੀ ਉਮਰ ਜਾਂ ਫਿਰ ਪਾਸੇ ਹੋ ਜਾਂਦੇ ਨੇ। ਜਿਵੇਂ ਹੁਣ ਇੱਕ ਮੈਂ ਤਾਂ ਇੱਥੇ ਦੇਖਿਆ ਇੰਨੀਆਂ ਕੁੜੀਆਂ, ਕੋਈ ਪਾਣੀ ਚ ਡਿੱਗ ਪਈ, ਕੋਈ ਮਾਰਤੀ, ਕੋਈ ਮਰ ਗਈ, ਕੋਈ ਕੁਛ ਹੋ ਗਿਆ, ਕੋਈ ਕਮਲੀ ਹੋ ਗਈ, ਇੰਨੇ ਕੇਸ ਆਉਂਦੇ ਨੇ। ਇਹਦਾ ਇਹ ਆ ਵੀ ਮੈਂ ਤਾਂ ਦੇਖਿਆ ਵੀ ਲੜਾਈ ਸਾਰੀ ਹੁੰਦੀ ਆ ਪੈਸੇ ਪਿੱਛੇ। ਇਹ ਕਮਾਉਂਦੀਆਂ ਨੇ ਵਿਚਾਰੀਆਂ, ਕਮਾਉਂਦੀਆਂ ਨੇ, ਉਹ ਕਈ ਵਾਰੀ ਮਸ਼ੇਰੀ ਹੁੰਦੇ ਆ ਜਾਂ ਉਹੀ ਲਾਲਚੀ ਹੁੰਦੇ ਨੇ, ਉਹ ਉਹਨਾਂ ਕੋਲ ਪੈਸਾ ਨਹੀਂ ਛੱਡਦੇ, ਉਹਨੂੰ ਥੱਲੇ ਪੈਰ ਦੀ ਜੁੱਤੀ ਉਵੇਂ ਦਬਾ ਕੇ ਰੱਖਦੇ ਆ। ਕਈ ਤਾਂ ਸਟਰੋਂਗ ਹੋ ਜਾਂਦੀਆਂ, ਆਪਦਾ ਉਹ ਨਹੀਂ ਦਿੰਦੀਆਂ ਕੁਛ, ਜੋ ਮਰਜ਼ੀ ਹੋ ਜਾਏ, ਕਹਿੰਦੀਆਂ ਅਸੀਂ ਨਹੀਂ ਦਿੰਦੀਆਂ, ਅਸੀਂ ਉਹ ਸ਼ੇਅਰ ਕਰਦੇ ਹਾਂ ਵੀ ਅਸੀਂ ਆਪਣਾ ਰੱਖਣਾ। ਇਸਤਰੀ ਧਨ ਕਹਿੰਦੇ ਹੁੰਦੇ ਸੀ ਅੱਗੇ, ਜਦੋਂ ਦਿੰਦੇ ਨਾ ਦਾਜ ਚ ਸੋਨਾ ਪੈਸੇ ਜਾਂ ਕੁਛ ਦਿੰਦੇ, ਵੀ ਇਸਤਰੀ ਧਨ ਆ, ਕੋਈ ਤੁਹਾਡੇ ਕੋਲ ਲੈ ਨਹੀਂ ਸਕਦਾ ਜੀ। ਤੇ ਇੱਥੇ ਹੁਣ ਜਿਵੇਂ ਹੁੰਦਾ ਇੰਨੀ ਖੁੱਲ ਖੇਡ ਜੀ ਹੈਗੀ ਆ। ਇਹ ਜਿਹੜੇ ਜੇ ਤਾਂ ਉਹਦੀ ਉੱਤੇ ਪਾਲੜਾ ਭਾਰਾ ਹੋ ਗਿਆ ਜਿਹਦਾ, ਉਹ ਤਾਂ ਹੋ ਗਿਆ ਜਿੱਤ ਗਿਆ। ਜਿਹੜੇ ਦਬੀ ਰਹਿ ਗਈ ਉਹ ਦਬੀ ਹੋਈ ਰਹਿੰਦੀ ਆ, ਤੇ ਉਹਨਾਂ ਨੇ ਤਾਂ ਦਾ ਮਾਰਨਾ ਹੀ ਮਾਰਨਾ ਵੀ ਭਾਈ ਤੂੰ ਸਾਡੇ ਮਤਲਬ ਤੂੰ ਸਾਡੀ ਜਨਾਨੀ ਆ, ਤੂੰ ਸਾਡੇ ਥੱਲੇ ਲੱਗ ਕੇ ਰਹਿਣਾ, ਅਸੀਂ ਪ੍ਰਧਾਨ ਆ, ਅਸੀਂ ਜੋ ਕਰੀਏ ਮਰਜ਼ੀ ਕਰੀਏ, ਤੂੰ ਕੁਛ ਨਹੀਂ ਕਰ ਸਕਦੀ। ਜਿਹੜੀਆਂ ਘਰੇ ਰਹਿੰਦੀਆਂ ਉਹਨਾਂ ਨੂੰ ਵੀ ਕੋਈ ਸੌਖਾ ਨਹੀਂ ਹੈਗਾ। ਸੌਖੀ ਜ਼ਿੰਦਗੀ ਤਾਂ ਆ ਜੇ ਖੁਸ਼ਹਾਲੀ ਹੋਵੇ, ਬੱਚੇ ਖੁਸ਼ ਹੋ ਕੇ ਪਾਲਣ ਜੰਮਣ, ਸਾਰੇ ਤੋਂ ਰਹਿਣ ਦੇਖਣ, ਸਾਰੇ ਰਿਸ਼ਤੇਦਾਰੀਆਂ ਚ ਵਰਤਣ, ਇੱਕ ਦੂਜੇ ਦੇ ਸਮਾਜ ਵਿੱਚ ਸੋਹਣੀਆਂ ਸੋਹਣੀਆਂ ਗੱਲਾਂ ਦੇਖਣ, ਸੋਹਣੀਆਂ ਚੀਜ਼ਾਂ ਕਰਨ, ਫਿਰ ਤਾਂ ਠੀਕ ਨਿਭਦੀ ਆ। ਨਹੀਂ ਤਾਂ ਫਿਰ ਧੰਦ ਪਿੱਟਣਾ, ਗਲ ਤੇ ਢੋਲ ਵਜਾਉਣਾ, ਨਾ ਕੋਈ ਕੁਛ ਹੋਵੇ, ਨਾ ਕੋਈ ਕਰਾ ਸਕੇ। ਕਿਸੇ ਨੂੰ ਕਿਸੇ ਦਾ ਕੀ ਪਿਆ, ਕੋਈ ਵਿੱਚ ਨਹੀਂ ਪੈਂਦਾ ਕਿਸੇ ਦੀ ਲੜਾਈ ਚ, ਕੋਈ ਪੁਲਿਸ ਨਹੀਂ ਕੁਛ ਕਰਦੀ। ਮੈਂ ਇੱਥੇ ਕਈ ਦੇਖਿਆ ਜਾ ਕੇ ਪੁਲਿਸ ਚ ਖੜ ਜਾਂਦੀਆਂ, ਤੇ ਉਹਨਾਂ ਨੂੰ ਫਿਰ ਅੰਦਰ ਕਰ ਲੈਂਦੇ ਆ, ਫਿਰ ਛੱਡ ਦਿੰਦੇ ਆ। ਫਿਰ ਕਈ ਵਾਰੀ ਉਹਨਾਂ ਦਾ ਇੰਨਾ ਹੁੰਦਾ ਕੰਮ ਖਰਾਬ, ਫਿਰ ਜਿਵੇਂ ਫਿੱਕ ਪੈ ਜਾਂਦੀ ਆ ਆਪਸ ਵਿੱਚ। ਥੈਂਕ ਯੂ ਜੀ। ਪੌਲ, ਲਾਈਨ ਨੰਬਰ 4। ਪੌਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਬੋਲੋ। ਪੌਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਕਹਿਣਾ ਚਾਹੁੰਦਾ ਜਿਹੜੇ ਅੱਗੇ ਆਪਾਂ ਬੱਚਿਆਂ ਨੂੰ ਦਿੰਦੇ ਸੀ ਸਮਾਜਿਕ ਕਦਰਾਂ ਕੀਮਤਾਂ, ਧਾਰਮਿਕ ਰਾਏ, ਉਹ ਸਾਡੇ ਕਹਿਣ ਹੋ ਜਾਂਦੀਆਂ ਸੀ। ਜਦੋਂ ਮੇਰੀ ਵੀ ਵਾਈਫ ਵਿੱਚ ਜੋ ਮੈਂ ਦੇਖਦਾ ਸੀ, ਬੱਚਾ ਹੋਇਆ ਉਹਨੂੰ ਦੁੱਧ ਕਿੱਦਾਂ ਪਿਆਉਣਾ, ਉਹਨੂੰ ਸੱਸ ਨਾਲ ਗੱਲ ਕਿੱਦਾਂ ਕਰਨੀ, ਨਨਾਣ ਨਾਲ ਕਿੱਦਾਂ ਕਰਨੀ, ਵੀ ਕਿਵੇਂ ਹੈਰਾਨੀ ਹੁੰਦੀ ਸੀ ਵੀ ਇਹ ਵੀ ਕਿੱਦਾਂ ਇੱਦਾਂ ਹੈ ਨਾ, ਵੀ ਇੱਕ ਮਿੰਟ ਦੇ ਬਾਅਦ, ਇੱਕ ਸੈਕਿੰਡ ਦੇ ਬਾਅਦ ਉਹ ਚੇਂਜ ਹੁੰਦਾ ਜਿਹੜਾ ਸਾਰਾ ਜਿਹੜਾ ਸਟਰਕਚਰ ਹੈ। ਜਿਵੇਂ ਮੇਰੇ ਤੇ ਵੀ, ਜਿਵੇਂ ਆਪਾਂ ਕਹਿੰਦੇ ਆਪਣੇ ਤੇ ਵੀ ਉਹ ਬਹੁਤ ਇੱਦਾਂ ਦੀਆਂ ਵੇਰੀਏਸ਼ਨ ਆਉਂਦੀਆਂ ਲਾਈਫ ਦੇ ਵਿੱਚ, ਵੀ ਆਪਾਂ ਕਈ ਆਪ ਨੂੰ ਹੈਰਾਨ ਹੁੰਦਾ ਵੀ ਆਪਾਂ ਕਿੱਦਾਂ ਇੱਦਾਂ, ਮੇਰਾ ਖਿਆਲ ਆਪਣੇ ਕੇਕੇ ਨੂੰ ਹੋ ਜਾਂਦੀ। ਅੱਜ ਕੱਲ੍ਹ ਅਸੀਂ ਬੱਚਿਆਂ ਨੂੰ ਇੱਦਾਂ ਦੀ ਕਦਰਾਂ ਕੀਮਤਾਂ ਦਿੰਦੇ ਹਾਂ, ਵੀਡੀਓ ਬਣਾ ਲਈ ਜੀ, ਆਹ ਵੰਡ ਦਿਓ, ਆਹ ਕਰ ਲਓ, ਅਸੀਂ ਲਵ ਮੈਰਿਜ ਕਰਾਉਂਦੇ ਹਾਂ, ਡਿਵੋਰਸ ਹੋ ਗਏ ਤਾਂ ਕੀ ਹੈ। ਉਹੋ ਜਿਹੇ ਮੇਰਾ ਖਿਆਲ ਅੱਜ ਕੱਲ੍ਹ ਬਹੁਤ ਜਿਹੜੇ ਜੇ ਆਪਾਂ ਗੁਰਦੁਆਰਿਆਂ 'ਚ ਜਾਈਏ, ਅੱਜ ਲੋਕ ਬੜੇ ਨਾਅਰੇ ਲਾ ਰਹੇ ਉੱਥੇ, ਉਹਨਾਂ ਨੂੰ ਅਰੇਂਜਡ ਮੈਰਿਜ ਤੇ ਲਵ ਮੈਰਿਜ ਨੂੰ ਕਿਵੇਂ ਡਿਸਕ੍ਰਾਈਬ ਕਰਦੇ ਹੋ ਪੌਲ ਜੀ ਤੁਸੀਂ? ਜਿਹੜੀ ਲਵ ਮੈਰਿਜ, ਮੇਰੇ ਖਿਆਲ ਅਰੇਂਜ ਮੈਰਿਜ 2% ਫੇਲ ਹੁੰਦੀਆਂ, ਜਿਹੜੀਆਂ ਲਵ ਮੈਰਿਜ 54% ਫੇਲ ਹੁੰਦੀਆਂ ਨੇ। ਪਰ ਅਰੇਂਜਡ ਮੈਰਿਜਸ ਜਿਹੜੀਆਂ ਉਹ ਫੇਲ ਤਾਂ ਨਹੀਂ ਹੁੰਦੀਆਂ, ਪਰ 88% ਜਿਹੜਾ ਮਾਪਿਆਂ ਵੱਲੋਂ, ਕਿਉਂਕਿ ਉਹਨਾਂ ਦੀ ਸ਼ਮਲੇ ਦਾ ਔਖਾ, 88% ਜਿਹੜਾ ਜਿਉਂਦਿਆਂ ਨਰਕ ਭੋਗਦੀਆਂ, ਉਹ ਕਿਹੜਾ ਸੌਖਾ ਹੈ? ਨਹੀਂ ਭੋਗਦੇ ਜੀ ਉਹ। ਨਾ ਫਿਰ ਤੁਸੀਂ 54% ਦਾ ਕਿੱਥੋਂ ਲਿਆ ਵੀ 54% ਪਿਆਰ ਵਾਲੇ ਫੇਲ ਹੋ ਜਾਂਦੇ ਆ? ਇਹ ਆਪਣੇ ਮੈਂ ਤੁਹਾਨੂੰ ਭੇਜ ਵੀ ਸਕਦਾ। ਅੰਕੜਿਆਂ ਦੀ ਨਹੀਂ ਗੱਲ ਮੈਂ ਕਰਦਾ। ਅਰੇਂਜਡ ਮੈਰਿਜਸ ਮੈਂ ਮੰਨਦਾ ਕਿ ਉਹ 'ਚ ਦੋ ਮਾਪਿਆਂ ਦਾ ਉਹ ਹੈ, ਪਰ ਪਿਆਰ ਵਾਲੇ ਵਿਆਹ ਦੇ ਵਿੱਚ ਉਹ ਕਹਿੰਦੇ ਨਿਭ ਗਈ ਤੇ ਉਹਨਾਂ ਨੂੰ ਵਾਕ ਆਊਟ ਸੌਖਾ। ਅਰੇਂਜਡ ਮੈਰਿਜਸ ਦੇ ਵਿੱਚ ਕਿਉਂਕਿ 10 ਪਰਿਵਾਰ ਇਨਵੋਲਵ ਹੋਏ ਹੁੰਦੇ ਨੇ ਵਿਆਹ 'ਚ, ਉਹ ਕਹਿੰਦੇ ਭਾਈ ਸਾਡਾ ਸੋਚ, ਸਾਡਾ ਸ਼ਮਲਾ ਢਿੱਲਾ ਪਊ। ਬਹੁਤ ਵੱਡੀ ਪੰਡ ਹੈ ਜਿਹਨੂੰ ਖੋਲ੍ਹਣਾ ਹੈ। ਇਹ ਬਹੁਤ ਵੱਡੇ ਇਸ਼ੂ ਨੇ ਜਿਨ੍ਹਾਂ 'ਤੇ ਕੰਟੀਨਿਊ ਗੱਲ ਕਰਨੀ ਹੈ। ਇਸ ਮੰਚ ਵੱਲੋਂ ਇਹ ਧਾਰਿਆ ਅਸੀਂ ਕਿ ਇਹਦੇ 'ਤੇ ਗੱਲ ਕਰਨੀ ਹੈ ਜਦ ਤੱਕ ਸਾਖਰਤਾ ਭਾਈਚਾਰੇ 'ਚ ਪੂਰੀ ਨਹੀਂ ਹੁੰਦੀ। ਨਿਕ ਜੀ, ਲਾਈਨ ਨੰਬਰ 1 ਜੀ। ਗਿੱਲ ਸਾਹਿਬ ਜੀ, ਤਿੰਨ ਗੱਲਾਂ ਬਰੀਫਲੀ, ਵੈਰੀ ਬਰੀਫਲੀ ਜੀ। ਥੈਂਕ ਯੂ। ਪਹਿਲਾ ਪੁਆਇੰਟ ਮਾਤਰ ਸਾਥੀਆਂ ਦਾ ਇਹ ਵਾ ਵੀ ਅਰੇਂਜ ਮੈਰਿਜ ਇਜ਼ ਅ ਫੇਲਿਅਰ ਫॉर ਮੋਸਟ ਪਾਰਟ। ਆਮ ਨਾਟ ਸੇਇੰਗ ਇਨ ਐਵਰੀ ਕੇਸ, ਫॉर ਮੋਸਟ ਪਾਰਟ। ਦੂਜਾ ਪੁਆਇੰਟ ਇਹ ਭੁਲੇਖੇ 'ਚ ਨਾ ਰਹੀਓ ਭਈ ਆਦਮੀ ਦੇ ਕਸੂਰ ਨੇ ਸਾਰੇ। ਹਾਂਜੀ, ਸ਼ਾਇਦ ਹੋ ਸਕਦਾ 60% ਆਦਮੀ ਦੇ ਕਸੂਰ ਹੋਵੇ, 65% ਹੋਵੇ, ਇਹ ਕਿਤੇ ਭੁਲੇਖੇ 'ਚ ਨਾ ਰਹੀਓ।
ਕੁੜੀਆਂ ਬੜੀਆਂ ਐਗਰੈਸਿਵ ਨੇ ਤੇ ਮੈਂ ਕਿਹਾ ਗੱਲ ਹੀ ਕੋਈ ਮੈਂ ਕਿਹਾ ਤੋਬਾ ਕਰਾ ਦਿੰਦੀਆਂ ਨੇ। ਅੱਛਾ, ਤੀਜੀ ਗੱਲ ਇਹ ਹਾਂਜੀ, ਤੀਜੀ ਗੱਲ ਗਿਲ ਸਾਹਿਬ ਇਹ ਬਰੀਫਲੀ ਭਈ ਜੇ ਤੁਹਾਡੀ ਨਹੀਂ ਨਾ ਬਣਦੀ ਕੋਈ ਜ਼ਰੂਰ ਟਰਾਈ ਕਰੋ, ਜੇ ਟਰਾਈ ਕਰਨ ਤੋਂ ਬਾਅਦ ਵੀ ਨਾ ਬਣਦੀ ਤੇ ਦੈਨ ਸੈਪਰੇਸ਼ਨ। ਬਿਲਕੁਲ ਕੋਈ ਲੋੜ ਨਹੀਂ ਕਿਤੇ ਰਹਿਣ ਦੀ, ਫੋਰਗੇਟ ਦਾ ਰਿਸ਼ਤੇਦਾਰ, ਫੋਰਗੇਟ ਜਿੰਨੀਆਂ ਮਰਜ਼ੀ ਫੈਮਲੀਆਂ ਹੋਰ, ਤੁਹਾਡੀ ਆਪਣੀ ਲਾਈਫ ਆ ਜੀ। ਤੁਹਾਨੂੰ ਯਾਦ ਹੈ ਛੋਟੇ ਹੁੰਦੇ ਬਲਰਾਜ ਸਾਹਨੀ ਇੱਕ ਐਕਟ ਹੁੰਦਾ ਹੈਗਾ, ਯਾਦ ਹੈ ਜੀ? ਜੀ ਬਲਰਾਜ ਸਾਹਨੀ ਮੂਵੀ 'ਚ ਹਲੇ ਤੱਕ ਲਾਈਨ ਨਹੀਂ ਭੁੱਲੀ, ਉਹ ਕਿੰਨੇ ਸਾਲਾਂ ਦੀ ਗੱਲ ਆ। ਕਹਿੰਦਾ ਆਪਣੇ ਬੱਚੇ ਨੂੰ, ਮੁੰਡੇ ਨੂੰ ਕਹਿੰਦਾ बेटा देखो एक बार घर में बात बिगड़ जाए ना बस बिगड़ती ही जाती है। ਉਹਦਾ ਮਤਲਬ ਸੀਗਾ ਵੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਕਰੋ ਕਿ ਗੱਲ ਕੋਈ ਵਿਗੜੇ ਨਾ। ਇਸ ਕਰਕੇ ਸੈਪਰੇਸ਼ਨ ਮੇਰੇ ਖਿਆਲ 'ਚ ਸੈਪਰੇਸ਼ਨ ਜਿਹੜੀ ਆ ਦੈਟਸ ਦੀ ਬੈਸਟ ਸੋਲੂਸ਼ਨ ਰਾਈਟ ਅਵੇ। ਡੋਂਟ ਵਰੀ ਅਬਾਊਟ ਦ ਰਿਲੇਟਿਵਸ, ਡੋਂਟ ਵਰੀ ਅਬਾਊਟ ਲੋਕੀ ਕੀ ਕਹਿਣਗੇ, ਕਹਿਣ ਦਿਓ ਲੋਕਾਂ ਨੂੰ, ਹੂ ਕੇਅਰਸ, ਇਜ਼ ਯੋਰ ਲਾਈਫ। ਥੈਂਕ ਯੂ ਨਿਕ ਜੀ। ਸਰਦਾਰ ਜਸਵੀਰ ਸਿੰਘ। ਧੰਨਵਾਦ ਸਰਦਾਰ ਜੀ, ਬਹੁਤ ਮਿਹਰਬਾਨੀ। ਧੰਨਵਾਦ। ਜਿਹੜੀ ਸਮੱਸਿਆ ਇਹ ਹੈ ਨਾ, ਇਹ ਇੱਕ ਸੱਭਿਅਤ ਸਮੱਸਿਆ ਸਾਡੀ ਭਾਰਤੀ ਸਭਿਅਤਾ ਦੇ ਵਿੱਚ। ਔਰਤ ਦਾ ਜਿਹੜਾ ਦਰਜਾ ਹੈ ਬਚਪਨ ਚੋਂ ਨੀਵੇਂ ਜਗ੍ਹਾ ਤੇ ਰੱਖ ਕੇ ਉਹਦੀ ਪਰਵਰਿਸ਼ ਦੇ ਵਿੱਚ ਹੌਲੀ ਹੌਲੀ ਇਹ ਜ਼ਹਿਰ ਜਿਹੜੀ ਹੈ ਘੋਲੀ ਜਾਂਦੀ ਹੈ। ਹੁਣ ਤੁਸੀਂ ਦੇਖੋ ਵੀ ਅਸੀਂ ਸਿੱਖ ਕਹਾਉਣ ਵਾਲੇ ਲੋਕ, ਚਾਹੇ ਉਹ ਇੱਥੇ ਵੀ ਅਸੀਂ ਆ ਗਏ, ਅਸੀਂ ਔਰਤ ਨੂੰ, ਅਸੀਂ ਇਹ ਤਾਂ ਕਹਿੰਦੇ ਵੀ ਸਾਡੇ ਗੁਰੂ ਔਰਤ ਨੂੰ ਬਰਾਬਰਤਾ ਦਿੰਦੇ ਨੇ, ਪਰ ਤੁਸੀਂ ਇਹ ਦੇਖੋ ਨਜ਼ਰ ਮਾਰ ਕੇ ਵੀ ਘਰ ਤੋਂ ਲੈ ਕੇ ਧਾਰਮਿਕ ਸਥਾਨਾਂ ਜਾਂ ਧਾਰਮਿਕ ਵਿਹਾਰਾਂ ਦੇ ਵਿੱਚ ਕਿਤੇ ਔਰਤ ਦੀ ਬਰਾਬਰਤਾ ਨਜ਼ਰ ਆਉਂਦੀ ਹੈ? ਉਹਦਾ ਕਾਰਨ ਵੱਡਾ, ਅੱਛਾ ਹੁਣ ਬੱਚੀ ਜਦੋਂ ਪੈਦਾ ਹੁੰਦੀ ਹੈ ਉਹਦੀ ਪਰਵਰਿਸ਼ ਬਹੁਤਾਤ ਵਿੱਚ ਮਾਂ ਕਰਦੀ ਹੈ ਜੀ, ਔਰ ਮਾਂ ਹੀ ਉਹਦੇ ਦਿਮਾਗ ਦੇ ਵਿੱਚ ਏਦਾਂ ਦੀਆਂ ਚੀਜ਼ਾਂ ਫੀਡ ਕਰਦੀ ਹੈ ਬਚਪਨ ਤੋਂ। ਹੁਣ ਜਿਹੜੀ ਚੀਜ਼ ਮਾਨਸਿਕ ਤੌਰ ਦੇ ਉੱਤੇ ਡਿਵੈਲਪ ਹੋ ਰਹੀ ਆ 15, 17 ਜਾਂ 20 ਸਾਲ ਤੱਕ ਜਿਹੜੀ ਚੀਜ਼ ਪਰਵਰਿਸ਼ ਦੇ ਵਿੱਚ ਜਾ ਰਹੀ ਹੈ, ਉਹ ਇੱਕ ਦਿਨ ਦਾ ਤਾਂ ਰਿਜ਼ਲਟ ਹੈ ਨਹੀਂਗਾ। ਬਿਲਕੁਲ ਠੀਕ। ਉਹ 20 ਸਾਲ ਦੀ ਪਰਵਰਿਸ਼ ਦਾ ਹਿੱਸਾ ਹੈ ਜਿਹੜਾ ਬੱਚਿਆਂ ਨੇ ਜਾਂ ਬੱਚੀ ਨੇ 20 ਸਾਲ ਤੋਂ ਬਾਅਦ ਆਪ ਦੀ ਜ਼ਿੰਦਗੀ 'ਚ ਪ੍ਰੈਕਟਿਸ ਕਰਨਾ ਜੀ। ਜਦੋਂ ਉਹਦੇ ਨਤੀਜੇ ਸਾਡੇ ਅਨੁਕੂਲ ਨਹੀਂ ਹੁੰਦੇ, ਚਾਹੇ ਉਹ ਮੁੰਡੇ ਦੇ ਘਰ ਵਾਲਿਆਂ ਦੇ ਜਾਂ ਕੁੜੀ ਦੇ ਘਰ ਵਾਲਿਆਂ ਦੇ, ਪਰ ਉਸ ਟਾਈਮ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨੂੰ ਹੁਣ ਜਲਦੀ ਦੇਣੇ ਇਹਦੇ ਅਨੁਕੂਲ ਢਾਲਿਆ ਜਾਵੇ, ਜਿਹੜਾ ਕਿ ਸੰਭਵ ਨਹੀਂ ਹੈ। ਇਹ ਕੋਈ ਵਸਤੂ ਜਾਂ ਕੋਈ ਮਟੀਰੀਅਲ ਤਾਂ ਹੈ ਨਹੀਂ ਜਿਹਨੂੰ ਅਸੀਂ ਆਪਦੀ ਇੱਛਾ ਮੁਤਾਬਕ ਬਦਲ ਲਾਂਗੇ। ਇਹ ਮਾਨਸਿਕ ਸਥਿਤੀ ਹੈ ਜਿਹੜੀ 20 ਸਾਲਾਂ ਦੇ ਵਿੱਚ ਤੁਸੀਂ ਪਰਵਰਿਸ਼ ਦੇ ਨਾਲ ਇੱਥੋਂ ਤੱਕ ਖੜੀ ਕੀਤੀ ਹੈ। ਹੁਣ ਵੱਡੀ ਸਮੱਸਿਆ ਸਾਨੂੰ ਇਸ ਕਰਕੇ ਨਜ਼ਰ ਆ ਰਹੀ ਹੈ ਕਿ ਜਿਹੜੀ ਚੀਜ਼ ਦੇ ਵਿੱਚ ਸਾਡੀ ਪਰਵਰਿਸ਼ ਹੋਈ ਆ, ਉਹ ਸਭਿਅਤਾ, ਉਹ ਰਹਿਣ ਸਹਿਣ ਪੰਜਾਬ ਦਾ ਜਾਂ ਭਾਰਤ ਦਾ, ਤੇ ਜਿਹੜੀ ਜਗ੍ਹਾ ਦੇ ਉੱਤੇ ਅਸੀਂ ਇਸ ਨੂੰ ਪ੍ਰੈਕਟਿਸ ਕਰ ਰਹੇ ਹਾਂ ਜਾਂ ਜਿੱਥੇ ਅਸੀਂ ਇਹ ਆਜ਼ਾਦੀ ਦੀ ਗੱਲ ਕਰਦੇ ਹਾਂ, ਉਹ ਸਭਿਅਤਾ ਜਿਹੜੀ ਆ ਯੂਰਪੀਅਨ ਆ ਜਾਂ ਵਿਦੇਸ਼ੀ ਹੈ। ਇਹ ਕਲੈਸ਼ ਹੋਣ ਦੀ ਵਜ੍ਹਾ ਕਰਕੇ ਮਨੁੱਖ ਬਾਹਰੀ ਤੌਰ ਤੇ ਉਹਨੂੰ ਪਰਿਵਰਤਨ ਤਾਂ ਭਾਲਦਾ ਹੈ, ਪਰ ਜਿਹੜੀ ਉਹ ਪਰਵਰਿਸ਼ ਦਾ ਜਿਹੜੇ 20 ਸਾਲ ਦੀ ਸਾਡੀ ਚੀਜ਼ ਬਣੀ ਹੋਈ ਆ, ਉਹਨੂੰ ਸਮਾਂ ਦੇਣ ਤੋਂ ਅਸੀਂ ਮੁਨਕਰ ਹਾਂ। ਇਹ ਸਮੱਸਿਆਵਾਂ ਤਾਂ ਨੇ। ਅੱਛਾ ਹੁਣ ਤੁਸੀਂ ਦੇਖੋ ਇੱਥੇ ਵੀ ਜਿਹੜੀਆਂ ਬੱਚੀਆਂ ਪੈਦਾ ਹੋਈਆਂ ਜਾਂ ਜਿਹੜੀਆਂ ਬੱਚੀਆਂ ਇੱਥੇ ਵਿਆਹ ਹੋਈਆਂ, ਉਹਨਾਂ ਦੇ ਗਾਂ ਬੱਚੀਆਂ ਪੈਦਾ ਹੁੰਦੀਆਂ, ਉਹਨਾਂ ਦੇ ਘਰਾਂ 'ਚ ਵੀ ਅਫਸੋਸ ਬਣਾਇਆ ਜਾਂਦਾ ਵੀ ਕੁੜੀ ਪੈਦਾ ਹੋ ਗਈ। ਉਹ ਕਿਉਂ ਨਹੀਂ ਬਦਲਦੀਆਂ? ਅੱਜ ਜੇ ਕੋਈ ਔਰਤ ਦੀ ਸਭ ਤੋਂ ਵੱਡੀ ਜੇ ਦੁਸ਼ਮਣ ਬਹੁ ਗਿਣਤੀ ਵਿੱਚ, ਸਾਰੀਆਂ ਨਹੀਂ ਹੈ, ਤਾਂ ਔਰਤ ਹੈ, ਔਰ ਉਸ ਨੂੰ ਦਬਾਇਆ ਜਾਂਦਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਆਦਮੀ ਨਹੀਂ ਹੈ, ਆਦਮੀਆਂ ਦੇ ਵਿੱਚ ਇਹ ਭੁੱਖ ਹੈ ਕਿ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਨਿਭਾਉਣ ਤੋਂ ਮੁਨਕਰ ਰਹਿਣ, ਔਰ ਆਪਣੀ ਖੁਦਦਾਰੀ ਨੂੰ ਕਾਇਮ ਰੱਖਦਿਆਂ ਹੋਇਆਂ ਹਰ ਗਲਤ ਗੱਲ ਨੂੰ ਮਨਜ਼ੂਰ ਕਰਾਉਣ ਦੀ ਖਾਤਰ ਹਰਬਾ ਸ਼ਰਬਾ ਜਿਹੜਾ ਉਹ ਵਰਤ ਸਕਦੇ ਨੇ, ਉਹ ਵਰਤਦੇ ਨੇ। ਹਾਂ, ਗੱਲ ਹੋਣੀ ਚਾਹੀਦੀ ਹੈ, ਔਰ ਇਹ ਗੱਲ ਮੈਂ ਬਿਲਕੁਲ ਸਹਿਮਤ ਹਾਂ ਕਿ ਜੇ ਸਾਡੀ 40 ਸਾਲ ਤੋਂ ਬਾਅਦ ਵੀ ਆਪਸ ਵਿੱਚ ਹੀ ਵਿਚਾਰਾਂ ਦਾ ਸੁਮੇਲ ਨਹੀਂ ਹੋ ਰਿਹਾ, ਲੜਾਈ ਕਰਨ ਦੇ ਨਾਲੋਂ ਸਭ ਤੋਂ ਵਧੀਆ ਤੁਸੀਂ ਚਲੇ ਜਾਓ। ਹਰ ਇੱਕ ਨੂੰ ਆਪਣੀ ਗੈਰਤ ਦੇ ਉੱਤੇ ਜੀਵਨ ਜਿਉਣ ਦਾ ਹੱਕ ਹੈ। ਜਦੋਂ ਤੁਹਾਨੂੰ ਲੱਗੇ ਤੁਹਾਡੀ ਜ਼ਿੰਦਗੀ 'ਚ ਦੁਸ਼ਵਾਰੀਆਂ ਵਧਣ ਲੱਗੀਆਂ, ਤਾਂ ਜਲੀਲ ਹੋ ਕੇ ਜ਼ਿੰਦਗੀ ਜਿਉਣ ਨਾਲੋਂ ਆਜ਼ਾਦੀ ਨਾਲ ਜ਼ਿੰਦਗੀ ਜਿਉਣੀ 100 ਦਰਜੇ ਚੰਗੀ ਹੈ। ਮਾਲਕ ਨੇ ਇੱਕ ਵਾਰੀ ਦਿੱਤੀ ਹੈ, ਪਤਾ ਨਹੀਂ ਮੁੜ ਕੇ ਆਉਣੀ ਹੈ ਕਿ ਨਹੀਂ। ਧੰਨਵਾਦ ਜੀ, ਬਹੁਤ ਬਹੁਤ। ਮੈਂ ਕਾਲਰਾਂ ਨਾਲ ਗੱਲ ਕਰਕੇ ਹੀ ਫਿਰ ਖਬਰਾਂ ਸੁਣਦਾ। 10 ਮਿੰਟ ਹੋ ਗਏ। ਸੁੱਚਾ ਭੱਟੀ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਭੱਟੀ ਸਾਹਿਬ। ਹਾਂਜੀ, ਮੈਂ ਕੁਛ ਇਹਨਾਂ ਨੇ ਮੇਰੇ 1-2 ਪੁਆਇੰਟ ਇਹਨਾਂ ਨੇ ਕਹਿ ਦਿੱਤੇ ਤੇ ਕੁਛ ਪੁਆਇੰਟ ਮੇਰੇ ਕੋਲ ਆ, ਪਰ ਕਹਿਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ
ਕਿ ਮੈਨੂੰ ਮੇਰੇ ਪੁਆਇੰਟਾਂ ਤੋਂ ਇਹ ਨਾ ਅੰਦਾਜ਼ਾ ਲਾਉਣ ਕਿ ਮੈਂ ਔਰਤ ਵਿਰੋਧੀ ਹਾਂ। ਮੇਰੇ ਬੇਟਾ ਪੈਦਾ ਹੋਇਆ, ਮੈਂ ਉਦੋਂ ਵੀ ਲੱਡੂ ਵੰਡੇ ਆ। ਮੇਰੇ 2 ਬੇਟੀਆਂ ਹੋਈਆਂ, ਉਦੋਂ ਵੀ ਮੈਂ ਦੋਨਾਂ ਦੇ ਬਰਾਬਰ ਲੱਡੂ ਵੰਡੇ। ਔਰ ਤਿੰਨਾਂ ਦੀ ਵਾਰ ਨੂੰ ਪਹਿਲੇ ਉਹਨਾਂ ਦੇ ਜਨਮ ਦਿਨ ਤੇ ਗੁਰੂ ਗ੍ਰੰਥ ਸਾਹਿਬ ਜਾ ਕੇ ਗੁਰਦੁਆਰੇ ਜਾ ਕੇ ਅਖੰਡ ਪਾਠ ਵੀ ਕਰਵਾਏ ਤਿੰਨਾਂ ਦਾ ਹੀ। ਤੇ ਜਦੋਂ ਮੈਂ ਲੱਡੂ, ਪਹਿਲੀ ਕੁੜੀ ਮੇਰੀ ਬੇਟੀ ਪੈਦਾ ਹੋਈ ਤੇ ਮੈਂ ਲੱਡੂ ਦੇਣ ਗਿਆ ਤਾਂ ਮੈਨੂੰ ਕੁਛ ਲੋਕਾਂ ਨੇ ਇਹ ਕਿਹਾ ਸੀਗਾ ਕਿ ਲੱਡੂ ਕਾਹਦੇ ਮੁੰਡਾ ਹੋਇਆ। ਮੈਂ ਕਿਹਾ ਨਹੀਂ, ਬੇਟੀ ਹੋਈ ਆ। ਉਹਨਾਂ ਨੇ ਉਹਨਾਂ ਦਾ ਜਵਾਬ ਇਹ ਸੀਗਾ ਕਿ ਕੁੜੀਆਂ ਹੁੰਦਿਆਂ ਤੇ ਵੀ ਕਈ ਲੱਡੂ ਵੰਡਦਾ ਕੋਈ। ਤੇ ਮੈਂ ਉਹਨਾਂ ਨੂੰ ਮੇਰਾ ਜਵਾਬ ਇਹ ਸੀਗਾ ਕਿ ਮੇਰੇ ਬੇਟੀ ਵੀ ਉਹੀ ਹੱਕ ਰੱਖਦੀ ਹੈ ਜੋ ਮੇਰਾ ਬੇਟਾ ਰੱਖਦਾ। ਸੋ ਬੇਟੇ ਦੀ ਵਾਰ ਨੂੰ ਲੱਡੂ ਵੰਡਿਆ ਤਾਂ ਮੈਂ ਕੁੜੀਆਂ ਦੀ ਵਾਰ ਨੂੰ ਵੀ ਵੰਡਿਆ। ਸੋ ਇਹ ਤੋਂ ਵਿਸਾਈ ਤੋਂ ਜੋ ਮੈਂ ਆਪਣੇ ਘਰ 'ਚ ਜਾਂ ਆਂਢ ਗੁਆਂਢ ਦੇਖਿਆ, ਉਹਦੇ ਵਿੱਚ ਮੈਂ ਥੋੜਾ ਜਿਹਾ ਪੁਆਇੰਟ ਐਡ ਕਰਨਾ ਮੰਗਦਾ। ਜਦੋਂ ਇਹਨਾਂ ਨੇ ਕਿਹਾ ਕਿ ਬੇਟੀ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਕਿ ਕੀ ਕਰਨਾ, ਉਹ ਤੋਂ ਬਾਅਦ ਇਹਨਾਂ ਨੇ ਇਹ ਪੁਆਇੰਟ ਕੀਤਾ ਸੀਗਾ ਕਿ ਹਮੇਸ਼ਾ ਹੀ ਜਿਹੜੀ ਮਰਦਾਂ ਦਾ ਹੀ ਦੂਸਰਾ ਨਹੀਂ ਹੁੰਦਾ, ਕਸੂਰ ਨਹੀਂ ਹੁੰਦਾ, ਵਿੱਚ ਤੀਵੀਆਂ ਦਾ ਵੀ ਹੁੰਦਾ। ਉਹਦਾ ਇਹ ਸੀਗਾ ਕਿ ਮੈਂ ਆਪਣੇ ਘਰ 'ਚ ਮੇਰੀ ਦਾਦੀ ਮੁਖੀ ਸੀਗੇ। ਉਹਨਾਂ ਦੇ ਸਾਹਮਣੇ ਸਾਡੇ ਡੈਡੀ ਹੋਣੀ ਜਾਂ ਸਾਡੇ ਬਾਬੇ ਹੋਣੀ ਤਾਂ ਸ਼ਾਇਦ ਮੇਰੇ ਹੋਣ ਤੋਂ ਪਹਿਲਾਂ ਪੂਰੇ ਹੋ ਗਏ, ਮੈਂ ਉਹਨਾਂ ਨੂੰ ਦੇਖਿਆ ਨਹੀਂ। ਪਰ ਸਾਡੇ ਉਹ ਡੈਡ ਹੋਣਾ ਦੀ ਕੋਈ ਜ਼ਰੂਰਤ ਨਾ ਸੁਣਦੀ ਕਿ ਉਹ ਸਾਡੀ ਮਾਂ ਦੀ ਗੱਲ ਕੱਟ ਦੇਣ। ਤੇ ਜਦੋਂ ਸਾਡੀ ਵਾਰੀ ਆਈ ਤੇ ਉਹਦਾ ਦੋਨਾਂ ਦਾ ਸਤਿਕਾਰ ਕਰਦੇ ਸੀ। ਉਹਨਾਂ ਨੇ ਮੇਰੇ ਜਦੋਂ ਪਹਿਲਾਂ ਬ੍ਰਦਰ ਦਾ ਵਿਆਹ ਹੋਇਆ ਤੇ ਉਹਨਾਂ ਦੇ ਵਿਆਹ ਤੋਂ ਥੋੜੇ ਚਿਰ ਬਾਅਦ ਕਿਸੇ ਉਹਨਾਂ ਦੀ ਕੋਈ ਫਰੈਂਡ ਉਹਨਾਂ ਨੂੰ ਮਿਲਣ ਆਈ ਜੀ। ਉਹ ਉਹਨੂੰ ਕਹਿੰਦੀ ਹੈ ਕਿ ਕਿੱਦਾਂ ਤੇਰੇ ਸੱਸ ਸਹੁਰੇ ਕਿੱਦਾਂ? ਉਹ ਕਹਿੰਦੀ ਵੀ ਸੱਸ ਸਹੁਰੇ ਮੇਰੇ ਠੀਕ ਆ ਕਿੱਦਾਂ। ਅਤੇ ਉਹਨੂੰ ਮੋਰਿਆ ਉਹਨੂੰ ਜਿਹੜਾ ਮੈਂ ਸਾਈਡ ਤੇ ਬੈਠਾ ਸੀਗਾ, ਉਹਨੇ ਕਿਹਾ, ਕਹਿੰਦੀ ਆ ਕਿ ਇਹ ਜਿਹੜਾ ਸਲੋਗਨ ਸਾਰੀਆਂ ਔਰਤਾਂ ਵਰਤਦੀਆਂ ਤੇ ਸੱਸ ਜਾਂ ਤਾਂ ਚੰਗੀ ਹੋਵੇ ਜਾਂ ਫਿਰ ਫੋਟੋ ਟੰਗੀ ਹੋਵੇ, ਇਹ ਉਹਦਾ ਸਲੋਗਨ ਸੀਗਾ ਮੇਰੀ ਭਰਜਾਈ ਨੂੰ। ਤੇ ਉਹ ਫਿਰ ਆਪਸ ਵਿੱਚ ਹੱਸ ਕੇ ਗੱਲਾਂ ਕਰਦੀਆਂ। ਉਹ ਤੋਂ ਬਾਅਦ ਇਹੀ ਇੱਕ ਸਲੋਗਨ ਮੈਂ ਆਪਣੇ ਫਰੈਂਡ ਦੀ ਘਰ ਸੁਣਿਆ ਤੇ ਫਿਰ ਮੈਂ ਇਹੀ ਸਲੋਗਨ ਉਹਦੀ ਵਾਈਫ ਦੇ ਸਾਹਮਣੇ ਉਹਨੂੰ ਸਮਝਾਇਆ, ਉਹਨੂੰ ਕਿਹਾ। ਮੈਂ ਕਿਹਾ ਵੀ ਉਦੋਂ ਤਾਂ ਮੈਂ ਕੁਛ ਨਹੀਂ ਕਿਹਾ, ਬਾਅਦ 'ਚ ਗਿਆ ਮੈਂ ਕਿਹਾ ਤੇਰੀ ਸੱਸ ਕਿੱਦਾਂ ਤੇ ਤੇਰੇ ਸੱਸ ਸਹੁਰਾ? ਕਹਿੰਦਾ ਜੀਂਦੇ ਆ। ਮੈਂ ਉਹੀ ਸਲੋਗਨ ਤੇ ਉਹਨੂੰ ਸੁਣਾਤਾ। ਉਸੇ ਵਾਈਫ ਨੇ ਜਿਹੜੀ ਇਹ ਕਹਿੰਦੀ ਸੀ, ਉਹਨੇ ਜਾ ਕੇ ਆਪਣੇ ਘਰ ਵਾਲੇ ਨਾਲ ਲੜਾਈ ਕੀਤੀ ਘਰ, ਤੇ ਤੇਰੇ ਫਰੈਂਡ ਨੂੰ ਉਹਨੇ ਮੇਰੀ ਮਾਂ ਨੂੰ ਮੇਰੀ ਮਾਂ ਨੂੰ ਇਹ ਕਹਿੰਦਾ। ਤੇ ਬਾਅਦ ਵਿੱਚ ਮੇਰੇ ਫਰੈਂਡ ਨੇ ਮੈਨੂੰ ਫੋਨ ਕੀਤਾ। ਮੈਂ ਕਿਹਾ ਵੀ ਤੈਂ ਨਹੀਂ ਪੁੱਛਿਆ, ਤੇਰੇ ਚ ਇਹਨੇ ਗੱਟ ਪੈਣਾ ਨਾ, ਤੂੰ ਪੁੱਛਿਆ ਨਹੀਂ ਵੀ ਆਪਣੀ ਵਾਈਫ ਨੂੰ ਕਿ ਤੇਰੀ ਮਾਂ ਬਾਰੇ ਇਹ ਗੱਲ ਕਿੱਦਾਂ ਕਹੀ ਸੀ? ਬਿਲਕੁਲ ਪੱਟੀ ਸਾਹਿਬ, ਥੈਂਕ ਯੂ। ਰਣਜੀਤ ਕੌਰ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਵੀਰ ਜੀ। ਮੈਂ ਸਵੇਰ ਦਾ ਇਹ ਟਾਕ ਸ਼ੋ ਆਪਣੇ ਸੁਣ ਰਹੀ ਹਾਂ, ਸਵੇਰੇ ਵੀ ਬੇਟਾ ਵੀ ਆਇਆ ਬਲਰਾਜ ਜੀ ਜੀ, ਥੈਂਕ ਯੂ। ਮੈਂ ਉਹਦੀ ਵੀ ਸਾਰੀ ਕਾਉਂਸਲਿੰਗ ਦੀ ਜੋ ਕਨਸੈਪਟ ਹੁੰਦੇ ਮੈਂ ਸਾਰੇ ਸੁਣੇ ਆ। ਬਿਲਕੁਲ ਠੀਕ, ਉਹ ਤਾਂ ਉਹਨਾਂ ਦਾ ਪ੍ਰੋਫੈਸ਼ਨਲ ਜਿਹੜਾ ਜੀ। ਲੇਕਿਨ ਮੈਂ ਇਹ ਜਦੋਂ ਕਾਲਰ ਬੋਲ ਕੇ ਗਏ, ਮੈਂ ਉਹਨਾਂ ਦੇ ਨਾਲ ਬਹੁਤ ਸਾਰੀਆਂ ਉਹਨਾਂ ਦੀਆਂ ਗੱਲਾਂ ਸੁਣੀਆਂ। ਇਹਨਾਂ ਤੋਂ ਪਹਿਲਾਂ ਜਿਹੜੇ ਜਸਵੀਰ ਸਿੰਘ ਭਾਈ ਸਾਹਿਬ ਬੋਲੇ ਆ, ਬਿਲਕੁਲ ਮੈਂ ਉਹਨਾਂ ਨਾਲ ਸਹਿਮਤ ਹਾਂ ਜੀ। ਮੈਂ ਬਹੁਤਾ ਜ਼ਿਆਦਾ ਨਹੀਂ ਕਹਿਣਾ। ਮੈਨੂੰ ਇੰਨਾ ਲੱਗਦਾ ਕਿ ਸਾਡੀ ਜਿਹੜੀ ਕਮਿਊਨਿਟੀ ਆ ਭਾਈ ਸਾਹਿਬ, ਅਸੀਂ ਇੱਥੇ ਆ ਗਏ ਆ, ਲੇਕਿਨ ਸਾਡੀ ਜਿਹੜੀ ਮਾਨਸਿਕਤਾ ਆ ਨਾ, ਇਹ ਕਦੇ ਨਹੀਂ ਬਦਲੀ, ਕਦੇ ਵੀ ਨਹੀਂ ਬਦਲੀ। ਮੈਨੂੰ ਵੀ ਇੱਥੇ ਆਈ ਨੂੰ ਤਕਰੀਬਨ 48-49 ਸਾਲ ਹੋ ਗਏ ਜੀ ਜੀ। ਮੈਂ ਆਪਣੇ ਆਪ ਨੂੰ ਬੜੀ ਕੋਸ਼ਿਸ਼ ਕੀਤੀ। ਹੁਣ ਵੀ ਮੈਂ ਇੰਨਾ ਕਹਿੰਦੀ ਕਿ ਮੈਂ 1000 ਮਰਦਾਂ ਦੇ ਵਿੱਚ ਬੈਠ ਕੇ ਗੱਲ ਕਰ ਸਕਦੀ ਹਾਂ। ਮੈਂ ਆਪਣੇ ਆਪ ਨੂੰ ਇੱਥੇ ਤੱਕ ਸਟਰੋਂਗ ਬਣਾਇਆ ਕਿ ਮਰਦ, ਮੇਰੇ ਫਾਦਰ ਨੇ ਇੱਕੋ ਗੱਲ ਕਹੀ ਸੀ ਕਿ ਮਰਦ ਜਿਹੜਾ ਆ ਨਾ, ਮਰਦ ਫਾਦਰ ਵੀ ਹੁੰਦਾ ਔਰ ਮਰਦ ਹਸਬੈਂਡ ਵੀ ਹੁੰਦਾ, ਮਰਦ ਸਨ ਵੀ ਹੁੰਦਾ ਆ, ਭਰਾ ਵੀ ਹੁੰਦਾ ਆ। ਲੇਕਿਨ ਉਹ ਬੰਦੇ ਹੀ ਆ, ਬੰਦਾ ਬੰਦੇ ਵਰਗਾ ਹੀ ਹੁੰਦਾ। ਠੀਕ ਹੋ ਨਾ? ਮੈਂ ਇੱਥੋਂ ਤੱਕ ਔਰਤਾਂ ਆਪਣੇ ਪਰਿਵਾਰ 'ਚ ਜਿਹੜੀਆਂ ਵੱਡੇ ਸ਼ਹਿਰਾਂ ਦੀਆਂ ਪਲੀਆਂ ਆ, ਮੈਂ ਇੰਨਾ ਫਰਕ ਦੇਖਿਆ ਉਹਨਾਂ ਦੇ ਵਿੱਚ ਜਦੋਂ ਉਹਨਾਂ ਦੇ ਘਰ, ਹਾਲਾਂਕਿ ਮੇਰੇ ਨਾਲ ਦੀਆਂ ਹੀ ਆਈਆਂ ਆ,
ਉਹਨਾਂ ਦੇ ਘਰਾਂ ਦੇ ਵਿੱਚ ਭਾਈ ਸਾਹਿਬ ਹਾਲੇ ਵੀ ਬੇਟੇ ਬੇਟੀ ਦਾ ਇੰਨਾ ਫਰਕ, ਉਹ ਮੈਨੂੰ ਦਰਦ ਹੁੰਦਾ ਉਸ ਚੀਜ਼ ਦਾ। ਠੀਕ ਹੋ ਨਾ, ਜਦੋਂ ਤੱਕ ਸਾਡੀ ਮਾਨਸਿਕਤਾ ਨਹੀਂ ਬਦਲਣੀ, ਅਸੀਂ ਇੱਥੇ ਦੇ ਜਿਹੜੇ ਜਿੰਨੀਆਂ ਵੀ ਚੀਜ਼ਾਂ ਇਹਨਾਂ ਦੇ ਇੱਥੇ ਦੇ ਸਾਡੇ ਰੀਤੀ ਰਿਵਾਜ ਜਾਂ ਮਾਹੌਲ, ਅਸੀਂ ਉਸ ਨੂੰ ਐਕਸੈਪਟ ਨਹੀਂ ਕਰਨਾ। ਇਹ ਬੇਟੀਆਂ ਮਰਦੀਆਂ ਰਹਿਣੀਆਂ ਔਰ ਆਦਮੀ ਵੀ ਰੋਲਦੇ ਰਹਿਣੇ। ਮੈਂ ਦੋਨਾਂ ਦੇ ਪੱਖ 'ਚ, ਆਦਮੀ ਬੱਚੇ ਵੀ ਰੋਲਦੇ ਆ ਕਿਉਂਕਿ ਬੱਚੇ ਦਾ ਘਰ ਖਰਾਬ ਹੁੰਦਾ ਹੀ ਨਹੀਂ ਜੀ ਕੁਛ ਜੀ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਫੈਮਿਲੀ ਦੇ ਵਿੱਚ ਜਿਹੜੇ ਵੀ ਲੋਕ ਇੰਟਰਫੀਅਰ ਕਰਦੇ ਆ, ਜਦੋਂ ਬੱਚੇ ਦਾ ਵਿਆਹ ਹੋ ਗਿਆ, ਮੇਰੇ ਕੋਲ 3 ਬੱਚੇ ਆ, ਤਿੰਨੇ ਪ੍ਰੋਫੈਸ਼ਨਲ ਆ ਆਪਣੀ ਆਪਣੀ ਜਗ੍ਹਾ ਤੇ। ਮੈਂ ਕਦੇ ਆਪਣੇ ਬੱਚੇ ਦੇ ਬਿਨਾਂ ਨੌਕ ਕੀਤੇ ਮੈਂ ਉਹਦੇ ਡੋਰ ਤੇ ਕਦੇ ਜਾ ਕੇ ਸਟੈਪ ਨਹੀਂ ਲਿਆ। ਉਹਦਾ ਆਪਣਾ ਪਰਿਵਾਰ ਵਾ, ਮੇਰੀਆਂ ਬੱਚੀਆਂ ਦਾ ਆਪਣਾ ਪਰਿਵਾਰ। ਜੇ ਮੈਂ ਉਹਨਾਂ ਦੇ ਘਰ 'ਚ ਜਾਣਾ, ਮੈਂ ਫੋਨ ਕਰਕੇ ਜਾਣਾ। ਜਿਸ ਵੇਲੇ ਬੱਚੇ ਦਾ ਆਪਣਾ ਪਰਿਵਾਰ ਬਣ ਗਿਆ, ਉਸ ਬੱਚੇ ਨੂੰ ਇੰਟਰਫੀਅਰ ਨਾ ਕਰੋ। ਮੈਂ ਏਦਾਂ ਦੀਆਂ ਹਾਲੇ ਤੱਕ ਮੇਰੇ ਆਲੇ ਦੁਆਲੇ ਪਰਿਵਾਰ ਵਾ ਜਿਨ੍ਹਾਂ ਨੇ ਬੰਨ ਕੇ ਨੌਹਾਂ ਨੂੰ ਘਰ ਦੇ ਵਿੱਚ ਰੱਖਿਆ ਹੈ, ਹਾਲਾਂਕਿ ਉਹ ਅਫੋਰਡ ਵੀ ਕਰ ਸਕਦੇ ਸਭ ਕੁਝ। ਸੋ ਇਹ ਸਾਡੀ ਜਿਹੜੀ ਮਾਨਸਿਕਤਾ ਭਾਈ ਸਾਹਿਬ, ਇਹ ਕਦੇ ਨਹੀਂ ਜਾਣੀ ਜਦੋਂ ਤੱਕ ਅਸੀਂ ਆਪਣੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਬਦਲਦੇ ਨਹੀਂ, ਚੰਗੀ ਤਰ੍ਹਾਂ ਅਸੀਂ ਇਸ ਸਮਾਜ 'ਚ ਰਹਿਣਾ ਨਹੀਂ ਸਿੱਖਦੇ। ਇੱਥੇ ਮੈਂ ਰਿਚਮੰਡ ਦੇ ਵਿੱਚ ਆ, ਇੱਥੇ ਪੂਲ ਤੇ ਜਾਈਦਾ, ਆਪਣੇ ਉੱਥੇ 5-4 ਸਵੇਰੇ ਭਰਾ ਹੁੰਦੇ ਆ, ਇੰਨੀ ਉੱਚੀ ਉੱਚੀ ਉਹ ਬੋਲਦੇ ਆ, ਉਹਨਾਂ ਨੂੰ ਕੁਛ ਨਹੀਂ ਪਤਾ ਲੱਗਦਾ ਕਿ ਸਾਡੇ ਆਲੇ ਦੁਆਲੇ, ਕਿਉਂਕਿ ਸਾਡਾ ਮਾਹੌਲ ਥੋੜਾ ਇੱਥੇ ਦਾ ਸਰੀ ਨਾਲੋਂ ਡਿਫਰੈਂਟ ਵਾ। ਇੱਥੇ ਚਾਈਨੀਜ਼ ਭਾਈਚਾਰਾ ਬਹੁਤ ਜ਼ਿਆਦਾ ਆ। ਹਰ ਵੇਲੇ ਆਪਣਾ ਪੱਲੂ ਬਚਾ ਕੇ ਜਾਈਦਾ, ਕਾਨੂੰਨ ਨੂੰ ਫੋਲੋ ਕਰੀਦਾ, ਔਰ ਜੇ ਕਿਤੇ ਕਹਿਣਾ ਪਵੇ ਤਾਂ ਉਸੇ ਵੇਲੇ ਕਹਿਣ ਦੀ ਵੀ ਜ਼ਰੂਰਤ ਕਰੀਦੀ ਵੀ ਭਾਈ ਸਾਹਿਬ ਆਪਾਂ ਇਸ ਸਮਾਜ ਦੇ ਵਿੱਚ ਰਹਿ ਰਹੇ ਹਾਂ, ਔਰ ਜਾਂ ਭੈਣ ਜੀ ਆਪਾਂ ਇਸ ਸਮਾਜ 'ਚ ਰਹਿ ਰਹੇ ਹਾਂ। ਸੋ ਜਿੰਨੀ ਦੇਰ ਅਸੀਂ ਨਹੀਂ ਬੋਲਣਾ, ਇਸ ਪ੍ਰੋਬਲਮ ਨੇ ਵੱਧਦੀ। ਸਾਡੀ ਆਪਣੇ ਪਰਿਵਾਰ ਦੇ ਵਿੱਚ 4 ਸਾਲ ਪਹਿਲਾਂ 5 ਸਾਲ ਪਹਿਲਾਂ ਬੱਚੀ ਨੇ ਸੁਸਾਈਡ ਕੀਤਾ ਭਾਈ ਸਾਹਿਬ। ਉਹ ਬੱਚੇ ਵੀ ਘਰ ਛੱਡ ਕੇ ਚਲੇ ਗਏ, ਇੱਕ ਨਾਨੀ ਦੇ ਕੋਲ ਚਲੇ ਗਿਆ, ਦੂਸਰਾ ਪੜ੍ਹਨ ਚਲੇ ਗਿਆ, ਇਕੱਲੇ ਦਾ ਇਕੱਲਾ ਰਹਿ ਗਿਆ। ਕਿਸੇ ਨੇ ਉਸ ਬੱਚੀ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਉਸ ਬੱਚੀ ਨੇ ਕੁਛ ਦੱਸਿਆ ਵੀ ਨਹੀਂ, ਸਿਰਫ ਉਹ ਮਰੀ ਲੱਭੀ ਬੱਚੀ। ਸੋ ਮੈਨੂੰ ਦਰਦ ਹੁੰਦਾ ਜਦੋਂ ਕੋਈ ਬੱਚੀ ਜਾਂਦੀ ਆ, ਚਾਹੇ ਉਹ ਮੇਰੇ ਸਮਾਜ ਦੀ ਬੱਚੀ ਆ, ਚਾਹੇ ਉਹ ਦੂਸਰੇ। ਸਾਨੂੰ ਦੂਸਰੀ ਗੱਲ ਇਹ ਆ ਗੋਰੀਆਂ, ਇਹ ਕਾਲੀਆਂ, ਇਹ ਨੀਲੀਆਂ, ਇਹ ਪੀਲੀਆਂ ਨਹੀਂ, ਉਹ ਕਿਸੇ ਦੀਆਂ ਧੀਆਂ ਆ ਭਾਈ ਸਾਹਿਬ। ਜਿਹੜੀਆਂ ਬੱਚੀਆਂ ਸੜਕਾਂ ਤੇ ਕੰਮ ਕਰਦੀਆਂ, ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਪਤਾ ਨਹੀਂ ਉੱਥੇ ਕਿਹਨੇ ਪਹੁੰਚਾਇਆ। ਨਹੀਂ ਜੀ ਨਹੀਂ, ਬਿਲਕੁਲ ਸਮਾਜ ਜ਼ਿੰਮੇਵਾਰ ਹੈ। ਮੇਰੀਆਂ ਬੱਚੀਆਂ ਉਸ ਪ੍ਰੋਫੈਸ਼ਨ ਦੇ ਵਿੱਚ ਆ ਔਰ ਮੈਨੂੰ ਇਸ ਵੇਲੇ ਬੜਾ ਦੁੱਖ ਹੁੰਦਾ ਕਿ ਜਿਹੜੀ ਬੋਲੀ ਸਾਡੇ ਪੰਜਾਬੀ ਭਾਈਚਾਰੇ ਦੀ ਆ ਭਾਈ ਸਾਹਿਬ, ਬੜਾ ਦੁੱਖ ਹੁੰਦਾ। ਆਪਣੀ ਬੋਲੀ ਬਦਲੋ, ਆਪਣੀ ਮਾਨਸਿਕਤਾ ਨੂੰ ਬਦਲੋ, ਇਸ ਮੁਲਕ ਦੇ ਕਾਨੂੰਨਾਂ ਨੂੰ ਫੋਲੋ ਕਰੋ, ਤਾਂ ਹੀ ਅਸੀਂ ਇੱਥੇ ਸਾਡੀ ਕਾਮਯਾਬੀ ਦਾ ਫਾਇਦਾ। ਨਹੀਂ ਤਾਂ ਇਹ ਘਰ ਤਾਂ ਕਾਰਾਂ ਤਾਂ ਸਾਰਿਆਂ ਦੇ ਕੋਲ ਹੀ ਹੈਗੀਆਂ ਆ। ਧੰਨਵਾਦ ਭੈਣ ਜੀ, ਬਹੁਤ ਬਹੁਤ ਭਾਈ ਸਾਹਿਬ ਧੰਨਵਾਦ, ਮੈਨੂੰ ਟਾਈਮ ਦਿੱਤਾ। ਅੱਜ ਮੇਰੇ ਤੋਂ ਰਹਿ ਨਹੀਂ ਹੋਇਆ ਕਾਲ। ਧੰਨਵਾਦ ਬਹੁਤ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇਹ ਬਹੁਤ ਆਪਾਂ ਵੇਦਨਾ ਦੇ ਨਾਲ, ਸ਼ਿੱਦਤ ਨਾਲ ਇਸ ਮਾਮਲੇ ਤੇ ਹਰ ਹਫ਼ਤੇ ਇੱਕ ਪੱਕਾ ਸ਼ੋਅ ਨਹੀਂ 2 ਸ਼ੋਅ, ਇਹ ਅੱਜ ਸ਼ੁਰੂਆਤ ਮੈਂ ਕੀਤੀ ਆ ਇਸਤਰੀ ਦੇ ਪੱਖ ਤੋਂ। ਇਹਨੂੰ ਹੌਲੀ ਲੈ ਕੇ ਜਾਣਾ, ਇਹਨੂੰ ਸੰਪੂਰਨ ਕਰਾਂਗੇ। ਮਹੀਨਾ ਲੱਗ ਜਾਏ, 2 ਮਹੀਨਾ ਲੱਗ ਜਾਵੇ, ਆਪਣੇ ਵੱਲੋਂ ਸਾਰੀ ਕੋਸ਼ਿਸ਼ ਕਰਾਂਗਾ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ, ਆਪਣੇ ਮਾਪਿਆਂ ਨੂੰ ਵੇਖ ਕੇ, ਕਿ ਅਸੀਂ ਇਹ ਘੁੱਟਣ ਭਰੀ ਜ਼ਿੰਦਗੀ ਤੋਂ ਬਾਹਰ ਹੋ ਜਾਈਏ। ਬਹੁਤ ਔਖਾ ਹੈ ਇਹ ਸੌਖਾ ਨਹੀਂ ਹੈ। ਜੇ ਕਹੋ ਵੀ ਇੱਕ ਬੰਦੇ ਲਈ, ਦੋਨਾਂ ਲਈ ਔਖਾ ਹੈ। ਕੋਈ ਉਹਨੂੰ ਕੱਟ ਜਾਂਦਾ ਹੈ, ਕੋਈ ਅਖੀਰ ਉਸ ਨੂੰ ਸਰੈਂਡਰ ਕਰਕੇ ਜ਼ਿੰਦਗੀ ਦੇ ਵਿੱਚੋਂ ਚਲੇ ਜਾਂਦਾ। ਜਿਹੜਾ ਬਿਲਕੁਲ ਇੱਕ ਕਹਿਰ ਹੈ, ਕਿਸੇ ਦੀ ਜ਼ਿੰਦਗੀ ਲੈਣਾ ਜਾਂ ਕਿਸੇ ਨੂੰ ਉਸ ਜਗ੍ਹਾ ਤੇ ਲੈ ਜਾਣਾ, ਉਹ ਆਪਣੀ ਜ਼ਿੰਦਗੀ ਲੈ ਜਾਵੇ। ਸੋ ਕਿਉਂਕਿ ਇਸਤਰੀਆਂ ਦਾ ਪੱਖ ਬਹੁਤ ਦਬਮਾ ਰਹਿ ਜਾਂਦਾ ਹੈ, ਇਹਦੇ ਲਈ ਮੈਂ ਇਸਤਰੀ ਦੇ ਪੱਖ ਨੂੰ ਪਹਿਲਾਂ ਤੋਰਨਾ ਚਾਹੁੰਦਾ ਵੀ ਹੌਲੀ ਆਪਾਂ ਇਸ ਨੂੰ ਕੰਪਲੀਟ ਕਰਾਂਗੇ। ਪੀਐਲ ਫਾਈਨੈਂਸ਼ੀਅਲ, ਕੁਲਦੀਪ ਸਿੰਘ ਗਿੱਲ, ਗੁਰਜੋਤ ਸਿੰਘ ਗਿੱਲ, ਪੀਐਲ ਫਾਈਨੈਂਸ਼ੀਅਲ 6045036969 6045036969। ਟਰੱਕ ਟ੍ਰੇਲਰ ਵੀ ਹੁਣ ਪੀਐਲ ਫਾਈਨੈਂਸ਼ੀਅਲ ਤੇ ਵੇਚੇ ਜਾਂਦੇ ਨੇ। ਯੂਜ਼ ਟਰੱਕ, ਯੂਜ਼ ਟ੍ਰੇਲਰ, ਫਰੇਟ ਲਾਈਨਰ ਟਰੱਕ ਆਏ ਨੇ। 2 ਨਵੀਆਂ ਡਰਾਈਵ ਵੈਨਾਂ ਆਈਆਂ ਨੇ ਵਿਕਣ ਵਾਲੀਆਂ, ਬਿਲਕੁਲ ਬ੍ਰੈਂਡ ਨਿਊ। 6045036969। ਤੁਸੀਂ ਕੋਈ ਟਰੱਕ ਟ੍ਰੇਲਰ, ਡੰਪ ਟਰੱਕ, ਕੋਈ ਵੀ ਕਮਰਸ਼ੀਅਲ ਇਕਵਿਪਮੈਂਟ ਦਾ ਲੋਨ ਲੈਣਾ, ਪੀਐਲ ਫਾਈਨੈਂਸ਼ੀਅਲ 6045036969।
ਕੁਲਦੀਪ ਸਿੰਘ ਗਿੱਲ, ਗੁਰਜੋਤ ਸਿੰਘ ਗਿੱਲ। ਕਿਰਨ ਜੀ ਲਾਈਨ ਨੰਬਰ 2। ਕਿਰਨ ਹੈਲੋ ਜੀ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਬਿਲਕੁਲ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ। ਹਾਂਜੀ, ਇੱਕ ਕਾਲਰ ਆਏ ਸੀ ਜਿਹੜੇ ਇਕੁਐਲਿਟੀ ਦੀ ਗੱਲ ਕਰਕੇ ਗਏ ਸੀਗੇ। ਹਾਂਜੀ, ਮੇਰੇ ਨਾਲ ਇੱਕ ਇਨਸੀਡੈਂਟ ਹੋਇਆ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨਾ ਚਾਹੁੰਦੀ ਹਾਂ। ਕਰੋ ਜੀ। ਮੈਂ ਨਾ ਗੁਰਦੁਆਰਾ ਸਾਹਿਬ ਗਈ ਆਪਣੇ ਸ਼ਾਮ ਤੇ ਨੂੰ, ਐਂਡ ਉੱਥੇ ਮੈਂ ਭਾਂਡਿਆਂ ਦੀ ਸੇਵਾ ਕਰਾਉਣ ਲੱਗ ਗਈ। ਤੇ ਉੱਥੇ ਇੱਕ ਆਂਟੀ ਸੀਗੇ। ਕਿਹੜੇ ਗੁਰਦੁਆਰਾ ਸਾਹਿਬ ਜੀ? ਆਪਣੇ 72 and 120। ਅੱਛਾ ਜੀ, ਅੱਛਾ ਜੀ। ਤੇ ਉਹ ਜਦੋਂ ਮੈਂ ਸੇਵਾ ਕਰਾ ਰਹੀ ਸੀ, ਉਹਨਾਂ ਨੇ ਮੇਰੀ ਬਾਂਹ ਉੱਤੇ ਨਾ ਮੇਰੇ ਟੈਟੂ ਹੈ, ਤੇ ਉਹਨਾਂ ਨੇ ਟੈਟੂ ਦੇਖਿਆ। ਉਹਨਾਂ ਨੇ ਮੈਨੂੰ ਕੁਐਸਚਨ ਕੀਤਾ, ਕਹਿੰਦੇ ਆਹ ਟੈਟੂ ਤਾਂ ਪਵਾ ਲਿਆ, ਫਿਰ ਗੁਰਦੁਆਰੇ ਕਿਵੇਂ? ਮੈਂ ਹੈਰਾਨ ਹੋ ਗਈ, ਲਿਟਰਲੀ ਮੈਨੂੰ ਸ਼ੌਕ ਲੱਗਾ ਵੀ ਆਹ ਹੋ ਕੀ ਗਿਆ ਮੇਰੇ ਨਾਲ, ਵੀ ਜੇ ਮੈਂ ਟੈਟੂ ਪਵਾ ਲਿਆ ਤਾਂ ਮੈਂ ਗੁਰੂ ਘਰ ਜਾ ਕੇ ਸੇਵਾ ਨਹੀਂ ਕਰਵਾ ਸਕਦੀ। ਹੈਲੋ, ਹਾਂਜੀ ਹਾਂਜੀ, ਸੁਣ ਰਿਹਾ ਮੈਂ ਗੱਲ। ਹਾਂਜੀ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਨਾ ਮੈਨੂੰ ਸੇਵਾ ਨਹੀਂ ਕਰਵਾਉਣ ਦਿੱਤੀ। ਬਸ ਕਦੇ ਕੁਛ ਕਰੀ ਗਏ, ਮੈਨੂੰ ਬੋਲੀ ਗਏ। ਤੇ ਫਿਰ ਮੈਨੂੰ ਲੱਗਾ ਵੀ ਆਪਾਂ ਕਹਿ ਦਿੰਦੇ ਆ ਵੀ ਹਾਂ ਵੀ ਆਪਣੀ ਕਮਿਊਨਿਟੀ ਹੈਗੀ ਆ, ਵੀ ਆਪਣੇ ਯੂਨਿਟੀ ਆ, ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ। ਬਟ ਜਿੰਨੀ ਜ਼ਿਆਦਾ ਮੈਨੂੰ ਲੱਗਦਾ ਇੱਕ ਹੁੰਦੀ ਹੈ ਨਾ ਉਹ ਸੁੰਗੜੀ ਹੋਈ ਸੋਚ ਜਿਹੜੀ ਆਪਣੇ ਲੋਕਾਂ ਦੀ ਆ, ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਹੋਰ ਦੀ ਹੋਊਗੀ, ਕਿਉਂਕਿ ਕਿਸੇ ਨੂੰ ਇੰਨਾ ਫਰਕ ਪੈਣਾ ਨਹੀਂ ਚਾਹੀਦਾ। ਤੁਸੀਂ ਸੇਵਾ ਕਰ ਰਹੇ ਬੰਦੇ ਨੂੰ ਤੁਹਾਨੂੰ ਖੁਸ਼ ਹੋਣਾ ਚਾਹੀਦਾ ਵੀ ਆਪਣੇ ਬੱਚੇ ਆ ਕੇ ਇੱਥੇ ਸੇਵਾ ਕਰਵਾ ਰਹੇ ਨੇ, ਰਾਦਰ ਦੈਨ ਦੈਟ ਤੁਸੀਂ ਉਹਨਾਂ ਤੇ ਕੁਐਸਚਨ ਕਰ ਰਹੇ ਹੋ ਵੀ ਤੁਹਾਡੇ ਦਾ ਟੈਟੂ ਪਵਾਇਆ ਤੇ ਤੁਸੀਂ ਗੁਰਦੁਆਰਾ ਸਾਹਿਬ ਕਿੱਦਾਂ ਆ ਗਏ। ਮਤਲਬ ਮੈਨੂੰ ਬਹੁਤ ਬਚਕਾਨੀ ਲੱਗੀ ਇਹ ਗੱਲ, ਸੈਂਸ ਬਣੀ ਨਹੀਂ। ਫਿਰ ਤੁਸੀਂ ਉਹ ਜਿਹੜਾ ਉਸ ਨੂੰ ਕੰਟਰਾਡਿਕਟ ਨਹੀਂ ਕੀਤਾ? ਮੈਂ ਸ਼ਿਫਟ ਤੋਂ ਬਾਅਦ ਗਈ, ਮੈਂ ਸੋਚਿਆ ਵੀ ਚਲੋ ਥੋੜਾ ਸ਼ਾਂਤੀ ਮਿਲਦੀ ਹੈ ਮਨ ਨੂੰ। ਤੇ ਜਦੋਂ ਉੱਥੇ ਜਾ ਕੇ ਮੇਰੇ ਨਾਲ ਏਦਾਂ ਹੋ ਗਿਆ ਤਾਂ ਮੇਰਾ ਮਨ ਬਹੁਤ ਜ਼ਿਆਦਾ ਅਪਸੈਟ ਹੋਇਆ, ਤੇ ਮੈਂ ਬਸ ਕੁਛ ਨਹੀਂ ਕਿਹਾ, ਮੈਂ ਸਾਰਾ ਕੁਝ ਛੱਡ ਕੇ ਮੈਂ ਵਾਪਸ ਘਰ ਆ ਗਈ ਆਪਣੇ। ਸਮਝ ਹੀ ਨਹੀਂ ਆਉਂਦਾ ਸਮਟਾਈਮਸ, ਜੇ ਅਸੀਂ ਕੁਛ ਜਵਾਬ ਦਿੰਦੇ ਹਾਂ ਤਾਂ ਅਸੀਂ ਮਾੜੇ ਹੋ ਜਾਂਦੇ ਹਾਂ ਵੀ ਹਾਂ ਹੁਣ ਇਹ ਕੁੜੀਆਂ ਸਾਡੇ ਮੂਹਰੇ ਬੋਲਦੀਆਂ ਨੇ, ਤੇ ਜੇ ਅਸੀਂ ਨਹੀਂ ਬੋਲਦੇ ਤਾਂ ਫਿਰ ਏਦਾਂ ਹੋ ਜਾਂਦਾ ਵੀ ਖੁਦ ਨੂੰ ਪ੍ਰੋਬਲਮਸ ਆਉਂਦੀਆਂ ਨੇ, ਇੰਨਾ ਜ਼ਿਆਦਾ ਮੈਂਟਲ ਸਟ੍ਰੈਸ ਹੋ ਜਾਂਦਾ। ਥੈਂਕ ਯੂ। ਗੁਰਮੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਦੇਖੋ, ਜਿਹੜਾ ਇਹ ਇਸ਼ੂ ਇੰਨੀ ਛੇਤੀ ਖਤਮ ਹੋਣਾ ਨਹੀਂ ਹੈਗਾ ਕਿਉਂਕਿ ਇਹਦਾ ਰੀਜ਼ਨ ਇਹ ਹੈ ਨਾ, ਜਿੰਨਾ ਚਿਰ ਇਦੋਂ ਅਗਲੀ ਪੀੜ੍ਹੀ ਆਊਗੀ ਨਾ ਜਿਹੜੀਆਂ ਹੁਣ ਕੁੜੀਆਂ ਜੰਮੀਆਂ, ਉਦੋਂ ਇਹ ਇਸ਼ੂ ਜਾ ਕੇ ਖਤਮ ਹੋਣਾ। ਕਿਉਂਕਿ ਇਹਦਾ ਜੇ ਆਪਾਂ ਉਹਨੂੰ ਵਾਈਡਰ ਪਿਕਚਰ ਤੇ ਦੇਖਦੇ ਆ ਨਾ, ਕਿਉਂਕਿ ਸਾਡੀਆਂ ਮਾਵਾਂ ਸੀ ਤੇ ਜਿਹੜੀਆਂ ਉਹਨਾਂ ਦੀਆਂ ਜਿਹੜੇ ਵਿਚਾਲੇ ਆਪਣੇ ਜਿਹੜਾ ਡਿਫਰੈਂਸ ਆ ਗਿਆ ਨਾ, ਇਹ ਬਹੁਤ ਛੇਤੀ ਆ ਗਿਆ। ਜਿੱਦਾਂ ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ 25 ਸਾਲ ਪਹਿਲਾਂ ਲਵ ਮੈਰਿਜ ਨੂੰ ਕੋਈ ਨਹੀਂ ਐਕਸੈਪਟ ਕਰਦਾ ਸੀਗਾ, ਹੁਣ ਉਹੀ ਚੀਜ਼ ਹੋ ਗਈ। ਹੁਣ ਲਵ ਮੈਰਿਜ ਐਕਸੈਪਟ ਉਹ ਏਦਾਂ ਹੀ ਅੱਗੇ ਜਿਹੜੇ ਸੈਪਰੇਸ਼ਨ ਹੈ ਉਹ ਹੋਣੀਆਂ ਐਕਸੈਪਟ ਹੋਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਹਜੇ ਵੀ ਸਾਡੇ ਵਿੱਚ ਉਹੀ ਚੀਜ਼ਾਂ ਪਾਈਆਂ ਜਾ ਰਹੀਆਂ ਜਿਹੜੀਆਂ ਸਾਡੇ ਮਾਵਾਂ ਨੇ ਜਾਂ ਸਾਡੀਆਂ ਦਾਦੀਆਂ ਨੇ ਭੋਗੀਆਂ ਸੀ, ਹਨਾ। ਕਿਉਂਕਿ ਹੁਣ ਜਿਹੜੇ ਬੱਚੇ ਇੱਥੇ ਆ ਗਏ ਜਾਂ ਜਿਹੜੇ ਹੁਣ ਇੰਡੀਆ ਵੀ ਬੱਚੇ ਪੜ੍ਹ ਰਹੇ ਆ, ਕਿਉਂਕਿ ਅੱਗੇ ਹੋਸਟਲਾਂ 'ਚ ਰਹਿਣ ਵਾਲਾ ਜਾਂ ਪੀਜੀਆਂ 'ਚ ਰਹਿਣ ਵਾਲਾ ਇੰਨਾ ਕਲਚਰ ਨਹੀਂ ਸੀਗਾ, ਹਨਾ। ਬੱਚੇ ਬੁੱਢੀਆਂ ਲੇਡੀਜ਼ ਕੰਮ ਨਹੀਂ ਕਰਦੀਆਂ ਸੀਗੀਆਂ। ਉਹ ਹੌਲੀ ਹੌਲੀ ਕਰਕੇ ਜਦੋਂ ਆਪਣੇ 'ਚ ਕਲਚਰ ਆਇਆ, ਲਵ ਮੈਰਿਜ ਵਾਲਾ ਆਇਆ, ਐਕਸੈਪਟੇਸ਼ਨ ਹੋ ਗਈ ਹੈ ਸਾਰੀ ਕਮਿਊਨਿਟੀ ਦੀ, ਉੱਦਾਂ ਹੁਣ ਇੱਦਾਂ ਫਰਕ ਪੈਣਾ। ਬਟ ਇਹਦੇ 'ਚ ਨਾ ਇੱਕ ਚੀਜ਼ ਮੈਂ ਜ਼ਰੂਰ ਕਹਿੰਦਾ ਆ ਵੀ ਜਦੋਂ ਤੁਹਾਨੂੰ ਆਸੇ ਪਾਸੇ ਕਿਤੇ ਵੀ ਲੱਗਦਾ ਆ ਵੀ ਕੁਛ ਨਾ ਕੁਛ ਇਸ਼ੂ ਹੈਗਾ ਆ ਜਾਂ ਚੱਲ ਰਿਹਾ, ਈਵਨ ਤੁਹਾਡਾ ਫਰੈਂਡ ਹੈ ਜਾਂ ਤੁਹਾਡੀ ਫਰੈਂਡ ਹੈ, ਕੁੜੀਆਂ ਨੂੰ ਤੁਹਾਡੀ ਫਰੈਂਡ ਹੈ, ਉਹਨਾਂ ਨੂੰ ਵਿਸਲ ਬਲੋਅਰ ਹੋਣਾ ਜ਼ਰੂਰੀ ਹੈ। ਉਹਨਾਂ ਨੂੰ ਜ਼ਰੂਰੀ ਹੈ ਵੀ ਆਹ ਇਸ਼ੂ ਇੱਥੋਂ ਤੱਕ ਨਾ ਪਹੁੰਚੇ, ਕਿਉਂਕਿ ਜਦੋਂ ਤੁਸੀਂ ਉਹਨੂੰ ਐਟਲੀਸਟ ਇੱਕ ਮੂਮੈਂਟ ਹੁੰਦੀ ਹੈ, ਇੱਕ ਨਾ ਸਿਰਫ ਜਦੋਂ ਬੰਦੇ ਨੂੰ ਕੁਛ ਵੀ ਇੱਕ ਮਤਲਬ ਇਹੀ ਕਹਿੰਦੇ ਵੀ ਕੋਈ ਨਹੀਂ ਆਪਾਂ ਦੇਖਦੇ ਹਾਂ, ਆਪਾਂ ਕਰਦੇ ਹਾਂ, ਮੈਂ ਹੈਗਾ ਜਾਂ ਮੈਂ ਹੈਗੀ ਆ, ਹਨਾ। ਜਾਂ ਜਿਵੇਂ ਫੈਮਿਲੀ 'ਚੋਂ ਕੋਈ ਕਜ਼ਨ ਕੁਛ ਵੀ, ਉਹਦੇ ਨਾਲ ਬੰਦੇ ਨੂੰ ਬਹੁਤ ਜ਼ਿਆਦਾ ਸਹਾਰਾ ਮਿਲਦਾ, ਸੋ ਉਹਨੂੰ ਅੱਗੇ ਡਿਸੀਜ਼ਨ ਲੈਣ 'ਚ ਵੀ ਫਰਕ ਈਜ਼ੀ ਹੋ ਜਾਂਦਾ ਬੰਦੇ ਨੂੰ। ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਥੈਂਕ ਯੂ ਜੀ। ਜ਼ੋਰਾਵਰ ਸਿੰਘ ਜੀ, ਲਾਈਨ ਨੰਬਰ 4। ਜ਼ੋਰਾਵਰ ਸਿੰਘ ਜੀ। ਹੈਲੋ ਜੀ। ਹਾਂਜੀ ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਸ ਇਹੀ ਇੱਕ ਦੋ ਛੋਟੀਆਂ ਗੱਲਾਂ ਹੀ ਕਹਿਣੀਆਂ ਵਾ। ਤੇ
ਜਿੱਦਾਂ ਪਹਿਲੀ ਤਾਂ ਡਿਫਰੈਂਸ ਆਪਾਂ ਬੱਚਿਆਂ ਨੂੰ, ਜਿੱਦਾਂ ਮੁੰਡਾ ਹੁੰਦਾ ਜਾਂ ਕੁੜੀ ਹੁੰਦੀ ਆ, ਆਪਾਂ ਉਹਨਾਂ ਦੇ ਰੂਲਸ ਹੀ ਅਲੱਗ-ਅਲੱਗ ਹੁੰਦੇ ਆ, ਮਾਂ ਪਿਓ ਦੀ ਅਲੱਗ-ਅਲੱਗ ਹੁੰਦੇ ਆ ਨਾ। ਕੁੜੀ ਨੂੰ ਕਿੱਦਾਂ ਟਰੀਟ ਕੀਤਾ ਜਾਂਦਾ, ਮੁੰਡੇ ਨੂੰ ਚੱਲ ਕੋਈ ਨਹੀਂ ਕਹਿ ਕੇ ਸਾਰ ਦਿੰਦਾ ਬੰਦਾ ਵੀ ਏਦਾਂ ਕਰਦੇ ਆ। ਪਹਿਲੀ ਗੱਲ ਤਾਂ ਆਪਾਂ ਨੂੰ ਉਹੀ ਰੂਲ ਕਰਨਾ ਪੈਣਾ ਆ। ਜਿੱਥੇ ਬੱਚਾ ਗਲਤ ਆ ਆਪਾਂ ਉਹਨੂੰ ਗਲਤ ਨਹੀਂ ਕਹਿੰਦੇ, ਮਾਂ ਨਹੀਂ ਗਲਤ ਕਹਿੰਦੀ ਮੁੰਡੇ ਨੂੰ, ਮੁੰਡੇ ਦਾ ਪੱਖ ਮਾਂ ਲਈ ਜਾਂਦੀ ਆ ਤੇ ਕੁੜੀ ਦਾ ਪੱਖ ਪਿਓ ਲਈ ਜਾਂਦਾ, ਹਨਾ। ਕਿਉਂਕਿ ਜਿੰਨਾ ਚਿਰ ਆਪਾਂ ਦੋਨੇ ਇਕੱਠੇ ਨਹੀਂ ਉਹਨੂੰ ਰੋਂਗ ਨਹੀਂ ਕਹਿੰਦੇ, ਉਹ ਪ੍ਰੋਬਲਮ ਉੱਥੋਂ ਹੀ ਸਟਾਰਟ ਹੋਈ ਆ। ਉਹ ਪ੍ਰੋਬਲਮ ਅੱਗੇ ਵਿਆਹ ਤੱਕ ਚਲੀ ਜਾਂਦੀ ਆ। ਫਿਰ ਤਾਂ ਤੁਹਾਨੂੰ ਪਤਾ ਹੀ ਆ ਵੀ ਉਹ ਉਦੋਂ ਤੱਕ ਬੰਦਾ ਮੈਚਿਓਰ ਆਪਦਾ ਉਹਦਾ ਮਾਈਂਡ ਸੈੱਟ ਬਣ ਚੁੱਕਿਆ ਹੁੰਦਾ, ਹਨਾ। ਤਾਂ ਉਦੋਂ ਉਹਦੀਆਂ ਪ੍ਰੋਬਲਮਾਂ ਅੱਗੇ ਵਧਣੀਆਂ ਹੀ ਹੁੰਦੀਆਂ ਜੇ ਆਪਾਂ ਪਹਿਲਾਂ ਹੀ ਉਹਨਾਂ ਨੂੰ ਸਟਾਪ ਕਰ ਲਈਏ ਬੱਚਿਆਂ ਤੋਂ ਹੁੰਦਿਆਂ ਦੀ ਪਰਵਰਿਸ਼ ਵੇਲੇ ਮਾਂ ਪਿਓ, ਹਨਾ। ਤਾਂ ਉਹ ਇੱਥੇ ਹੀ ਸਟਾਪ ਹੋ ਸਕਦੀਆਂ ਵਾ। ਜਿੱਦਾਂ ਆਪਾਂ ਜੇ ਉਹਨਾਂ ਨੂੰ ਗਲਤ ਕਹਿ ਦਈਏ ਤਾਂ ਬੱਚਾ ਅਗਲੀ ਵਾਰੀ ਗਲਤ ਕਰਨ ਤੋਂ ਸੋਚੂਗਾ ਵੀ ਮੈਂ ਨਹੀਂ ਕਰਨੀ, ਮੈਨੂੰ ਗਲਤ ਕਿਹਾ ਵਾ ਉਹਨਾਂ ਨੇ, ਹਨਾ। ਬਿਲਕੁਲ ਠੀਕ ਹੈ, ਥੈਂਕ ਯੂ। ਹੋਰ ਕਾਲਰ ਨਾ ਜੀ ਪਲੀਜ਼ ਕਾਲ ਕਰਿਓ, ਮੈਂ ਅਗਲਾ ਵਿਸ਼ਾ ਵੀ ਛੂਣਾ। ਸੁੱਚਾ ਭੱਟੀ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ 2 ਪੁਆਇੰਟ ਦੱਸਣੇ ਸੀ ਮੇਰੇ ਕੋਲ। ਪੁਆਇੰਟ ਮੇਰੇ ਇਹ ਸੀ ਕਿ ਜਿੱਦਾਂ ਅਸੀਂ ਆਦਮੀਆਂ ਨੂੰ ਕਹਿੰਦੇ ਕਿ ਆਦਮੀਆਂ ਨੂੰ ਚੇਂਜ ਹੋਣਾ ਚਾਹੀਦਾ, ਉੱਦਾਂ ਤੀਵੀਆਂ ਨੂੰ ਵੀ ਚੇਂਜ ਹੋਣਾ ਚਾਹੀਦਾ। ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ ਕਿ ਚਲੋ ਮੇਰਾ ਵਿਆਹ ਹੋਇਆ, ਮੇਰੇ 2-3 ਕੁੜੀਆਂ ਹੋ ਗਈਆਂ। ਮੇਰੀ ਮਾਂ ਨੇ ਮੈਨੂੰ ਕਹਿਣਾ ਕਿ ਨਹੀਂ ਤੂੰ ਇੱਕ ਹੋਰ ਵਿਆਹ ਕਰਵਾ ਲਾ। ਮਾਂ ਕੌਣ ਆ? ਤੀਵੀਂ। ਉਹ ਜਿਹੜੀ ਮੇਰੀ ਵਾਈਫ ਆ ਉਹ ਵੀ ਤੀਵੀਂ ਆ। ਮੇਰੀ ਭੈਣ ਨੇ ਵੀ ਆ ਕੇ ਮੈਨੂੰ ਪ੍ਰੈਸ਼ਰ ਕਰਨਾ ਕਿ ਤੇਰੇ ਕੋਈ ਮੁੰਡਾ ਨਹੀਂ ਆ ਤੇ ਚੱਲ ਵਿਆਹ ਕਰਵਾ ਲਾ, ਉਹ ਵੀ ਤੀਵੀਂ ਆ। ਹਾਲਾਂਕਿ ਕੁੜੀਆਂ ਪੈਦਾ ਕਰਨ ਲਈ ਇਸਤਰੀ ਦਾ ਕੋਈ ਕਸੂਰ ਨਹੀਂ, ਉਹਦੇ ਵਿੱਚ ਕੋਈ ਕਸੂਰ ਨਹੀਂ, ਪਰ ਉਹਨਾਂ ਨੂੰ ਜਿਹੜਾ ਆਦਮੀਆਂ ਨੂੰ ਪ੍ਰੈਸ਼ਰ ਪਾਉਂਦੇ ਆ ਉਹ ਮੈਜੋਰਟੀ ਦਾ ਟਾਈਮ ਉਹ ਇਸਤਰੀ ਵੱਲੋਂ ਆਉਂਦੀਆਂ। ਸੋ ਇਸ ਕਰਕੇ ਜੇ ਸਿਰਫ ਆਦਮੀਆਂ ਨੂੰ ਨਹੀਂ ਚੇਂਜ ਹੋਣਾ ਪੈਣਾ, ਤੀਵੀਆਂ ਨੂੰ ਵੀ ਆਪਣੀ ਸੋਚ ਚੇਂਜ ਕਰਨੀ ਪੈਣੀ ਆ ਵੀ ਅਸੀਂ ਆਪਣੇ ਭਰਾਵਾਂ ਨੂੰ, ਜਾਂ ਹੁਣ ਸਪੋਜ਼ ਕਰੋ ਕਿ ਮੇਰੀ ਵਾਈਫ ਮੈਨੂੰ ਤਾਂ ਕਹਿੰਦੀ ਆ ਵੀ ਮੇਰੇ ਮਾਂ ਪਿਓ ਨਾਲ ਨਹੀਂ ਰਹਿਣੇ ਚਾਹੀਦੇ। ਕਦੀ ਹੁਣ ਆਪਣੇ ਭਰਾ ਨੂੰ ਫੋਨ ਕਰਕੇ ਗਿਆ ਵੀ ਤੂੰ ਆਪਣੇ ਮਾਂ ਪਿਓ ਨਾਲ ਕਿਉਂ ਰੱਖਿਓ, ਵਿਆਹ ਹੋ ਗਿਆ ਤੇਰਾ, ਹੁਣ ਤੂੰ ਆਪਣੀ ਵਾਈਫ ਨੂੰ ਲੈ ਕੇ ਸੈਪਰੇਟ ਹੋ ਜਾ। ਬਿਲਕੁਲ ਠੀਕ ਹੈ। ਸੋ ਉਹਨਾਂ ਨੂੰ ਤਾਂ ਕਦੀ ਨਹੀਂ ਕਹਿੰਦੀਆਂ, ਪਰ ਘਰ ਵਾਲੇ ਇਹਨੂੰ ਕਹਿ ਦਿੰਦੀਆਂ। ਸੋ ਇਸ ਕਰਕੇ ਤੀਵੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਅਸੀਂ ਮੈਜੋਰਟੀ ਦਾ ਟਾਈਮ ਜਿਹੜੀ ਆ ਪ੍ਰੋਬਲਮ ਜਿਹੜੀ ਕ੍ਰੀਏਟ ਹੁੰਦੀ ਆ ਉਹ ਇੱਥੋਂ ਹੁੰਦੀ ਆ ਜਦੋਂ ਇੱਕ ਤੀਵੀਂ ਦੂਸਰੀ ਤੀਵੀਂ ਦੇ ਖਿਲਾਫ ਆਦਮੀ ਨੂੰ ਭੜਕਾਉਂਦੀ ਆ। ਬਾਈ ਜੀ ਕਰ ਰਹੇ ਹਾਂ ਗੱਲ, ਅਗਲੇ ਹਿੱਸੇ 'ਚ ਕਰਾਂਗਾ ਮੈਂ। ਆਖਰੀ ਕਾਲਰ ਅਫਜ਼ਲ ਮਲਕ ਜੀ। ਹਾਂਜੀ, अस्सलाम वालेकुम जी। वालेकुम सलाम मलक साहब, की हाल है जनाब? ठीक हो? शुक्र जी, शुक्र मलक साहब। मैं तुहानू दसा कि औरत दी दुश्मन है। सस नौ जिठानी दरानी अपना ये सारियां जड़ियां ने एक दूसरे दुश्मनी करदियां ने। बंदे दा ते एवें नाम बदनाम होया है। अगर ये सारियां इकट्ठियां हो जान और एका कर लैन ते कदी बंदे औरतां दे नाल ज्यादती नहीं कर सकदे, उन्हां नूं तंग नहीं कर सकदे। ते नंबर 1 गल हैगी है, सानू मनना पैगा। हुण भाई साहब ने जिहड़ा कहा उन्होंने बिल्कुल सही कहा। दूसरी गल है कि सारी गल घरों शुरू होंदी है। असीं जिसले शुरू तो ही लड़की और लड़के दे विच फर्क पा दिंदे आ, ठीक है। चलो हुण कुछ घटदा जा रहा है, कोई अवेयरनेस आ रही है, लेकिन असीं पता की करने आ अजीत साहब, गल है कि असीं सिर्फ सिम्पटम नूं ट्रीट करने आ, असीं रूट काज ते नहीं जांदे। इहदी रूट काज जिहड़ी है ना, मैं बहुत ज्यादा स्टडी कीती है और मैं इन्हां चीज़ां नूं डील भी करना जी। और तुसीं जाओ कि मैं चूंकि यंग जनरेशन नूं पढ़ाना भी है और मैं उन्हां दे अंदर ये चीज़ां इनकलकेट कर रहा, उन्होंने दस रहा, मैं उन्होंने टीच करना इन्हां चीज़ां नूं। असल गल है कि इहदे ते एजुकेशन कोई नहीं। मुंडा जिहड़ा जो घर देखदा, जो देखदा मेरे बाप या मेरे दादे ने जो सलूक किया मेरी दादी नाल और मेरा बाप जिहड़ी मेरी मां नाल कर रहा है, ये जस्टिफाइड है, ये सही है, ये मेल शोवनिज्म है। वो जो सीखेगा वो अगे जिस उनकी शादी हुंदी है तो अपनी बीवी नाल करदा, ठीक है। फिर असीं डबल स्टैंडर्ड बना लेने। मुंडा नहाता धोता जी बिल्कुल इको जिहा वे, उहदे ते कोई पाबंदी नहीं, और जो मर्जी करे वो मुंडा है जी, कोई गल नहीं। ते कुड़ियां दे असीं इन्नियां सख्त पाबंदियां लाईयां हुंदियां ने कि उन्हां दी जायज़ जिहड़ा भी बाहर निकलना भी जिहड़ा उन्हां नूं असीं मुश्किल कर दिंदे आ। फिर वो रिएक्शन हुंदा है। सो सानू इहदे ते जिहड़ी है ना पेरेंटिंग जिहड़ी है ना, उन्हां ते एजुकेशन दी जरूरत है। साडे क्यूरिकुलम विच शामिल होना चाहिए, साडे स्कूलां दे विच कम से कम जिहड़े साडे कम्यूनिटी दे स्कूल ने, जिद्दां खालसा
ਸਕੂਲ ਹੈ, ਸਾਡੇ ਮੁਸਲਿਮ ਸਕੂਲ ਨੇ, ਹੋਰ ਕਈ ਸਕੂਲ ਨੇ ਇੱਥੇ। ਅਗਰ ਅਸੀਂ ਮੇਨ ਸਟਰੀਮ ਵਿੱਚ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜਾ ਨਾ ਇਸ ਦੇ ਉੱਤੇ ਜਿਹੜਾ ਐਜੂਕੇਸ਼ਨ ਦਈਏ, ਕਿਉਂਕਿ ਐਜੂਕੇਸ਼ਨ ਦੀ ਘਾਟ ਹੈ। ਔਰ ਸਾਨੂੰ ਪੇਰੈਂਟਸ ਨੂੰ ਸ਼ੁੱਡ ਬੀ ਰੋਲ ਮਾਡਲ, ਸਾਡੇ ਵੱਡਿਆਂ ਨੂੰ ਰੋਲ ਮਾਡਲ ਹੋਣਾ ਚਾਹੀਦਾ ਹੈ। ਸਾਡੀਆਂ ਮਾਵਾਂ ਨੂੰ, ਦਾਦੀਆਂ, ਨਾਨੀਆਂ ਨੂੰ, ਇਹਨਾਂ ਸਭ ਨੂੰ ਰੋਲ ਮਾਡਲ ਹੋਣਾ ਚਾਹੀਦਾ ਹੈ। ਉਹ ਬਿਲਕੁਲ ਸਹੀ ਗੱਲ ਹੈ ਕਿ ਉਹ ਵੀ ਤਾਂ ਕਿਸੇ ਦੀ ਧੀ ਜੰਮੀ ਹੈ ਨਾ। ਤੁਸੀਂ ਪਹਿਲੇ ਤੇ ਬੜੀ ਚਾਵਾਂ ਨਾਲ ਉਹਨੂੰ ਵਿਆਹ ਕੇ ਲਿਆਂਦੇ ਹੋ, ਠੀਕ ਹੈ, ਤੇ ਫਿਰ ਜਨਾਬ ਤੁਸੀਂ ਉਹਦਾ ਜੀਣਾ ਹਰਾਮ ਕਰ ਦਿਓ। ਤੇ ਔਰਤ ਦੀ ਦੁਸ਼ਮਣ ਹੈ, ਮੇਰਾ ਇਹ ਨਿਚੋੜ ਹੈਗਾ। ਮੈਂ ਹਮੇਸ਼ਾ ਹਰ ਜਗ੍ਹਾ ਇਹ ਕਹਿਣਾ ਕਿ ਔਰਤ ਜਿੰਨਾ ਔਰਤ ਦੀ ਦੁਸ਼ਮਣ ਹੈ, ਬੰਦੇ ਤੇ ਵਿਚਾਰੇ 10% ਵੀ ਨਹੀਂ ਹੈਗੇ, ਠੀਕ ਹੈ, ਬਹੁਤ ਜ਼ਿਆਦਾ ਹੈ, ਐਸੇ ਵੀ ਹੈਗੇ ਨੇ। ਲੇਕਿਨ ਅਸਲ ਜਿਹੜਾ ਔਰਤਾਂ ਦਾ ਉਹਨਾਂ ਨੇ ਜੀਣਾ ਹਰਾਮ ਕੀਤਾ ਹੈ। ਸਾਨੂੰ ਇਸੇ ਉੱਤੇ ਕਰੈਕਸ਼ਨ ਕਰਨੀ ਹੈ। ਇਹਦੇ ਤੇ ਐਜੂਕੇਸ਼ਨ ਦੀ ਜ਼ਰੂਰਤ ਹੈ। ਇਹਦੇ ਸਾਨੂੰ ਵਰਕਸ਼ਾਪ, ਸੈਮੀਨਾਰ ਆਪਣੇ ਗੁਰਦੁਆਰਿਆਂ ਦੇ ਉੱਤੇ, ਆਪਣੇ ਮਸਜਿਦਾਂ ਦੇ ਉੱਤੇ, ਆਪਣੇ ਮੰਦਿਰਾਂ, ਜਿੱਥੇ ਜਿੱਥੇ ਵੀ ਸਾਡਾ ਹੁੰਦਾ ਹੈ, ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੇ ਲੋਕ ਉੱਥੇ ਇਕੱਠ ਹੁੰਦਾ ਹੈ ਉੱਥੇ ਇਸ ਕਿਸਮ ਦੀ ਸਿੱਖਿਆ ਦੇਣ। ਉੱਥੇ ਸਿੱਖਿਆ ਦੇ ਦਿੰਦੇ ਕੋਈ ਨਹੀਂ ਅਸੀਂ ਉੱਥੇ, ਠੀਕ ਹੈ ਜੀ। ਆ ਜਾ ਕੇ ਅਸੀਂ ਦੀਨ ਨੂੰ ਹੀ ਉੱਥੇ ਲੈ ਕੇ ਆ ਜਾਂਦੇ ਹਾਂ ਕਿ ਨਮਾਜ਼ ਪੜ੍ਹਨੀ ਹੈ, ਮੱਥਾ ਟੇਕਣਾ ਹੈ। ਬਈ ਇਹ ਜਿਹੜੀਆਂ ਸਾਡੇ ਸੋਸ਼ਲ ਇਸ਼ੂਜ਼ ਨੇ, ਇਹਨਾਂ ਨੂੰ ਕੌਣ ਜਿਹੜਾ ਉਹ ਐਜੂਕੇਟ ਕਰੇਗਾ ਲੋਕਾਂ ਨੂੰ। ਔਰ ਸਾਡੀ ਯੰਗ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਐਜੂਕੇਟ ਦੀ, ਕਿਉਂਕਿ ਸਾਨੂੰ ਸਾਰਿਆਂ ਨੂੰ ਰੋਲ ਮਾਡਲ ਬਣਨਾ ਪਏਗਾ। ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਇੱਥੇ ਇਹਨੂੰ ਛੱਡਦਾ ਮੈਂ ਅੱਜ ਗੱਲ ਨੂੰ, ਇੱਥੋਂ ਹੀ ਫੇਰ ਆਪਾਂ ਤੋਰਾਂਗੇ। ਹੁਣੇ ਕੁਝ ਖਾਸ ਖਬਰਾਂ ਮਿਲ ਰਹੀਆਂ ਵੀ ਸਿਟੀ ਹਾਲ ਸਰੀ ਦੇ ਵਿੱਚ ਅੱਜ ਇੱਕ ਸਪੈਸ਼ਲ ਜ਼ੋਨਿੰਗ ਦੀ ਕੋਈ ਮੀਟਿੰਗ ਹੋ ਰਹੀ ਹੈ, ਪਰ ਅਸੀਂ ਆਪਣਾ ਸਟਾਫ ਹੁਣ ਭੇਜਾਂਗੇ ਨਿਊਜ਼ ਡਿਪਾਰਟਮੈਂਟ, ਦੇਖਦੇ ਹਾਂ ਉੱਥੇ। ਮੈਨੂੰ ਤਾਂ 1 ਵਜੇ ਦਾ ਪਤਾ ਲੱਗਿਆ। 1 ਵਜੇ ਤਾਂ ਕੋਈ ਮੀਟਿੰਗ ਅੱਗੇ ਹੁੰਦੀ ਨਹੀਂ, ਕੌਂਸਲ ਦੀਆਂ ਮੀਟਿੰਗਾਂ ਤਾਂ ਅੱਜ ਮੰਡੇ ਹੈ, ਹੋਣੀ ਤਾਂ ਹੈ, ਪਰ ਆਥਣੇ ਹੋਣੀਆਂ ਜਾਂ 1 ਵਜੇ ਹੋਣੀ। ਕੋਈ ਵੱਡੀ ਜ਼ਮੀਨ ਦੀ ਕੋਈ ਜ਼ੋਨਿੰਗ ਦੀ ਗੱਲ ਹੈ ਜਾਂ ਇਹੋ ਜਿਹਾ ਕੁਛ ਹੈ, ਪਰ ਕਨਫਰਮ ਕਰਦੇ ਹਾਂ ਇਸ ਨੂੰ ਛੇਤੀ ਆਉਣ ਵਾਲੇ ਸ਼ੋਆਂ ਦੇ ਵਿੱਚ ਤੁਹਾਨੂੰ ਦੱਸਾਂਗੇ। ਦੂਸਰੀ ਗੱਲ, ਪੱਤਰਕਾਰੀ ਵਿਕਾਊ ਕਿਵੇਂ ਆ, ਪੱਤਰਕਾਰੀ ਕਿਸ ਤਰ੍ਹਾਂ ਗਲਤ ਜਿਹੜੀ ਭਾਈਚਾਰੇ 'ਚ ਜ਼ਹਿਰ ਫੈਲਾਉਂਦੀ ਹੈ। ਸੋਸ਼ਲ ਮੀਡੀਆ ਨੇ ਪਿਛਲੇ 5-4 ਸਾਲਾਂ ਤੋਂ ਜਗ੍ਹਾ ਲੈ ਲਈ। ਪਿਛਲੇ 4-5 ਸਾਲਾਂ 'ਚੋਂ ਸੋਸ਼ਲ ਮੀਡੀਆ ਜਿਹੜਾ ਕੁਛ ਕਰ ਰਿਹਾ ਹੈ, ਬਹੁਤ ਵੱਡੀ ਆਮਦਨੀ ਦਾ ਜ਼ਰੀਆ ਬਣ ਗਿਆ ਸੋਸ਼ਲ ਮੀਡੀਆ। ਕਾਰਨ ਕੀ ਹੈ? ਜਿੰਨਾ ਵੀ ਉਹ ਕੁਛ ਪਾਉਂਦੇ ਹੈ, ਜਿੰਨੇ YouTube 'ਤੇ ਕਲਿੱਕ ਹੋ ਗਏ, ਜਿੰਨੇ YouTube 'ਤੇ ਟਾਈਮ ਕਿਸ ਨੇ ਸਪੈਂਡ ਕਰ ਲਿਆ, ਮੰਥਲੀ ਉਹਨੂੰ ਅਕਿਮੂਲੇਟ ਕਰਕੇ YouTube ਉਸ ਆਊਟਲੈਟ ਨੂੰ, ਉਸ ਬੰਦੇ ਨੂੰ ਪੈਸਾ ਧੇਲਾ ਦਿੰਦੀ ਆ। ਤੁਸੀਂ ਪੰਜਾਬ 'ਚ ਵੇਖਿਓ, ਸਿਰ ਪੈਰ ਕੋਈ ਨਹੀਂ, ਉਹ ਹਰ ਰੋਜ਼ ਦੀ ਸੈਗਮੈਂਟ ਦਾ 3 ਲੱਖ ਬੰਦਾ, 4 ਲੱਖ ਬੰਦਾ, 5 ਲੱਖ ਬਲੌਗਰ ਬੜੇ ਚੱਲੇ ਹੋਏ ਨੇ। ਕੋਈ ਤੁਰਿਆ ਫਿਰਦਾ ਹੈ, ਕੋਈ ਸਬਜ਼ੀਆਂ ਦਾਲਾਂ ਬਣਾ ਰਿਹਾ ਹੈ, ਕੋਈ ਘੁੰਮਦਾ ਫਿਰਦਾ ਹੈ, ਕੋਈ ਘਰ ਵਾਲੀ ਨੂੰ ਨਾਲ ਲਈ ਫਿਰਦਾ ਵੀ ਚੱਲ ਉੱਥੇ ਚੱਲ ਉੱਥੇ। ਅਤੇ ਆਮ ਲੋਕਾਂ ਦੀ ਉਤਸੁਕਤਾ ਹੈ ਵੀ ਚਲੋ ਵੇਖੀਏ ਉੱਥੇ ਕੀ ਹੈ, ਆਪ ਤਾਂ ਜਾ ਨਹੀਂ ਹੋਣਾ। ਉਹਨਾਂ ਨੂੰ ਇਹ ਵੀ ਸਾਡਾ ਕੀ ਲੱਗਦਾ, ਸਾਡਾ ਤਾਂ ਜਿਹੜਾ ਇੰਟਰਨੈਟ ਦਾ ਪੈਕ ਹੀ ਹੈ ਅਤੇ ਉਹੀ ਹੈ, ਹੋਰ ਤਾਂ ਕੁਛ ਨਹੀਂ ਹੈ। ਅਤੇ ਇੰਟਰਨੈਟ ਦੇ ਉਸ ਪੈਕ ਦੇ ਰਾਹੀਂ ਅਸੀਂ ਇਹਨੂੰ ਵੇਖਦੇ ਹਾਂ, ਅਤੇ ਜਾਂ ਫਿਰ ਕੁਝ ਨਾ ਕੁਝ ਅਜਿਹਾ ਜਿਹੜਾ ਫੈਲਾ ਦੇਣਾ, ਜਿਹੜਾ ਇਹੋ ਜਿਹਾ ਕੁਛ ਨਾ ਕੁਛ ਇਹੋ ਜਿਹਾ ਫੈਲਾ ਦੇਣਾ ਵੀ ਜਿਹਦੇ ਵਿੱਚ ਕੋਈ ਉਹਦਾ ਸਿਰ ਪੈਰ ਨਾ ਹੋਵੇ। ਉਹ ਕੋਈ ਸਾਜ਼ਿਸ਼ ਵਾਲੀ ਥਿਊਰੀ ਘੜ ਦੇਣੀ ਮੀਡੀਆ 'ਚ। ਤੁਸੀਂ ਸੁਣਦੇ ਹੋ ਕਿ ਚਟਖਰੀਆਂ ਗੱਲਾਂ ਕਰ ਦੇਣੀਆਂ, ਜਾਂ ਸਿਰ ਪੈਰ ਤੋਂ ਬਿਨਾਂ 2 ਬੰਦੇ ਉਈਓ ਖੜ੍ਹੇ ਕਰ ਲੈਣੇ। ਤੁਸੀਂ ਦੇਖਿਆ ਮੀਡੀਆ ਦੇ ਸਿਰ ਤੋਂ ਲੋਕ ਕਿੱਥੇ ਕਿੱਥੇ ਪਹੁੰਚੇ, ਪੈਸਾ ਧੇਲਾ ਕਮਾ ਗਏ, ਕੋਈ ਸਰਕਾਰੀ ਦੁਆਰੇ ਜਾ ਵੜਿਆ, ਅਤੇ ਕਈਆਂ ਦਾ YouTube ਤੋਂ ਬਹੁਤ ਪੈਸੇ ਬਣ ਰਹੇ ਨੇ। ਪਰ ਇਹ ਹੈ ਕੀ? ਇਹਦੀ ਅੱਜ ਤੁਹਾਨੂੰ ਮੈਂ ਕਹਾਣੀ ਇੱਕ ਸੁਣਾਉਣੀ ਚਾਹੁੰਦਾ। ਪਿਛਲੇ ਦਿਨੀਂ ਇੱਕ ਸ਼ੋਅ ਹੈ ਜਿਹੜਾ ਟੈਕਸਸ ਦੇ ਵਿੱਚ ਚੱਲਦਾ ਹੈ, ਜਿਹਨੂੰ ਐਲੈਕਸ ਜੋਨਸ ਸ਼ੋਅ ਕਹਿੰਦੇ ਨੇ, ਦਾ ਐਲੈਕਸ ਜੋਨਸ। ਇਹ ਬੰਦਾ ਐਲੈਕਸ ਜੋਨਸ ਹੈ, ਬਹੁਤ ਰਾਈਟ ਵਿੰਗ ਹੈ, ਵਾਈਟ ਸੁਪਰਮੈਸਿਸਟ ਹੈ, ਅਤੇ ਟਰੰਪ ਦੇ ਨਾਲ ਇਸਨੇ ਬਹੁਤ ਮੋਢੇ ਨਾਲ ਮੋਢਾ ਲਾ ਕੇ ਗੱਲ ਕੀਤੀ।
ਇਹਨੇ ਕੀ ਕੀਤਾ ਵੀ 2012 ਦੇ ਵਿੱਚ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਜਿਹੜੀ ਕਨੈਕਟੀਕਟ ਦੇ ਵਿੱਚ ਸ਼ੂਟਿੰਗ ਹੋਈ ਸੀ, 20 ਬੱਚੇ ਮਾਰੇ ਗਏ ਸੀ। ਉਹ ਕਹਿੰਦਾ ਨਾ ਇਹ ਤਾਂ ਧੋਖਾ ਹੋਕਸ ਹੈ, ਇਹ ਗੌਰਮੈਂਟ ਵੱਲੋਂ ਇਹ ਧੋਖਾ ਕੀਤਾ ਗਿਆ। ਗਵਰਨਮੈਂਟ ਜਿਹੜੀ ਹੈ ਉਹ ਕੀ ਕਰਨਾ ਚਾਹੁੰਦੀ ਹੈ, ਉਹ ਹਥਿਆਰਾਂ 'ਤੇ ਪਾਬੰਦੀ ਲਾਉਣੀ ਚਾਹੁੰਦੀ ਹੈ। ਓਕਲਹੋਮਾ ਸਿਟੀ ਦੀ ਬੌਂਬਿੰਗ ਨੂੰ ਵੀ ਉਹਨੇ ਕਿਹਾ ਸਤੰਬਰ 11 ਨੂੰ, ਮਤਲਬ ਸਾਜ਼ਿਸ਼ ਕਾੜਾ ਉਹ ਸਾਜ਼ਿਸ਼ ਨੂੰ ਲੋਕਾਂ ਦੇ ਵਿੱਚ ਦੇਖਦਾ, ਲੋਕ ਉਸ ਨੂੰ ਵੇਖਦੇ ਆ ਸ਼ੋਅ ਨੂੰ, ਅਤੇ ਮਿਲੀਅਨਸ ਐਂਡ ਮਿਲੀਅਨਸ ਡਾਲਰ ਉਹਦੇ ਵਿੱਚੋਂ 2021 ਦੇ ਵਿੱਚੋਂ ਇਸ ਜਿਹੜੀਆਂ ਖਬਰਾਂ ਆਈਆਂ ਨੇ ਵੀ 2021 ਦੇ ਵਿੱਚ ਐਲੈਕਸ ਜੋਨਸ ਨੇ ਇਸ ਕੰਪਨੀ ਜਿਹੜੀ ਉਹਨੇ ਬਣਾਈ ਉਹ 'ਚੋਂ $61 ਮਿਲੀਅਨ ਕਢਾਏ ਨੇ। 61 ਮਿਲੀਅਨ 12 ਮਹੀਨੇ 'ਚ। ਉਹਦੀ ਵੈਬਸਾਈਟ ਹੈ ਇੱਕ ਇਨਫੋਵਾਰਸ, ਅਤੇ ਉਸ ਤੋਂ ਬਾਅਦ ਉਹ ਇਹਦੇ 'ਤੇ ਬਸ ਇੱਕ ਫੇਕ ਨਿਊਜ਼ ਉਹਨੇ ਵੈਬਸਾਈਟ ਬਣਾਈ ਹੋਈ ਹੈ। ਹੁਣ ਜਦ ਉਸਨੇ ਇਹ ਗੱਲ ਕੀਤੀ ਤਾਂ ਉਹਦੇ ਖਿਲਾਫ ਇੱਕ ਜਿਹੜਾ ਕਿਸੇ ਦਾ ਪੁੱਤਰ ਇਸ ਕਤਲੋਗਾਰਥ 'ਚ ਜਿੱਥੇ ਜ਼ੁਲਮ ਹੋਇਆ ਸੀ, ਤਾਂ ਉਸਨੇ 2 ਮਾਪਿਆਂ ਨੇ, ਸਕਾਰਲੈਟ ਲਿਊਇਸ, ਨੀਲ ਹੈਸਲਨ, ਦੋਨਾਂ ਨੇ ਇਹਦੇ 'ਤੇ ਮੁਕੱਦਮਾ ਠੋਕਤਾ। ਉਹ ਜਦ ਮੁਕੱਦਮਾ ਠੋਕਿਆ ਤਾਂ ਹੁਣ ਜਿਊਰੀ ਨੇ $41 ਲੱਖ ਪੇਨ ਐਂਡ ਸਫਰਿੰਗ ਦਾ, ਅਤੇ ਉਹਦੇ ਬਾਅਦ $45.5 ਲੱਖ 45.2 ਮਿਲੀਅਨ, ਸੌਰੀ 45.5 ਨਹੀਂ 4.5 45 ਮਿਲੀਅਨ ਜਿਹੜਾ ਹੈ ਉਹ ਪਿਊਨਿਟਿਵ ਡੈਮੇਜਸ ਜਿਹੜੀ ਜੱਜ ਨੇ ਜਿਊਰੀ ਨੇ ਦੇ ਦਿੱਤੇ। ਪਨਿਸ਼ਮੈਂਟ ਕਰਨ ਨੂੰ ਪਿਊਨਿਟਿਵ ਕਹਿੰਦੇ ਨੇ। 4.1 ਮਿਲੀਅਨ ਜਿਹੜਾ ਸਫਰਿੰਗ ਲਈ ਸੈਂਡੀ ਹੁੱਕ ਦੇ ਵਿੱਚ। ਨੀਲ ਹੈਸਲਿਨ ਅਤੇ ਸਕਾਰਲੈਟ ਨੇ 150 ਮਿਲੀਅਨ ਇਸ ਤੋਂ ਮੰਗਿਆ ਸੀ। ਉਹਦਾ 6 ਸਾਲ ਦਾ ਬੇਟਾ ਜੈਸੀ ਲਿਊਇਸ 20 ਬੱਚਿਆਂ ਦੇ ਵਿੱਚੋਂ ਇੱਕ ਸੀ, ਅਤੇ ਜਿਹਦੇ ਨਾਲ 20 ਬੱਚੇ ਅਤੇ 6 ਐਜੂਕੇਟਰ ਇਹ 'ਚ ਮਾਰੇ ਗਏ ਸੀ। 2012 'ਚ ਨਿਊ ਟਾਊਨ ਕਨੈਕਟੀਕਟ ਦੇ ਵਿੱਚ ਇਹ ਮੈਸਕਰ ਹੋਇਆ ਸੀ। ਅਤੇ ਐਲੈਕਸ ਜੋਨਸ ਨੇ ਇਸ ਨੂੰ ਬਹੁਤ ਫੈਲਾਇਆ, ਹੋਕਸ ਹੈ, ਧੋਖਾ ਹੈ। ਅਤੇ ਜਿਹੜਾ ਕਾਤਲ ਸੀ ਐਡਮ ਲੈਂਜ਼ਾ, ਉਹਦੇ ਸਾਹਮਣੇ ਇਹ ਮੁੰਡਾ ਖੜਾ ਹੋ ਗਿਆ ਅਤੇ ਉਹਨੇ ਆਪਣੇ ਨਾਲ ਦੇ 9 ਜਵਾਕ ਬਚਾ ਲਏ ਸੀ, ਭੱਜਿਆ ਨਹੀਂ। ਅਤੇ ਹਾਲੇ ਇਹ ਹੋ ਸਕਦਾ ਟੈਕਸਸ ਦਾ ਜਿਹੜਾ ਲਾਅ ਹੈ, ਹੋ ਸਕਦਾ ਪੈਸਾ ਧੇਲਾ ਘੱਟ ਮਿਲੇ, ਹੋ ਸਕਦਾ ਟੈਕਸਸ ਦੇ ਲਾਅ ਦੇ ਵਿੱਚ ਜਿਹੜਾ ਪਿਊਨਿਟਿਵ ਅਮਾਊਂਟ ਹੈ ਉਹ 7.5 ਲੱਖ ਪਰ ਪਲੇਂਟਿਫ ਹੈ। ਜੇ 2 ਨੇ ਤਾਂ $1.5 ਮਿਲੀਅਨ ਮਿਲ ਸਕਦਾ। $41 ਲੱਖ ਜਿਹੜਾ ਉਹ ਅਲੱਗ ਮਿਲਣਾ। ਹੁਣ ਇਹਦੇ ਵਿੱਚ ਇਸ ਨੇ ਸਾਜ਼ਿਸ਼ ਉਹ ਖੜੀ ਕਰਤੀ, ਬਸ ਸਾਜ਼ਿਸ਼ ਘੜਦਾ ਉਹ ਹਰ ਇੱਕ ਗੱਲ। ਉਹਨੇ ਇੱਕ ਪੁੱਠੇ ਪਾਸਿਓਂ ਬਹੁਤ ਕੁਛ ਹੁੰਦਾ ਰਿਹਾ। ਇਸ ਮੀਡੀਆ ਨੇ ਜਦ ਤੱਕ ਇਹ ਸਾਡੀ ਕਮਿਊਨੀਕੇਸ਼ਨ ਪੰਜਾਬ ਦੇ ਨਾਲ ਜਦ ਤੱਕ ਸ਼ੁਰੂ ਨਹੀਂ, ਬੜਾ ਕੁਛ ਇੱਥੇ ਘੜਿਆ ਜਾਂਦਾ ਰਿਹਾ। ਆਹ ਹੋ ਗਿਆ, ਇਹ ਹੋ ਗਿਆ। ਬਹੁਤ ਬੰਦੇ ਜਿਹੜੇ ਕਹਿੰਦੇ ਅਸੀਂ ਤਾਂ ਫਿਰ MP MLA ਬਣਾ ਦਿੰਦੇ ਹਾਂ, ਸਾਡੇ ਕਹੇ 'ਤੇ ਆਹ ਹੁੰਦਾ, ਸਾਡੇ ਕਹੇ 'ਤੇ ਆਹ ਹੁੰਦਾ। ਇਹ ਜਦ ਦੀਆਂ ਗੱਲਾਂ ਨੇ। ਜਦ ਭਾਈਚਾਰਾ ਸ਼ੁਰੂਆਤ ਦੇ ਸਾਲਾਂ 'ਚ ਰੇਡੀਓਆਂ ਨੂੰ ਇੱਥੇ ਲੋਕ ਸੁਣਨ ਲੱਗਿਆ, ਉਹਨਾਂ ਕੋਲ ਕਾਗਜ਼ ਪੱਤਰ, ਉਹਨਾਂ ਕੋਲ ਉਸ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਰਨ ਦਾ ਕੁਛ ਨਹੀਂ ਸੀ। ਇਹ ਚਾਹੇ ਇੱਕ ਦੇਹ ਵਪਾਰ ਦੇ ਧੰਦੇ ਵਾਂਗੂ ਇਹ ਧੰਦਾ ਲੋਕਾਂ ਨੇ ਅਪਣਾ ਲਿਆ, ਅਤੇ ਉਹਦੇ ਵਿੱਚ ਸਾਜ਼ਿਸ਼, ਇੱਕ ਖਬਰ ਨੂੰ ਪੁੱਠਾ ਕਿਵੇਂ ਘੁਮਾਉਣਾ, ਇੱਕ ਖਬਰ ਨੂੰ ਸਿੱਧੀ ਨੂੰ ਉਹਨੂੰ ਘੁਮਾ ਕੇ ਕਿਵੇਂ ਸਨਮੁਖ ਲੋਕਾਂ ਦੇ ਕਰਨਾ, ਅਤੇ ਉਹਦਾ ਮਹਾਂਦਰਾ ਹੀ ਬਦਲ ਦੇਣਾ। ਅੱਛਾ, ਇਹਦੇ 'ਤੇ ਹੁਣ ਨੈਟਵਰਥ ਦੀ ਗੱਲ ਚੱਲੀ ਵੀ ਇਹਦੇ ਕੋਲੋਂ $49 ਮਿਲੀਅਨ ਕਿਵੇਂ ਲਵਾਂਗੇ। ਜੋਨਸ ਕਹਿੰਦਾ ਬਈ ਇਹ ਤਾਂ ਮੇਰੇ ਕੋਲ ਤਾਂ ਹੈ ਹੀ ਨਹੀਂ ਕੁਛ। ਅੱਛਾ, ਕੰਪਨੀ ਉਹਦੀ ਜਿਹੜੀ ਉਹ 270 ਮਿਲੀਅਨ US ਦੀ ਆ। ਦੇਖੋ, ਸਿਰਫ ਅਤੇ ਸਿਰਫ ਇੱਕ ਸ਼ੋਅ ਚਲਾਉਂਦਾ ਹੈ ਉਹ YouTube 'ਤੇ। ਉਹਦੇ ਬਾਅਦ ਪਲੇਂਟਿਫ ਨੇ ਇੱਕ ਫੋਰੈਂਸਿਕ ਜਿਹੜਾ ਇਕੋਨੋਮਿਸਟ ਲੱਭ ਲਿਆ, ਉਸਨੇ ਦੱਸਤਾ ਕਿ $62 ਮਿਲੀਅਨ ਜੋਨਸ ਨੇ 2021 'ਚ ਆਪਣੀ ਕੰਪਨੀ ਤੋਂ ਘਟਾਏ, ਪਤਾ ਨਹੀਂ ਕਿੱਥੇ ਭੇਜਤੇ, ਲੱਭ ਨਹੀਂ ਰਿਹਾ। ਅਤੇ ਕੰਪਨੀ ਨੇ ਬੈਂਕਰਪਸੀ ਪਿਛਲੇ ਹਫ਼ਤੇ ਫਾਈਲ ਕਰ ਦਿੱਤੀ।
ਦੂਜਾ ਕੇਸ ਇੱਕ ਹੋਰ ਚੱਲਣਾ ਹੈ। ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਬਹੁਤ ਥ੍ਰੈਟਨ ਕੀਤਾ ਗਿਆ, ਉਹਨਾਂ ਨੂੰ ਕਿਹਾ ਗਿਆ ਤੁਸੀਂ ਕੇਸ ਵਾਪਸ ਲੈ ਲਓ, ਅਤੇ ਬੜਾ ਕੁਛ ਹੋਇਆ। ਇਹਦੇ ਵਿੱਚੋਂ ਬਹੁਤ ਚੀਜ਼ਾਂ ਐਲੈਕਸ ਜੋਨਸ ਮੰਨਿਆ ਵੀ ਮੈਨੂੰ ਪਤਾ ਨਹੀਂ, ਅਤੇ ਜਦ ਮਾੜਾ ਸਮਾਂ ਆਉਂਦਾ ਊਠ 'ਤੇ ਬੈਠੇ ਨੂੰ ਕੁੱਤਾ ਵੱਢਦਾ। ਜਿਹੜਾ ਐਲੈਕਸ ਜੋਨਸ ਦਾ ਵਕੀਲ ਸੀ, ਉਹਨੇ ਗਲਤੀ ਨਾਲ ਐਲੈਕਸ ਜੋਨਸ ਦੇ ਫੋਨ ਦੇ ਮੈਸੇਜ SMS ਜਿਹੜੇ ਨੇ 5-4 ਸਾਲਾਂ ਦੇ ਗਲਤੀ ਨਾਲ ਪਲੇਂਟਿਫ ਦੇ ਵਕੀਲ ਨੂੰ ਭੇਜਦੇ, ਸਕਾਰਲਟ ਲਿਊਸ ਤੇ ਨੀਲ ਹੈਂਸਨ ਦੇ। ਟੈਸਟੀਫਾਈ ਕੀਤਾ ਤੇ ਜਿਊਰੀ ਨੇ ਵੀ ਯਾਰ 20 ਬੱਚੇ ਮਰ ਗਏ ਤੇ ਤੂੰ ਕਹਿਣਾ ਇਹ ਇੱਕ ਸਾਜ਼ਿਸ਼ ਹੈ ਹਥਿਆਰ ਬੰਦ ਕਰਨ ਲਈ। ਸੋ ਇਸ ਤਰ੍ਹਾਂ ਹੀ ਇਹ ਵੱਡੀਆਂ ਚੀਜ਼ਾਂ ਹੁੰਦੀਆਂ। ਤੁਸੀਂ ਆਲੇ ਦੁਆਲੇ ਵੇਖਿਓ, ਤੁਸੀਂ ਆਪਣੇ ਭਾਈਚਾਰੇ 'ਚੋਂ ਵੇਖਿਓ ਤੁਸੀਂ ਵੀ ਕਿਵੇਂ ਲੋਕ ਪੌੜੀਆਂ ਚੜ੍ਹਦੇ ਆ, ਉਹਨਾਂ ਦੇ ਵਿੱਚ ਕੀ ਹੈ। ਪੱਤਰਕਾਰ ਜਿਹੜੇ ਬਿਲਕੁਲ ਕਿਸੇ ਦਾ ਧਿਰ ਨਹੀਂ ਬਣਦੇ ਅਤੇ ਉਹ ਮਖੌਟਾ ਧਿਰ ਦਾ ਵੀ ਅਸੀਂ ਕਿਸੇ ਦਾ ਧਿਰ ਨਹੀਂ, ਅਸੀਂ ਵਧੀਆ ਖਬਰਾਂ ਦਿੰਦੇ ਹਾਂ, ਅਸੀਂ ਸੱਚ ਬੋਲਦੇ ਹਾਂ, ਅਸੀਂ ਇਹ ਕਰਦੇ ਹਾਂ, ਅਸੀਂ ਉਹ ਕਰਦੇ ਹਾਂ। ਪਤਾ ਹੀ ਜਦ ਲੱਗਦਾ ਜਦ ਵੱਡੀਆਂ ਵੱਡੀਆਂ ਕੁਰਸੀਆਂ 'ਤੇ ਚਲੇ ਜਾ ਕੇ ਬਹਿੰਦੇ ਨੇ ਉਹ, ਫਿਰ ਉਹ ਬਿਲਕੁਲ ਕਲੀਅਰ ਗੱਲ ਹੋ ਜਾਂਦੀ ਆ ਵੀ ਨਹੀਂ ਇੱਥੇ ਸਮਥਿੰਗ ਵਾਜ਼ ਰੋਂਗ ਹੀਅਰ ਫਰੋਮ ਈਅਰਸ। ਸੋ ਐਲੈਕਸ ਜੋਨਸ ਦਾ ਇਹ ਇੱਕ ਕੇਸ ਆ ਜਿਹੜਾ ਪ੍ਰੈਸੀਡੈਂਟ ਬਣੇਗਾ ਹੁਣ, ਜਿਹਦੇ 'ਚ ਇਸ ਨੇ ਸਿਰਫ ਅਤੇ ਸਿਰਫ ਕਮਾਈ ਜਿਹੜੀ ਸਾਜ਼ਿਸ਼ ਦੇ ਆਲੇ ਦੁਆਲੇ ਗੱਲ ਕੀਤੀ, ਸਾਜ਼ਿਸ਼ ਦੀ ਕਹਾਣੀ ਕਿਵੇਂ ਬਣਾਉਣੀ, ਉਹ ਕਿਵੇਂ ਜਿਹੜੀ ਉਸ ਨੂੰ ਕਿਵੇਂ ਪੂਰਾ ਕਰਨਾ, ਕਿਵੇਂ ਉਸ ਦੀ ਲਿਖਤ ਕਿਵੇਂ ਬਣਾਉਣੀ ਆ, ਉਹਨੂੰ ਥਿਊਰੀ ਕਿਵੇਂ ਬਣਾਉਣੀ ਆ। ਸਾਜ਼ਿਸ਼ ਦੀ ਥਿਊਰੀ ਇੱਕ ਵਧੀਆ ਖਬਰ, ਕਿਸੇ ਦੇ ਜੀਆਂ ਦੀ ਮੌਤ ਹੋ ਗਈ, ਇਹਨੇ ਉਸ ਨੂੰ ਸਾਜ਼ਿਸ਼ ਦੀ ਲਿਖਤ ਬਣਾ ਕੇ ਲੋਕਾਂ ਨੂੰ ਕਿਹਾ ਨਾ ਇਹ ਤਾਂ ਹਥਿਆਰ ਬੰਦ ਕਰ, ਇਹ ਗੌਰਮੈਂਟ ਨੇ ਕਰਾਇਆ, ਹਥਿਆਰ ਜਿਹੜੇ ਨੇ ਤੁਹਾਡੇ ਲੋਕੋ ਇਹ ਬੰਦ ਕਰਾ ਦੇਣਗੇ। ਰਾਈਟ ਵਿੰਗ ਆਈਡੀਓਲੋਜੀ ਦੇ ਨਾਲ, ਪੂਰੀ ਸਾਜ਼ਿਸ਼ ਦੇ ਨਾਲ, ਨਸਲਵਾਦੀ ਗੱਲ ਕਰਕੇ 2016 ਦੇ ਵਿੱਚ ਇਹਨੇ ਜਿਹੜਾ ਟਰੰਪ ਨੂੰ ਜਿਤਾਇਆ। ਹੁਣ 200-250 ਮਿਲੀਅਨ ਦੀ ਇਹਦੀ ਕੰਪਨੀ ਹੈ, ਪਰ ਇਸ ਨੇ ਮਨੀ ਉਹਦੇ ਤੋਂ ਫਨਲ ਆਊਟ ਕਰਤੀ, $60 ਮਿਲੀਅਨ ਆਪ ਕਢਾਇਆ। ਬਹੁਤ ਵੱਡਾ ਇੱਕ ਵਰਡਿਕਟ ਹੈ ਜਿਸ 'ਚ 45 ਮਿਲੀਅਨ ਉਸ ਨੂੰ ਸਜ਼ਾ ਦੇਣ ਲਈ ਡੈਮੇਜਸ, ਅਤੇ $41 ਲੱਖ ਉਹਦੀ ਜਿਹੜੀ ਸਫਰਿੰਗ ਜਿਹੜੀ ਉਹਨਾਂ ਨੇ ਕੀਤੀ, ਅਤੇ ਡੈਡਲੀਐਸਟ ਸਕੂਲ ਸ਼ੂਟਿੰਗ ਸੀ ਜਿਹਨੂੰ ਹੌਕਸ ਕਿਹਾ ਸੀ, ਧੋਖਾ ਕਿਹਾ ਸੀ। ਪੱਤਰਕਾਰੀ ਇੱਧਰ ਨੂੰ। ਹੁਣ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ, ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਨੂੰ ਟੱਚ ਕਰਨਾ। ਕਈ ਵਾਰ ਅਸੀਂ ਦੇਖ ਕੇ ਛੱਡ ਦਾਂਗੇ, ਨੋ ਦੇਖ ਕੇ ਛੱਡਦੇ ਮਤਲਬ ਹੈ ਤਾਂ ਖਰੇ ਟਾਈਮ ਨਾਲ ਮਨੀ ਮਿਲਦੀ ਆ, ਪਰ ਵਿਊਰ ਨਾਲ ਵੀ ਉਹਦੇ ਥੱਲੇ ਜੇ 3,90,000 ਹੈ ਤਾਂ ਜੇ ਤੁਸੀਂ ਉਹਨੂੰ ਪਸੰਦ ਨਹੀਂ ਕਰਦੇ, ਤੁਸੀਂ ਕਲਿੱਕ ਕਰਦਾ 3,90,000 ਇੱਕ ਹੋ ਗਿਆ, ਤੁਸੀਂ ਹਿੱਸੇਦਾਰ ਹੋ ਉਹਦੇ 'ਚ। ਇੱਕ ਹੋਰ ਦੂਜਾ ਆ ਗਿਆ, ਤੀਜਾ ਆ ਗਿਆ। ਸਬਸਕ੍ਰਾਈਬ ਉਹਨੂੰ ਕਰੋ ਜਿਹਨੂੰ ਤੁਸੀਂ ਸੁਣਨਾ ਪਸੰਦ ਕਰਦੇ ਹੋ, ਜਿਹਦੇ ਕੁਛ ਨਿਕਲਦਾ, ਅੱਧਾ ਪੌਣਾ ਘੰਟਾ ਕੋਈ ਚੀਜ਼ ਦੇਖਦੇ ਹੋ, ਉਹਦਾ ਕੋਈ ਫਾਇਦਾ ਹੋਵੇ। ਇਹਦੇ ਨਾਲ ਇਹ ਸਾਜ਼ਿਸ਼ ਜਿਹੜੇ ਬਣਾਉਂਦੇ ਨੇ, ਇਹਦੇ ਕਰਕੇ ਇਹ ਰੋਕੇ ਜਾਣਗੇ। ਸਰੀ ਦੇ ਸਿਟੀ ਹਾਲ ਦੇ ਵਿੱਚ ਜਿਹੜੀ ਹੀਅਰਿੰਗ ਦੁਪਹਿਰੇ ਅੱਜ ਹੋ ਰਹੀ ਹੈ, ਉਹਦੇ ਬਾਰੇ ਮੀਡੀਆ ਉੱਥੇ ਪਹੁੰਚਿਆ ਹੁਣੇ, ਸਾਡੀ ਟੀਮ ਵੀ ਜਾ ਰਹੀ ਹੈ, ਅਤੇ ਵੀ ਇਹ ਜਾਂ ਤਾਂ ਕੋਈ ਵੱਡੀ ਲੰਬੀ ਮੀਟਿੰਗ ਹੋਊ ਵੀ ਜਲਦੀ ਸ਼ੁਰੂ ਕਰਨਾ ਚਾਹੁੰਦੇ ਹੋਣਗੇ, ਵੱਧ ਪ੍ਰੋਪਰਟੀਆਂ ਹੋਣਗੀਆਂ ਜਿਨ੍ਹਾਂ ਦੀ ਜ਼ੋਨਿੰਗ ਵਗੈਰਾ ਚੇਂਜ ਹੋਣੀ ਹੈ, ਕਿਉਂਕਿ ਇਸ ਤੋਂ ਬਾਅਦ ਸਮਰ ਦੀਆਂ ਛੁੱਟੀਆਂ ਮੇਰਾ ਖਿਆਲ ਆਉਣੀਆਂ ਨੇ, ਉਸ ਤੋਂ ਬਾਅਦ ਸਤੰਬਰ ਦੀਆਂ ਕੁਝ ਹੀ ਮੀਟਿੰਗਸ ਹੋਣੀਆਂ ਨੇ, ਅਕਤੂਬਰ ਦੇ ਵਿੱਚ ਚੋਣਾਂ ਨੇ। ਅਤੇ ਇਸ ਦੇ ਵੇਰਵੇ ਕੱਲ੍ਹ ਨੂੰ ਦੇਵਾਂਗੇ ਜੀ, ਕਿਹੜੀਆਂ ਪ੍ਰੋਪਰਟੀਆਂ ਸੀ, ਸਾਰੀ ਜਾਣਕਾਰੀ ਲਿਆ ਕੇ ਤੁਹਾਨੂੰ ਦੱਸਾਂਗੇ ਕੀ ਹੋਇਆ ਉੱਥੇ, ਕਿਹੜੀਆਂ ਪ੍ਰੋਪਰਟੀਆਂ, ਕਿਹਦੀਆਂ ਪ੍ਰੋਪਰਟੀਆਂ ਹੈ। ਤਾਂ 9 ਹੀ ਹੁੰਦੇ ਨੇ, 9 ਦੇ ਅੱਗੇ 9 ਹੋਣਗੇ, 9 ਤੋਂ ਅੱਗੇ 9 ਹੋਣਗੇ, 6ਵੇਂ 7ਵੀਂ ਜਾ ਕੇ ਅਸਲ ਮਾਲਕ ਦਾ ਪਤਾ ਲੱਗਦਾ। ਹੁਣ ਤਾਂ ਸਿਸਟਮ ਇਹ ਬੜਾ ਅੱਗੇ ਤੋਂ ਅੱਗੇ ਵਾਲਾ ਹੋ ਗਿਆ, ਉਹਦੀ ਮਾਲਕ, ਉਹਦੀ ਨੰਬਰਿੰਗ ਕੰਪਨੀ ਮਾਲਕ, ਉਹਦੀ ਨੈਕਸਟ ਮਾਲਕ। ਪਰ ਦੱਸਾਂ ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਦੱਸਣ ਦੀ, ਜਾਂ ਆਖਰੀ ਸ਼ੋਆਂ ਦੇ ਵਿੱਚ ਵੀ ਸੁਣਦੇ ਰਹੋ, ਪਤਾ ਲੱਗੇਗਾ ਵੀ ਕੀ ਖਾਸ ਜ਼ਰੂਰਤ ਪਈ
ਜਿਹੜੀ ਇਹ ਦਿਨ ਦੇ ਵਿੱਚ ਜਿਹੜੀ ਹੈ ਉਹ ਹੀਅਰਿੰਗ ਹੋ ਰਹੀ ਹੈ। ਸੋ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸਿਆ, ਆਪਣੇ ਭਾਈਚਾਰੇ ਦੇ ਵਿੱਚ ਵੀ ਸਾਜ਼ਿਸ਼ ਦੇ ਨਾਂ 'ਤੇ ਬੜੇ YouTube ਚੈਨਲ ਚੱਲਦੇ ਆ, ਕੈਨੇਡਾ 'ਚ ਵੀ ਚੱਲਦੇ ਆ, ਅਮਰੀਕਾ 'ਚ ਵੀ ਚੱਲਦੇ ਆ, ਅਤੇ ਪੰਜਾਬ 'ਚ ਵੀ ਚੱਲਦੇ ਆ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਏਰੀਏ 'ਚ ਵੀ ਚੱਲਦੇ ਨੇ, ਜਿਨ੍ਹਾਂ ਨੇ ਹਰ ਰੋਜ਼ ਬਖਾਦ ਖੜਾ ਕਰਨਾ ਜਾਂ ਉਈਓ ਗੱਲ ਦੋ ਬੰਦੇ ਮੀਆਂ ਬੀਵੀ ਉਈਓ ਖੜੇ ਕਰ ਲੈਣੇ ਜਿਹੜੇ ਵਿਆਹੇ ਹੋਏ ਨੇ, ਵਿਆਹ ਕੇ ਉਹ ਉਹਨਾਂ ਦਾ ਤਲਾਕ ਹੋ ਗਿਆ, ਉਹ ਤਲਾਕ ਕਿਹੜੀ ਕਰਕੇ ਹੋਇਆ, ਬਸ ਤੋੜ ਦੇਣੀ ਆ ਗੱਲ ਬਸ। ਸੋ ਇਹ ਜਿਹੜੀ ਇਹ 'ਤੇ ਨਿਗਾਹ ਮਾਰਨ ਦੀ ਲੋੜ ਹੈ। ਅਤੇ ਆਹ ਜਿਹੜੀ ਇੱਕ ਅਜਿਹਾ ਪ੍ਰੈਸੀਡੈਂਟ ਚਾਹੇ ਅਮਰੀਕਾ 'ਚ ਸੈੱਟ ਹੋਇਆ ਇਹ ਜਿਹੜੀ ਗੱਲ ਚੱਲੀ ਆ ਨਾ ਵੀ ਸੋਸ਼ਲ ਮੀਡੀਆ ਨੂੰ ਕੋਈ ਸੂਹ ਨਹੀਂ ਕਰ ਸਕਦਾ, ਸੋਸ਼ਲ ਮੀਡੀਆ ਦੇ ਥੱਲੇ ਕੋਈ ਆਉਂਦਾ ਨਹੀਂ। ਐਲੈਕਸ ਜੋਨਸ ਸ਼ੋਅ ਨੇ ਉਹਦੇ 'ਤੇ ਲੱਗੇ $50 ਮਿਲੀਅਨ ਦੇ ਚਾਰਜਸ, ਜਿਹੜੇ 50 ਮਿਲੀਅਨ ਕਿਹਾ ਜਿਊਰੀ ਨੇ। ਤਾਂ ਇਹ ਨਵੀਂ ਗੱਲ ਕੈਨੇਡਾ 'ਚ ਵੀ ਤੁਰੂਗੀ ਵੀ ਜਿਹੜੀ ਮਰਜ਼ੀ ਦੇ ਨਾਲ ਤੁਸੀਂ, ਹਾਂ ਜੇ ਉਈਓ ਚੁੱਲ੍ਹਾ ਟੈਕਸ ਮਾਫ ਕੀਤਾ, 9 'ਤੇ ਕੱਖ ਨਹੀਂ, ਕੰਪਿਊਟਰ ਪਏ ਨੇ 2, ਉਹ ਕਹਿੰਦੇ ਲੈ ਜਾਓ ਚੱਕ ਕੇ, ਜਿਹਨੇ ਪਲਾਨ ਨਾਲ ਕੀਤਾ ਫਿਰ ਤਾਂ ਗੱਲ ਹੋਰ ਹੈ। ਕੀਤਾ ਕਰਨ ਦੀ ਤਾਂ ਇਹ ਵੀ ਕੋਸ਼ਿਸ਼ ਕਰ ਰਿਹਾ ਵੀ ਮੇਰੇ ਬੈਂਕਰਪਸੀ ਨੇ ਤਾਂ ਫਾਈਲ ਕਰ ਸੀ ਪਿਛਲੇ ਹਫ਼ਤੇ ਇਨਫੋਵਾਰਸ ਨੇ, ਪਰ ਲੱਭਣਗੇ ਨਾ ਵੀ ਲੱਭਣ, ਚੱਲ ਪੈਸਾ ਨਾ ਆਵੇ, ਇੱਕ ਬੰਨ ਤਾਂ ਪਿਆ ਨਾ, ਇਹ ਜ਼ਰੂਰੀ ਹੈ। ਗਗਨ ਨਾਹਲੂਗੇ ਵਕੀਲ, 604 527 47 69, ਕ੍ਰਿਮੀਨਲ ਡਿਫੈਂਸ ਲਾਇਰ ਨੇ, 4 ਸੂਬਿਆਂ ਦੇ ਵਿੱਚ ਪ੍ਰੈਕਟਿਸ ਕੀਤੀ ਹੈ। ਕਿਸੇ ਵੀ ਕ੍ਰਿਮੀਨਲ ਚਾਰਜਸ ਤੁਹਾਡੇ 'ਤੇ ਲੱਗੇ ਨੇ, ਚਾਹੇ ਵੈਪਨਸ ਦਾ, ਚਾਹੇ ਡਰੱਗ ਦਾ, ਚਾਹੇ ਫਰਾਡ ਹੈ, ਹਰਾਸਮੈਂਟ ਹੈ, ਕਿਡਨੈਪਿੰਗ। ਫਰਾਡ ਵਾਲਾ ਤਾਂ ਹੁਣ ਹਾਸਾ ਜਿਹਾ ਲੱਗਣ ਲੱਗ ਗਿਆ ਵੀ ਫਰਾਡ ਦੇ ਵੀ ਚਾਰਜਸ ਲੱਗਦੇ ਆ। 604 527 47 69, ਯੂਨਿਟ 202 66 25 152 ਏ ਸਟਰੀਟ। ਇੱਕ ਮੈਂ ਆਉਣ ਵਾਲੇ 2 ਮਹੀਨੇ ਦੇ ਵਿੱਚ ਤੁਹਾਡੀ ਲੋਕਲ ਗਵਰਨਮੈਂਟ ਦਾ ਜਿਹੜਾ ਕਿਵੇਂ ਖਿਆਲ ਰੱਖਣਾ, ਇਹਦੇ 'ਤੇ ਵੀ ਸ਼ੋਅ ਕੁਛ ਕਰਨੇ ਚਾਹੁੰਦਾ, ਜਿੱਥੋਂ ਤੁਸੀਂ ਸਿੱਧੇ ਅਫੈਕਟ ਹੋਣਾ। ਛੱਡੋ ਪ੍ਰੋਵਿੰਸ ਨੂੰ, ਛੱਡੋ ਤੁਸੀਂ ਫੈਡਰਲ ਉੱਪਰ ਸੈਂਟਰ ਨੂੰ, ਜਿਹੜੇ ਨੇ ਸਿੱਧਾ ਤੁਹਾਨੂੰ ਟੱਚ ਕਰਨਾ, ਉਹ ਸਹਿਯੋਗ ਹੱਥਾਂ 'ਚ, ਸੱਚੇ ਹੱਥਾਂ ਦੇ ਵਿੱਚ, ਜਿਨ੍ਹਾਂ ਦਾ ਕਿਸੇ 'ਤੇ ਇਨਫਲੂਐਂਸ, ਮੈਂ ਨਹੀਂ ਕਹਿੰਦਾ ਕੋਈ ਕਰਪਟ ਆ, ਨਾ ਕਰਪਟ ਆ, ਮੈਂ ਜਦ ਤੱਕ ਨਹੀਂ ਕੋਈ ਵੀ, ਪਰ ਸਿਸਟਮ ਕਿਵੇਂ ਆਪਰੇਟ ਹੁੰਦਾ ਇਹਦੇ 'ਤੇ ਜ਼ਰੂਰ ਦੇਖਣ ਦੀ ਲੋੜ ਹੈ। ਲਓ ਜੀ, ਅੱਜ ਦਾ ਪ੍ਰੋਗਰਾਮ ਇੱਥੇ ਹੀ, ਕੋਸ਼ਿਸ਼ ਕਰਦੇ ਹੁੰਦੇ ਹਾਂ ਤੁਹਾਨੂੰ ਵੱਧ ਤੋਂ ਵੱਧ ਅਪਡੇਟ ਕਰ ਸਕੀਏ, ਅਤੇ ਕੱਲ੍ਹ ਫੇਰ 11:10 ਤੇ ਸਰਦਾਰ ਹਰਦੀਪ ਸਿੰਘ ਡੇਵਡਵਾ ਦੇ ਨਾਲ ਗੱਲਬਾਤ ਹੋਏਗੀ।